ਜਦੋਂ ਤੁਸੀਂ ਅਰਦਾਸ ਕਰਦੇ ਹੋ ਉਦੋਂ ਕਲਾ ਵਰਤਦੀ ਹੈ। ਅਰਦਾਸ ਨੂੰ ਕਿੰਨਾ ਕੁ ਮੰਨਦੇ ਹੋ ਵੀ ਹਾਂ ਵਾਕਈ ਅਰਦਾਸ ਹੁੰਦੀ ਆ, ਉਹ ਸੁਣਦਾ? ਅਰਦਾਸ ਕਰਨ ਦਾ ਜਦੋਂ ਕੁਦਰਤ ਨੇ ਮੈਨੂੰ ਮੌਕਾ ਦਿੱਤਾ ਔਰ ਬਲ ਬਖਸ਼ਿਆ, ਜੋ ਕਲਾ ਵਰਤਦੀ ਤੁਸੀਂ ਥੀਏਟਰਾਂ 'ਚ ਦੇਖਦੇ ਹੋ, ਉੱਥੋਂ ਸਾਬਤ ਨਹੀਂ ਹੋ ਜਾਂਦਾ ਕਿ ਅਰਦਾਸ 'ਚ ਕਿੰਨਾ ਵਿਸ਼ਵਾਸ ਔਰ ਕਿੰਨੀ ਦ੍ਰਿੜਤਾ ਹੋਏਗੀ। ਇਹ ਜੋ ਬਚਪਨ 'ਚ ਰੂਹ 'ਚੋਂ ਲੰਘਿਆ ਹੋਇਆ ਨਾ, ਇਹ ਉੱਥੇ ਉਹ ਵਰਤ ਰਿਹਾ ਸੀ। ਕਿਸੇ ਐਕਟਰ ਨੂੰ ਯਾਦ ਕਰਾ ਦਿਓ ਤੂੰ ਆਹ ਬੋਲਣਾ, ਉਹ ਭਾਵ ਹੀ ਨਹੀਂ ਲਿਆ ਸਕਦਾ ਅੰਦਰ। ਫੇਸ ਐਕਸਪ੍ਰੈਸ਼ਨ ਲਿਆਏਗਾ, ਰੂਹ ਦੇ ਐਕਸਪ੍ਰੈਸ਼ਨ ਕਿੱਥੋਂ ਆਉਣਗੇ? ਬਿਲਕੁਲ। ਆਤਮਾ ਦੇ ਐਕਸਪ੍ਰੈਸ਼ਨ ਤਾਂ ਹੀ ਆਉਣਗੇ ਨਾ ਜੇ ਅੰਦਰੋਂ ਲੰਘੀਆਂ ਹੋਈਆਂ ਚੀਜ਼ਾਂ ਨੇ। ਮੈਂ ਤਾਂ ਸਮਝਦਾ ਕਿ ਦੂਰਦਰਸ਼ਨ ਨੇ ਮੇਰੇ ਲਈ ਵੇਲਣੇ ਦਾ ਕੰਮ ਕੀਤਾ ਜੀ। ਰਸ ਤਾਂ ਗੰਨੇ 'ਚ ਹੁੰਦਾ ਹੀ ਹੈ, ਪਰ ਜਦ ਤੱਕ ਉਹ ਵੇਲਣੇ 'ਚ ਨਪੀੜ ਕੇ ਕੱਢਿਆ ਨਹੀਂ ਜਾਂਦਾ, ਰਸ ਬਾਹਰ ਨਹੀਂ ਆਉਂਦੀ। ਬਿਲਕੁਲ। ਤੇ ਉਹ ਉਦੋਂ ਉਸ ਤੱਕ ਪਹੁੰਚਣ ਲਈ ਬੜਾ ਵੇਲਣੇ 'ਚੋਂ ਲੰਘਣਾ ਪਿਆ। ਤੇ ਉਹ ਵੀ ਜਿੱਦਾਂ ਵੇਖਿਆ ਨਾ, ਰੇਹੜੀ ਵਾਲਾ ਵੀ ਇੱਕ ਵਾਰੀ ਨਿਕਲ ਜਾਂਦਾ, ਉਹਨੂੰ ਫੇਰ ਮਰੋੜੀ ਜੀ ਦੇ ਕੇ ਫੇਰ ਪਾ ਦਿੰਦਾ। ਉਹ 4 ਵਾਰੀ ਗੰਨੇ ਨੂੰ ਮਰੋੜੀਆਂ ਦੇ ਕੇ 4-5 ਵਾਰੀ ਪਾਉਂਦਾ ਵੇਲਣੇ 'ਚ। ਤੇ ਇੱਦਾਂ ਹੀ ਵਕਤ ਨੇ ਵੀ ਮਰੋੜੀਆਂ ਦੇ ਵੇਲਣੇ 'ਚ ਪਾਇਆ। ਪਰ ਫਾਈਨਲੀ ਜਦੋਂ ਪੀਣ ਵਾਲੇ ਨੂੰ ਠੰਡ ਪੈਂਦੀ ਹੈ, ਉਹ ਕਹਿੰਦਾ ਆਹ ਸਵਾਦ ਆ ਗਿਆ, ਤੇ ਗੰਨੇ ਦਾ ਮੁੱਲ ਪੈ ਜਾਂਦਾ। ਨੇ ਜਿੱਦਾਂ ਕਿਹਾ ਵੀ ਮੈਂ ਇੰਨੇ ਸਾਲ ਤੋਂ ਮੇਰੀ ਮੈਰਿਜ ਹੋਈ ਹੈ, ਮੇਰੀ ਬੇਟੀ ਅੱਜ ਇੰਨੇ ਸਾਲਾਂ ਬਾਅਦ ਮੇਰੇ ਘਰ ਬੇਟੀ ਹੋਈ, ਤੇ ਕਹਿੰਦਾ ਮੈਂ ਉਹਨੂੰ ਕਦੇ ਵੇਖਿਆ ਵੀ ਨਹੀਂ ਸੀ ਕਿਉਂਕਿ ਮੈਨੂੰ ਬੇਟਾ ਚਾਹੀਦਾ ਸੀ। ਕਹਿੰਦਾ ਪਰ ਅਰਦਾਸ ਫਿਲਮ ਦੇਖਣ ਤੋਂ ਬਾਅਦ ਮੇਰੇ ਅੰਦਰ ਜੋ ਚੇਂਜ ਆਈ, ਕਹਿੰਦਾ 4 ਦਿਨ ਪਹਿਲਾਂ ਫਿਲਮ ਦੇਖੀ ਸੀ, ਉਦੋਂ ਦੀ ਮੇਰੇ ਕੁੱਛੜ ਹੀ ਹੈ। ਕਹਿੰਦਾ ਮੈਂ ਲਾਈ ਨਹੀਂ ਬੇਟੀ ਆਪਣੀ ਆਪਣੇ ਕੁੱਛੜ ਤੋਂ। ਪਹਿਲਾਂ ਸਾਊਥ ਦੀਆਂ ਫਿਲਮਾਂ ਵੀ ਇੱਦਾਂ ਹੀ ਆਉਂਦੀਆਂ ਨੇ ਵੀ ਕੇਲੇ ਨਾਲ ਗਲ ਵੱਢ ਦਿੱਤਾ ਕਿਸੇ ਦਾ, ਕਰਕੇ ਰੁਮਾਲ ਨਾਲ 3 ਬੰਦੇ ਮਾਰ ਦਿੱਤੇ। ਮਤਲਬ ਕੋਈ ਲੌਜਿਕ ਥੋੜ੍ਹਾ ਜੀ, ਇੱਕ ਐਂ ਘੁਮਾ ਕੇ ਇੱਦਾਂ ਕਰਕੇ ਐਂ ਲਾ ਲਈ, ਮਤਲਬ ਨੋਰਮਲ ਜ਼ਿੰਦਗੀ ਜਿੱਦਾਂ। ਪਰ ਉਹ ਲਾਰਜਰ ਦੈਨ ਲਾਈਫ ਉੱਥੇ ਲੋਕ ਦੇਖਦੇ, ਤਾੜੀਆਂ ਮਾਰਦੇ ਨੇ, ਉਹਨਾਂ ਨੂੰ ਪਤਾ ਸਾਡੀ ਆਡੀਅנס ਨੂੰ ਕੀ ਚਾਹੀਦਾ। ਪਰ ਬਾਹੂਬਲੀ ਤੋਂ ਕੰਮ ਸ਼ੁਰੂ ਹੋਇਆ ਨਾ ਜੀ ਕਿ ਵੱਡਾ ਮੈਚਿਓਰ ਸਿਨੇਮਾ ਦਿਖਾਓ ਇਹਨਾਂ ਨੂੰ। ਤੇ ਵੈਸੇ ਵੀ ਧਿਆਨ ਥੋੜ੍ਹਾ ਮੇਰਾ ਪੋਲੀਟਿਕਸ ਵਾਲੇ ਪਾਸੇ ਹੁਣ ਵੀ ਹੁੰਦਾ, ਹਮੇਸ਼ਾ ਹੀ ਰਿਹਾ, ਕਿਉਂਕਿ ਜਿਹੜੇ ਬੰਦੇ ਦੀ ਸ਼ੁਰੂਆਤ ਸਵੇਰੇ ਅਖਬਾਰ ਪੜ੍ਹਨ ਤੋਂ ਹੁੰਦੀ ਹੋਵੇ ਨਾ, ਉਹ ਰਾਜਨੀਤੀ ਨਾਲ ਤਾਂ ਜੁੜਿਆ ਹੀ ਹੋਇਆ। ਉਹ ਉੱਥੇ ਕੋਈ ਕੱਛੇ ਬਣਾਉਣਾ ਦੀਆਂ ਐਡਾਂ ਪੜ੍ਹਨ ਦੀ ਨਹੀਂ ਅਖਬਾਰ ਪੜ੍ਹਦਾ, ਹੈ ਨਾ। ਇਹ ਫਰਕ ਹੈ ਜੀ, ਅਸੀਂ ਰਾਜਨੀਤੀ ਨੂੰ ਹਮੇਸ਼ਾ ਉਹਦੇ ਨਾਲ ਜੋੜ ਕੇ ਦੇਖਦੇ ਹਾਂ ਵੀ ਰਾਜਨੀਤੀ ਹੋਰ ਚੀਜ਼ ਹੈ, ਅਹੁਦਾ ਹੋਰ ਚੀਜ਼ ਹੈ। ਇਹਦੀ ਐਗਜ਼ਾਮਪਲ ਹਰਕ੍ਰਿਸ਼ਨ ਸੁਰਜੀਤ ਸਾਹਿਬ, ਬਿਲਕੁਲ, ਉਹ ਮਤਲਬ ਰਾਜਨੀਤੀਵਾਨ ਸੀਗੇ, ਪਰ ਉਹ ਮੈਨੂੰ ਲੱਗਦਾ ਉਹਦਾ ਕਦੇ ਮਿਲਿਆ ਹੀ ਨਹੀਂ, ਉਹਨਾਂ ਨੂੰ ਕੋਈ ਅਹੁਦਾ ਲਿਆ ਹੀ ਨਹੀਂ ਉਹਨਾਂ ਕਦੇ ਸਰਕਾਰਾਂ 'ਚ। ਉੱਦਾਂ ਤਾਂ ਸੀਗੇ ਉਹ ਆਪਣੀ ਪਾਰਟੀ ਦੇ। ਤੇ ਸਾਡੇ ਵੈਸੇ ਵੀ ਲੋਕਾਂ 'ਚ ਟੈਂਡੈਂਸੀ ਵੀ ਹੈ ਕਿ ਜੇ ਮੈਂ ਬਤੌਰ ਪੋਲੀਟੀਸ਼ੀਅਨ ਅੱਛਾ ਕੰਮ ਕਰ ਵੀ ਰਿਹਾ ਹਾਂ, ਪਰ ਜੇ 8 ਦਿਨ ਲਈ ਸ਼ੂਟਿੰਗ 'ਤੇ ਚਲਾ ਗਿਆ, ਲਓ ਜੀ ਇਲਾਕੇ ਦਾ ਤਾਂ MLA ਗਾਇਬ ਹੋ ਗਿਆ, ਆਹ ਜੀ ਫਲਾਣਾ ਮੰਤਰੀ ਨਹੀਂ, ਤਾਂ ਕਿਉਂਕਿ ਕੋਈ ਮੰਤਰੀ, ਕੋਈ MLA, ਕੋਈ MP, ਹੈ ਨਾ, ਕਿਉਂਕਿ ਸਨੀ ਦਿਓਲ ਨਾਲ ਹੋਈ ਕਿਸੇ ਫਿਲਮ 'ਚ ਕੰਮ ਨਹੀਂ। ਸਨੀ ਦਿਓਲ ਹੁਣਾਂ ਨੇ ਤਾਂ ਖੈਰ ਮੈਨੂੰ ਲੱਗਦਾ ਕਿ ਲੋਕਾਂ ਦੇ ਮਨ 'ਚ ਉਹ ਜਗ੍ਹਾ ਬਣਾਈ ਨਹੀਂ ਪਈ। ਇਹ ਤਾਂ ਜੀ ਦੇਖੋ ਇਹਨੂੰ ਸ਼ੂਟਿੰਗਾਂ ਦੀ ਪਈ ਹੋਈ ਹੈ, ਇੱਥੇ ਤਾਂ ਨਾਲੀਆਂ ਰੁਕੀਆਂ ਪਈਆਂ, ਹੈ ਨਾ, ਮਹੱਲੇ 'ਚ, ਤੇ ਸੜਕਾਂ ਟੁੱਟੀਆਂ ਪਈਆਂ। ਚਲੋ ਉਹ ਵੀ ਜਾਇਜ਼ ਆ, ਜਦੋਂ ਤੁਸੀਂ ਫਿਰ ਵਫਾਦਾਰੀ ਇੱਕ ਪਾਸੇ ਹੀ ਕਰ ਸਕਦੇ ਹੋ। ਤੇ ਪਰ ਉਹ ਮੈਨੂੰ ਕਦੇ ਉਸ ਚੀਜ਼ ਦਾ ਮਲਾਲ ਨਹੀਂ, ਜਦ ਤੱਕ ਜ਼ਿੰਦਗੀ ਤੁਹਾਨੂੰ ਹੰਗਾਲ ਕੇ ਨਹੀਂ ਨਾ ਕੱਢਦੀ ਪਾਣੀ 'ਚੋਂ, ਤੁਸੀਂ ਨਿਖਰ ਕੇ ਨਹੀਂ ਆਉਂਦੇ। ਸਹੀ ਗੱਲ, ਠੀਕ ਹੈ ਨਾ। ਉਹ ਜ਼ਿੰਦਗੀ ਹੰਗਾਲ ਰਹੀ ਸੀ ਉਸ ਵੇਲੇ, ਤੇ ਬਥੇਰਾ ਉਹਨੇ ਹੰਗਾਲਿਆ, ਛੰਡਿਆ, ਨਿਚੋੜਿਆ, ਤੇ ਫਿਰ ਹੀ ਨਿੱਤਰ ਕੇ ਔਰ ਨਿਖਰ ਕੇ ਸਾਹਮਣੇ ਆਏ। ਫਿਰ ਮੈਂ ਕਰਤਾਰਪੁਰ ਸਬ ਤਹਿਸੀਲ ਦੇ ਬਾਹਰ ਬੈਠ ਕੇ ਇੱਕ ਉੱਥੇ ਅਰਜੀ ਨਵੀਸ ਉੱਪਲ ਸਾਹਿਬ ਹੁੰਦੇ ਸੀ, ਸਰਦਾਰ ਜਗਦੀਸ਼ ਸਿੰਘ ਉੱਪਲ, ਉਹਨਾਂ ਕੋਲ ਮੈਂ ਲੱਗ ਗਿਆ ਸੀ ਉੱਥੇ। ਤੇ ਫਿਰ ਮੈਂ 2 ਸਾਲ ਉੱਥੇ ਬਿਆਨੇ ਪਰ ਨੋਟ ਲਿਖੇ, ਲੋਕਾਂ ਦੇ ਅਰਜ਼ੀਆਂ, ਰਹਿਣਨਾਮੇ, ਆੜ ਰਹਿਣਨਾਮੇ, ਤਲਾਕਨਾਮੇ, ਖਰਾਬੇ ਔਰ ਪਰ ਨੋਟ, ਬਹੁਤ ਕੁਛ ਲਿਖਿਆ ਲੋਕਾਂ ਦਾ ਉਦੋਂ ਮੈਂ। ਤੇ ਫਿਰ ਮੈਨੂੰ 5-7 ਰੁਪਏ ਰੋਜ਼ ਦੀ ਦਿਹਾੜੀ ਮਿਲਦੀ ਹੁੰਦੀ ਸੀ, ਉਹ ਆ ਕੇ ਡੈਡੀ ਨੂੰ ਦਿੰਦਾ ਹੁੰਦਾ ਸੀ। ਸੋ ਮੈਂ ਹਮੇਸ਼ਾ ਹੀ ਕਹਿੰਦਾ ਮੈਨੂੰ ਕੋਈ ਇਸ ਚੀਜ਼ ਦੀ ਨਾ ਤਾਂ ਹਮਦਰਦੀ ਚਾਹੀਦੀ ਆ, ਉਹ ਬੜੀ ਮਿਹਨਤ ਕੀਤੀ, ਆਏ ਹਾਏ ਹੈ ਬੜਾ ਔਖਾ ਸਮਾਂ ਉਹ ਆਪਣੇ ਲਈ ਦੇਖਿਆ ਸੀ, ਆਪਣੇ ਸੁਪਨੇ ਪੂਰੇ ਕਰਨ ਲਈ ਦੇਖਿਆ ਸੀ। ਔਰ ਉਹਦੇ 'ਚ ਕਿਸੇ ਨੇ ਨਹੀਂ ਸੀ ਕਿਹਾ ਵੀ ਮੈਂ ਇੱਦਾਂ ਤੰਗ ਹੋਵਾਂ, ਪਰ ਮੈਨੂੰ ਪਤਾ ਸੀ ਕਿ ਇਹਨਾਂ ਤੰਗੀਆਂ 'ਚੋਂ ਲੰਘ ਕੇ ਜੋ ਅੱਗੇ ਸਕੂਨ ਮਿਲੇਗਾ ਨਾ, ਮੇਰਾ ਵਿਸ਼ਵਾਸ ਸੀ। ਉਹ ਚੱਲਦੇ ਜੀ ਸਰਦਾਰ ਮਨਮੋਹਨ ਸਿੰਘ ਹੁਣਾਂ ਨੇ ਇੱਕ ਦਿਨ ਆਵਾਜ਼ ਮਾਰ ਲਈ, ਜੀ ਆਇਆਂ ਨੂੰ ਫਿਲਮ ਉਹ ਬਣਾ ਰਹੇ ਸੀ, ਤੇ ਉਹਦੇ 'ਚ ਮੇਰਾ ਟਰੈਵਲ ਏਜੰਟ ਦਾ ਰੋਲ ਸੀ। ਉਦੋਂ ਫਿਰ ਮੇਰਾ ਇਹ ਸਫ਼ਰ ਸ਼ੁਰੂ ਹੁੰਦਾ ਜੀ। ਤੁਹਾਡਾ ਟਰੈਵਲ ਏਜੰਟ ਦਾ ਉਹ ਹਲੇ ਵੀ ਡਾਇਲੌਗ ਯਾਦ ਨੇ, ਠਾਹ ਨੇ ਵੀਜ਼ਾ ਦੇਈਦਾ, 1 ਨੰਬਰ ਦਾ ਕੰਮ, 1 ਨੰਬਰ ਦਾ ਕੰਮ ਕੀਤਾ, ਰਸੀਦ ਕੱਟ ਕੇ ਦੇਈ।
ਪਰ ਹੁਣ ਇੱਧਰੋਂ ਸਿਨੇਮੇ ਦਾ ਯੁੱਗ ਨਵਾਂ ਆ ਚੁੱਕਾ ਸੀ, ਕੰਪੀਟ ਕਰਨਾ ਬੜਾ ਔਖਾ ਸੀ ਉਸ ਸਿਨੇਮੇ ਦੇ ਨਾਲ। ਉਦੋਂ ਮਨਮੋਹਨ ਸਿੰਘ ਜੀ ਨੇ ਯੁੱਗ ਪਰਿਵਰਤਨ ਕੀਤਾ, ਉਹਨਾਂ ਨੇ ਗਰੈਂਜਰ ਲੈ ਕੇ ਆਏ ਸਿਨੇਮੇ 'ਚ। ਉਦੋਂ ਉਹਨਾਂ ਨੇ ਪੰਜਾਬ ਦੇ ਫਾਰਮ ਹਾਊਸ ਵੀ ਦਿਖਾਏ ਲੋਕਾਂ ਨੇ ਕਿੱਦਾਂ ਬਣਾਏ ਹੋਏ ਨੇ। ਬਾਹਰ ਬੈਠੀ ਆਡੀਅנס ਸਾਡੀ ਜਿਹੜੀ ਅਮਰੀਕਾ ਕੈਨੇਡਾ ਬੈਠੀ, ਉਹਨਾਂ ਦੀਆਂ ਅੱਖਾਂ ਟੱਡੀਆਂ ਗਈਆਂ ਕਿ ਪੰਜਾਬ 'ਚ ਲੋਕਾਂ ਨੇ ਐਡੇ ਐਡੇ ਘਰ ਬਣਾ ਲਏ ਨੇ ਹੁਣ ਸਾਡੇ ਪਿੱਛੋਂ। ਹੁਣ ਪੰਜਾਬ 'ਚ ਲੋਕਾਂ ਨੇ ਸਵਿਮਿੰਗ ਪੂਲ ਵੀ ਘਰਾਂ 'ਚ ਬਣਾਏ ਨੇ। ਉਹਨਾਂ ਨੂੰ ਚਾਅ ਚੜ੍ਹ ਗਿਆ ਵੀ ਇਹ ਤਾਂ ਸਾਡਾ ਪੰਜਾਬ ਤਾਂ ਬਹੁਤ ਸੋਹਣਾ ਹੋ ਗਿਆ। ਉਹਨਾਂ ਦੇ ਦਿਲ ਵੀ ਕਰਨ ਲੱਗ ਪਿਆ ਪੰਜਾਬ ਆਉਣ ਨੂੰ। ਉਦੋਂ ਕਾਮੇਡੀ 'ਚ ਪੈਸੇ ਹੈਗੇ ਸੀ ਕਿਉਂਕਿ ਆਡੀਓ ਕੈਸਟ ਕਰਦੇ ਸੀ, ਕੰਪਨੀ ਵਾਲੇ ਪੈਸੇ ਦੇ ਦਿੰਦੇ ਸੀ। ਅੱਛਾ, ਮੇਲਿਆਂ 'ਚ ਲੋਕਾਂ ਨੇ ਬੁਲਾ ਲੈਣਾ, ਉੱਥੇ ਪੈਸੇ ਠੀਕ ਠਾਕ ਮਿਲ ਜਾਂਦੇ ਸੀ। ਘਰੇਲੂ ਫੰਕਸ਼ਨਾਂ 'ਚ ਵੀ ਚਲੇ ਜਾਈਦਾ ਸੀ, ਲੋਕੀ ਸੋਹਣੇ ਪੈਸੇ ਦੇ ਦਿੰਦੇ ਸੀ। ਉਹ ਫਿਰ ਲੱਗਦਾ ਸੀ ਵੀ ਯਾਰ ਕੰਮ ਇਹ ਠੀਕ ਹੈ ਵੀ ਘੱਟੋ ਘੱਟ ਮੁਸ਼ਕਲਾਂ ਤੇ ਜ਼ਿੰਦਗੀ ਦੀਆਂ ਹੱਲ ਹੋ ਰਹੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਔਨ ਪੁਆਇੰਟ ਤੇ ਤੁਹਾਡਾ ਸਵਾਗਤ ਹੈ। ਮੈਂ ਹਰਜਿੰਦਰ ਸਿੱਧੂ। ਮੇਰੇ ਜਿਹੇ ਬਹੁਤ ਸਾਰੇ ਦੋਸਤ ਇਹੋ ਜਿਹੇ ਹੋਣੇ ਆ ਜਿਨ੍ਹਾਂ ਨੇ ਇੱਕ ਸ਼ਖਸੀਅਤ ਨੂੰ ਦੂਰਦਰਸ਼ਨ ਦੇ ਵਿਹੜੇ ਤੋਂ ਪਲਦਿਆਂ ਵੱਡੇ ਹੁੰਦਿਆਂ ਵੇਖਿਆ ਹੋਣਾ ਤੇ ਅੱਜ ਉਹ ਪੰਜਾਬੀ ਸਿਨੇਮਾ ਦੇ ਸਿਰਮੌਰ ਅਦਾਕਾਰਾਂ ਦੇ ਵਿੱਚੋਂ ਇੱਕ ਨੇ, ਜਿਹੜੇ ਹਰ ਫਿਲਮ ਅਨੁਸਾਰ ਹਰ ਕਰੈਕਟਰ 'ਚ ਢਲ ਜਾਂਦੇ ਨੇ। ਕਾਮੇਡੀ ਕਰੈਕਟਰ ਹੋਵੇ ਜਾਂ ਸੰਜੀਦਾ ਹੋਵੇ, ਉਹਨਾਂ ਨੇ ਉਸ ਤਰ੍ਹਾਂ ਢਲ ਜਾਣਾ। ਅੱਜ ਸਾਨੂੰ ਮਾਣ ਹੈ ਕਿ ਪਿੱਛੇ ਜੀ ਇੱਕ ਫਿਲਮ ਆਈ ਆ ਮਸਤਾਨੇ, ਤੇ ਮਸਤਾਨੇ ਫਿਲਮ ਦੇ ਵਿੱਚ ਵੀ ਉਹਨਾਂ ਨੇ ਬਾਕਮਾਲ ਅਦਾਕਾਰੀ ਨਾਲ ਪੰਜਾਬੀ ਦਰਸ਼ਕਾਂ ਨੂੰ ਆਪਣੇ ਦਿਲ 'ਚ ਵਸਾਇਆ। ਤੇ ਦੋਸਤੋ, ਮੈਂ ਬਹੁਤੀ ਕਿਉਂਕਿ ਉਹਨਾਂ ਦੀ ਤਾਰੀਫ ਕਰਾਂ ਇੰਨੇ ਸ਼ਬਦ ਮੇਰੇ ਕੋਲ ਹੈ ਨਹੀਂ, ਮੈਂ ਉਮਰ ਦੇ ਲਿਹਾਜ਼ ਨਾਲ ਬਹੁਤ ਛੋਟਾ ਉਹਨਾਂ ਤੋਂ। ਸ਼ਖਸੀਅਤ ਨੇ ਗੁਰਪ੍ਰੀਤ ਸਿੰਘ ਘੁੱਗੀ ਜੀ, ਅਸੀਂ ਪਿਆਰ ਨਾਲ ਉਹਨਾਂ ਨੂੰ ਗੁਰਪ੍ਰੀਤ ਘੁੱਗੀ ਕਹਿ ਦਿੰਦੇ ਹਾਂ। ਤੇ ਬਹੁਤ ਸਾਰਿਆਂ ਅਸੀਂ ਉਹਨਾਂ ਦੇ ਮੂੰਹੋਂ ਇਸ ਤਰ੍ਹਾਂ ਦੇ ਚੁਟਕਲੇ ਸੁਣੇ ਆ ਜੋ ਆਪਣੇ ਆਪ ਬਾਰੇ ਉਹ ਕਹਿੰਦੇ ਰਹੇ ਨੇ। ਸੋ ਅੱਜ ਗੱਲਬਾਤ ਕਰਾਂਗੇ ਕਿਵੇਂ ਉਹ ਇੱਧਰ ਆਏ, ਫਿਲਮਾਂ ਨਾਲ ਕਿਵੇਂ ਜੁੜੇ ਤੇ ਕਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਸਰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਨ ਪੁਆਇੰਟ ਤੇ ਅੱਜ ਆਪਾਂ ਤੁਹਾਡੇ ਨਾਲ ਮੁਖਾਤਿਬ ਹਾਂ, ਮੈਨੂੰ ਬਹੁਤ ਖੁਸ਼ੀ ਹੈ ਜੀ। ਸਭ ਤੋਂ ਪਹਿਲਾਂ ਤਾਂ ਸਰ ਮਸਤਾਨੇ ਲਈ ਢੇਰ ਮੁਬਾਰਕਾਂ। ਬਹੁਤ ਸ਼ੁਕਰੀਆ ਜੀ। ਵਰਲਡ ਵਾਈਡ ਜਿਹੜਾ ਹੈਗਾ ਇੱਕ ਸਿੱਖ ਕੌਮ ਦਾ, ਪੰਜਾਬੀ ਕੌਮ ਦਾ ਤੁਸੀਂ ਨਾਮ ਉੱਥੋਂ ਤੱਕ ਲੈ ਕੇ ਗਏ ਹੋ, ਸਾਨੂੰ ਮਾਣ ਹੁੰਦਾ, ਅਸੀਂ ਸਿਜਦਾ ਕਰਦੇ ਹਾਂ ਤੁਹਾਡੀ ਇਸ। ਇਹ ਮੁਬਾਰਕਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ, ਕਿਉਂਕਿ ਇਹ ਸਿਰਫ ਇੱਕ ਫਿਲਮ ਨਹੀਂ ਸੀ, ਇਹ ਇੱਕ ਸਾਡੀ ਆਪਣੀ ਪਹਿਚਾਣ ਦਾ ਇੱਕ ਪ੍ਰਮਾਣ ਸੀ। ਸਾਡਾ ਇੱਕ ਐਸਾ ਦਸਤਾਵੇਜ਼ ਬਣਿਆ ਜਿਹੜਾ ਮਤਲਬ ਸਦੀਆਂ ਤੱਕ ਹੁਣ ਕਾਇਮ ਰਹਿਣਾ ਹੈ ਕਿ ਯਾਦਗਾਰ ਕਿਤੇ ਨਾ ਕਿਤੇ ਲਾਇਬ੍ਰੇਰੀਆਂ 'ਚ ਸਾਂਭੀ ਰਹਿਣੀ ਹੈ। ਔਰ ਜਦੋਂ ਵੀ 50 ਸਾਲ ਬਾਅਦ, 60 ਸਾਲ ਬਾਅਦ, 100 ਸਾਲ ਬਾਅਦ ਵੀ ਕੋਈ ਇਹ ਫਿਲਮ ਲਾ ਕੇ ਦੇਖ ਸਕਦਾ, ਕਿਉਂਕਿ ਹੁਣ ਇਹ ਚੀਜ਼ਾਂ ਡਿਜੀਟਲੀ ਪ੍ਰੀਜ਼ਰਵ ਹੋਣ ਲੱਗ ਪਈਆਂ ਨੇ। ਪਹਿਲਾਂ ਰੀਲਾਂ ਸਾਂਭ ਰੱਖਣੀਆਂ ਬੜੀਆਂ ਔਖੀਆਂ ਹੁੰਦੀਆਂ ਸੀ। ਤੋ ਆਈ ਐਮ ਸੋ ਗਲੈਡ ਕਿ ਮੈਨੂੰ ਇਸ ਤਰ੍ਹਾਂ ਦਾ ਇੱਕ ਉਪਰਾਲਾ ਕਰਨ ਦਾ ਮੌਕਾ ਸਤਿਗੁਰੂ ਨੇ ਬਖਸ਼ਿਆ ਕਿ ਜਿਹਦੇ ਨਾਲ ਅਸੀਂ ਇੱਕ ਬਹੁਤ ਚੰਗੀ ਚੀਜ਼ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਰੁਸ਼ਨਾਉਂਦੀ ਹੋਈ ਲੋਕਾਂ ਤੱਕ ਤੇ ਅਸੀਂ ਪੇਸ਼ ਕਰ ਸਕੇ ਹਾਂ। ਔਰ ਇਹਦੇ ਲਈ ਮੈਂ ਸਪੈਸ਼ਲੀ ਧੰਨਵਾਦੀ ਹਾਂ ਵੇਲੀ ਜਨਤਾ ਰੈਕਟਸ ਦਾ ਔਰ ਤਰਸੇਮ ਜੱਸੜ ਹੁਣਾਂ ਦਾ, ਸ਼ਰਨ ਆਰਟਸ ਜਿਹੜੇ ਸਾਡੇ ਡਾਇਰੈਕਟਰ ਨੇ, ਮੁਨੀਸ਼ ਸਾਨੀ ਸਾਹਿਬ ਸਾਡੇ ਵੀਰ, ਤੇ ਇਹਨਾਂ ਸਾਰਿਆਂ ਦੀ ਇੱਕ ਟੀਮ ਦਾ ਇੱਕ ਬਹੁਤ ਵੱਡਾ ਐਫਰਟ ਸੀ, ਜਿਹਦੇ 'ਚ ਮੈਂ ਇੱਕ ਛੋਟਾ ਜਿਹਾ ਪਹੀਆ ਸੀ। ਵੱਡੀ ਸਾਰੀ ਗੱਡੀ ਜਦੋਂ ਚੱਲਦੀ ਹੁੰਦੀ ਹੈ ਤੇ ਉਹਨੂੰ ਕਈ ਪਹੀਏ ਚਲਾਉਂਦੇ ਨੇ, ਤਾਂ ਆਈ ਵਾਜ਼ ਵਨ ਆਫ ਦੈਮ। ਤੁਸੀਂ ਆਪਣੇ ਆਪ ਨੂੰ ਛੋਟਾ ਜਿਹਾ ਪਹੀਆ ਕਿਹਾ, ਜਦ ਕਿ ਫਿਲਮ ਦਾ ਟਰਨਿੰਗ ਪੁਆਇੰਟ ਹੀ ਤੁਸੀਂ ਹੋ। ਮਤਲਬ ਸਾਰੇ ਆਪਣੀ ਆਪਣੀ ਥਾਂ ਤੇ ਇੰਨਾ ਕੁ ਜਜ਼ਬੇ ਨਾਲ ਕੰਮ ਕਰਦੇ ਸੀ ਉਸ ਫਿਲਮ ਦੇ ਵਿੱਚ ਕਿ ਉੱਥੇ ਤੁਸੀਂ ਕਿਸੇ ਇੱਕ ਦੇ ਵੀ ਕਰੈਕਟਰ ਨੂੰ ਵੱਡਾ ਛੋਟਾ ਕਰਕੇ ਨਹੀਂ ਆਂਕ ਸਕਦੇ। ਉਹਦੀ ਆਪਣੀ ਆਪਣੀ ਫਿਟਿੰਗ ਹੈ, ਕੌਣ ਕਿੱਥੇ ਕਿਵੇਂ ਫਿੱਟ ਹੋ ਰਿਹਾ ਔਰ ਕਿਵੇਂ ਆਪਣਾ ਪਾਰਟ ਉਹਦੇ ਵਿੱਚ ਅਦਾ ਕਰ ਰਿਹਾ, ਕਿਵੇਂ ਫਿਲਮ ਨੂੰ ਕੰਟਰੀਬਿਊਟ ਕਰ ਰਿਹਾ। ਸਾਰਿਆਂ ਦਾ ਮੈਂ ਤਾਂ ਕਹਿੰਦਾ ਜਿਹੜੇ ਇੱਕ ਇੱਕ ਡਾਇਲੋਗ ਬੋਲਣ ਵਾਲੇ ਸੀ ਨਾ, ਉਹਨਾਂ ਦਾ ਵੀ ਆਪਣਾ ਇੱਕ ਕੰਟਰੀਬਿਊਸ਼ਨ ਸੀ, ਕਿਉਂਕਿ ਉਹ ਬਿਊਟੀ ਸੀ ਫਿਲਮ ਦੀ। ਕਿਸੇ ਇੱਕ ਡਾਇਲੋਗ ਦੇ ਵਿੱਚ ਚਾਹੇ ਉਹ ਬੱਚਾ ਗਾਣਾ ਜਿਹੜਾ ਸਾਈਂ ਜ਼ਹੂਰ ਸਾਹਿਬ ਦਾ, ਉਹਦੇ 'ਚੋਂ ਲੈਂਟਨ ਜੇ ਲਾ ਰਿਹਾ, ਉਹਦਾ ਉਹ ਲੈਂਟਨ ਲਾਉਣਾ ਤੇ ਉਹਨੂੰ ਇੱਕਦਮ ਆਤਿਸ਼ਬਾਜ਼ੀ ਨੂੰ ਦੇਖ ਕੇ ਰਿਐਕਟ ਕਰਨਾ, ਢੰਡੋਰਚੀ ਦਾ ਆ ਕੇ ਕਹਿਣਾ। ਤੇ ਉਹ ਜਿਹੜੇ ਬਾਜ਼ਾਰ 'ਚ ਆਪਸ ਗੱਲਾਂ ਕਰਦੇ ਨੇ, ਉਹ ਬਜ਼ੁਰਗ ਨੂੰ ਜਦੋਂ ਹੰਟਰ ਪੈਂਦੇ ਆ ਤੇ ਹੰਟਰ ਖਾਣ ਵਾਲਾ, ਉਹਦੀ ਬੱਚੀ, ਮਤਲਬ ਇੱਕ ਇੱਕ ਕਰੈਕਟਰ ਜਿਹੜਾ ਨਾ ਉਹ ਆਪਣੇ ਆਪ 'ਚ ਸੰਪੂਰਨ ਸੀ, ਤਾਂ ਉਹ ਖੂਬਸੂਰਤ ਫਿਲਮ ਬਣੀ ਹੈ। ਅਸੀਂ ਗੁਰਪ੍ਰੀਤ ਘੁੱਗੀ ਜੀ ਨਾਲ ਗੱਲ ਕਰ ਰਹੇ ਹਾਂ ਤੇ ਗੁਰਪ੍ਰੀਤ ਘੁੱਗੀ ਜੀ ਦੂਰਦਰਸ਼ਨ 'ਚੋਂ ਜੰਮੇ ਪਲੇ ਨੇ। ਦੂਰਦਰਸ਼ਨ ਦੇ ਸੰਘਰਸ਼ ਦਾ ਅਸੀਂ ਜ਼ਿਕਰ ਨਾ ਕਰੀਏ ਇਸ ਗੱਲਬਾਤ ਦੇ ਵਿੱਚ, ਮੈਨੂੰ ਲੱਗਦਾ ਗੱਲਬਾਤ 90% ਅਧੂਰੀ ਰਹਿ ਜਾਣੀ ਹੈ। ਮੈਂ ਉੱਥੋਂ ਥੋੜ੍ਹਾ ਜਿਹਾ ਸਫ਼ਰ ਸੰਖੇਪ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ, ਦੂਰਦਰਸ਼ਨ ਨਾਲ ਕਿਵੇਂ ਜੁੜੇ ਔਰ ਇਸ ਲਾਈਨ 'ਚ ਕਿਵੇਂ ਆਏ। ਦੂਰਦਰਸ਼ਨ ਉਦੋਂ ਇੱਕੋ ਇੱਕ ਮਾਧਿਅਮ ਹੁੰਦਾ ਸੀ ਜੋ ਤੁਹਾਡੇ ਪੱਲੇ ਹੈਗਾ, ਉਹਨੂੰ ਜੇ ਤੁਸੀਂ ਸ਼ੋਕੇਸ ਕਰਨਾ ਚਾਹੁੰਦੇ ਹੋ ਉਸ ਸਮੇਂ 'ਚ,
ਤੇ ਉਦੋਂ ਕੋਈ ਸੈਟੇਲਾਈਟ ਚੈਨਲ ਨਹੀਂ ਸੀ ਹੁੰਦੇ, ਡਿਜੀਟਲ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਆ ਨੈਟਵਰਕ, ਸੋਸ਼ਲ ਨੈਟਵਰਕਿੰਗ ਕੀ ਹੁੰਦੀ ਹੈ। ਤੇ ਉਦੋਂ ਦੂਰਦਰਸ਼ਨ ਇੱਕ ਮੀਡੀਅਮ ਸੀਗਾ, ਜਾਂ ਤਾਂ ਅਸੀਂ ਸਟੇਜ ਤੇ ਕੰਮ ਕਰਦੇ ਸੀ ਤੇ ਫਿਲਮਾਂ ਤੱਕ ਉਦੋਂ ਅਪਰੋਚ ਹੀ ਨਹੀਂ ਸੀ, ਨਾ ਉਦੋਂ ਇੰਨੇ ਜੋਗੇ ਹੈਗੇ ਸੀ ਕਿ ਫਿਲਮਾਂ 'ਚ ਆ ਜਾਈਏ। ਤੇ ਉਦੋਂ ਦੂਰਦਰਸ਼ਨ ਹੀ ਇੱਕ ਸਾਡੇ ਕੋਲ ਮਾਧਿਅਮ ਸੀ, ਔਰ ਉੱਥੇ ਤੱਕ ਪਹੁੰਚਣਾ ਲੱਗਦਾ ਸੀ ਕਿ ਜਿਵੇਂ ਜ਼ਿੰਦਗੀ ਦਾ ਸਭ ਤੋਂ ਵੱਡਾ ਟੀਚਾ, ਜਿੱਦਾਂ ਦੂਰਦਰਸ਼ਨ 'ਚ ਪਹੁੰਚ ਗਏ ਸਮਝੋ ਅਸੀਂ ਪ੍ਰਵਾਣੇ ਗਏ ਲੋਕਾਂ ਵੱਲੋਂ। ਤਾਂ ਉਹ ਬੜੀ ਉਹਦੇ ਲਈ ਮਿਹਨਤ ਕਰਨੀ ਪਈ। ਮੈਂ ਤਾਂ ਸਮਝਦਾ ਕਿ ਦੂਰਦਰਸ਼ਨ ਨੇ ਮੇਰੇ ਲਈ ਵੇਲਣੇ ਦਾ ਕੰਮ ਕੀਤਾ ਜੀ। ਰਸ ਤਾਂ ਗੰਨੇ 'ਚ ਹੁੰਦਾ ਹੀ ਹੈ, ਪਰ ਜਦ ਤੱਕ ਉਹ ਵੇਲਣੇ 'ਚ ਨਪੀੜ ਕੇ ਕੱਢਿਆ ਨਹੀਂ ਜਾਂਦਾ, ਰਸ ਬਾਹਰ ਨਹੀਂ ਆਉਂਦੀ। ਬਿਲਕੁਲ। ਤੇ ਉਹ ਉਦੋਂ ਉਸ ਤੱਕ ਪਹੁੰਚਣ ਲਈ ਬੜਾ ਵੇਲਣੇ 'ਚੋਂ ਲੰਘਣਾ ਪਿਆ। ਤੇ ਉਹ ਵੀ ਜਿੱਦਾਂ ਵੇਖਿਆ ਨਾ, ਰੇਹੜੀ ਵਾਲਾ ਵੀ ਇੱਕ ਵਾਰੀ ਨਿਕਲ ਜਾਂਦਾ, ਉਹਨੂੰ ਫਿਰ ਮਰੋੜੀ ਜੀ ਦੇ ਕੇ ਫਿਰ ਪਾ ਦਿੰਦਾ। ਉਹ 4 ਵਾਰੀ ਗੰਨੇ ਨੂੰ ਮਰੋੜੀਆਂ ਦੇ ਕੇ 4-5 ਵਾਰੀ ਪਾਉਂਦਾ ਵੇਲਣੇ 'ਚ। ਤੇ ਇੱਦਾਂ ਹੀ ਵਕਤ ਨੇ ਵੀ ਮਰੋੜੀਆਂ ਦੇ ਵੇਲਣੇ 'ਚ ਪਾਇਆ। ਪਰ ਫਾਈਨਲੀ ਜਦੋਂ ਪੀਣ ਵਾਲੇ ਨੂੰ ਠੰਡ ਪੈਂਦੀ ਹੈ, ਉਹ ਕਹਿੰਦਾ ਆਹ ਸਵਾਦ ਆ ਗਿਆ, ਤੇ ਗੰਨੇ ਦਾ ਮੁੱਲ ਪੈ ਜਾਂਦਾ। ਕਿਉਂਕਿ ਪਰਿਵਾਰਿਕ ਜੋ ਸਥਿਤੀ ਸੀ ਉਸ ਵਕਤ, ਮੈਂ ਤੁਹਾਨੂੰ ਇੱਕ ਥਾਂ ਬੋਲਦਿਆਂ ਸੁਣਿਆ ਸੀ ਹਾਂਜੀ ਕਿ ਬਹੁਤ ਤੁਸੀਂ ਸੰਘਰਸ਼ ਕਰਕੇ ਪੜ੍ਹੇ ਹੋ, ਉਸ ਤੋਂ ਬਾਅਦ ਕੁਝ ਸਮਾਂ ਤੁਹਾਨੂੰ ਕਚਹਿਰੀਆਂ ਦੇ ਵਿੱਚ ਵੀ ਕੰਮ ਕਰਨਾ ਪਿਆ ਉੱਦਾਂ, ਫਿਰ ਤੁਸੀਂ ਇੱਧਰ ਜੁੜੇ। ਇਸ ਤਰ੍ਹਾਂ ਇੱਕਦਮ ਇੱਧਰ ਸਬੱਬ ਬਣਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਆ। ਉਦੋਂ ਸੁਪਨਾ ਸੀ ਵੀ ਮੈਂ ਐਕਟਿੰਗ ਵਾਲੇ ਪਾਸੇ ਜਾਣਾ? ਦੇਖੋ, ਜਿਹੜੇ ਸਾਡੇ ਸਮੇਂ ਦੀ ਜਿਹੜੀ ਔਲਾਦ ਸੀ ਨਾ, ਹੁਣ ਪਿਛਲੇ 20 ਸਾਲਾਂ 'ਚ ਬਹੁਤ ਕੁਝ ਬਦਲ ਗਿਆ। ਬਿਲਕੁਲ ਜੀ। ਸਾਡੇ ਸਮੇਂ ਦੇ ਜਿਹੜੇ ਬੱਚੇ ਹੁੰਦੇ ਸੀ, ਉਹਨਾਂ 'ਚ ਪ੍ਰਾਇੋਰਟੀ ਇਹ ਹੁੰਦੀ ਸੀ ਕਿ ਘਰਦਿਆਂ ਨੂੰ ਸਪੋਰਟ ਕਿਵੇਂ ਕਰਨਾ ਹੈ ਨਾ। ਬ੍ਰੈਡ ਐਂਡ ਬਟਰ ਦਾ ਬੜਾ ਫਿਕਰ ਹੁੰਦਾ ਸੀ ਉਦੋਂ ਘਰਦਿਆਂ ਦੀ। ਅੱਛਾ, ਲੋਅਰ ਮਿਡਲ ਕਲਾਸ ਫੈਮਲੀਜ਼ ਦੇ ਵਿੱਚ ਬੱਚਿਆਂ ਨੂੰ ਵੀ ਫਿਕਰ ਹੁੰਦਾ ਸੀ ਕਿ ਪਾਪਾ ਦਾ ਆਹ ਨੁਕਸਾਨ ਹੋ ਗਿਆ ਹੈ ਨਾ, ਜਾਂ ਸਾਡੇ ਘਰ ਆਹ ਚੀਜ਼ ਨਹੀਂ ਹੈਗੀ। ਕਿਸੇ ਨੂੰ ਅੱਜ ਭੈਣ ਵਿਆਹੁਣ ਦਾ ਫਿਕਰ ਹੁੰਦਾ ਸੀ ਹੈ ਨਾ, ਕਿ ਸਾਡੀ ਸਿਸਟਰ ਦੀ ਸ਼ਾਦੀ ਹੋਣੀ ਹੈ, ਮੈਂ ਕਿੱਦਾਂ ਕੰਟਰੀਬਿਊਟ ਕਰਾਂ। ਕਿਸੇ ਨੂੰ ਹੁੰਦਾ ਛੋਟੇ ਭੈਣ ਭਾਈ ਪੜ੍ਹਦੇ ਨੇ, ਮੈਂ ਕਿਵੇਂ ਘਰਦਿਆਂ ਦੀ ਮਦਦ ਕਰਾਂ। ਸਾਡੇ ਵੇਲੇ ਆਮ ਰਿਵਾਜ ਹੁੰਦਾ ਸੀ ਕਿ 10ਵੀਂ ਦੇ ਪੇਪਰ ਦੇਣ ਤੋਂ ਬਾਅਦ ਜਿਹੜੀਆਂ 2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਨਾ, ਉਦੋਂ ਮੋਸਟਲੀ ਸਾਡੇ ਨਾਲ ਦੇ ਲੋਅਰ ਮਿਡਲ ਕਲਾਸ ਫੈਮਿਲੀ ਦੇ ਬੱਚੇ ਕਿਸੇ ਨਾ ਕਿਸੇ ਸ਼ਾਪ ਤੇ ਲੱਗ ਜਾਂਦੇ ਸੀ। ਜਿੱਦਾਂ ਕੋਈ ਕਿਤਾਬਾਂ ਦੀ ਦੁਕਾਨ ਤੇ ਲੱਗ ਗਿਆ, ਕੋਈ ਸਕੂਟਰਾਂ ਵਾਲੇ ਕੋਲ ਲੱਗ ਗਿਆ, ਕੋਈ ਮਨਿਆਰੀ ਦੀ ਦੁਕਾਨ ਤੇ ਲੱਗ, ਸਾਡੇ ਨਾਲ ਦੇ ਵੀ ਲੱਗਦੇ ਹੁੰਦੇ ਸੀ। ਤੇ ਇੱਦਾਂ ਹੀ 10ਵੀਂ ਤੋਂ ਬਾਅਦ ਖੈਰ ਮੈਂ ਜਿਹੜੇ 2 ਮਹੀਨੇ ਦਾ ਕੰਮ ਇੱਧਰ ਉੱਧਰ ਫੁਟਕਲ ਜੇ ਕੀਤੇ। ਤੇ ਜਦੋਂ ਫਿਰ ਮੈਂ ਉਸ ਤੋਂ ਬਾਅਦ +1 ਦੀ ਪੜ੍ਹਾਈ ਜਦੋਂ ਕੰਟੀਨਿਊ ਨਹੀਂ ਕਰ ਸਕਿਆ ਮੈਂ, ਤੇ ਮੈਂ +1 ਵੈਸੇ ਉੱਥੋਂ ਲਾਡੋਵਾਲੀ ਰੋਡ ਸਕੂਲ ਜਲੰਧਰ ਤੋਂ ਕੀਤੀ ਸੀ ਜੀ। ਤੇ ਉਹ ਮੇਰਾ ਸਾਲ ਖਰਾਬ ਹੋ ਗਿਆ ਇੱਕ। ਫਿਰ ਮੈਨੂੰ ਲੱਗਾ ਕਿ ਮੈਂ ਘਰਦਿਆਂ ਦਾ ਬੜਾ ਨੁਕਸਾਨ ਕਰਤਾ। ਫਿਰ ਮੈਂ ਪ੍ਰਾਈਵੇਟ ਐਗਜ਼ਾਮ ਭਰੇ ਤੇ ਨਾਲ ਸੋਚਿਆ ਵੀ ਹੁਣ ਨੁਕਸਾਨ ਨਹੀਂ ਕਰਨਾ, ਹੁਣ ਇਹਨਾਂ ਲਈ ਕੁਝ ਕਰਨਾ ਹੈ। ਫਿਰ ਮੈਂ ਕਰਤਾਰਪੁਰ ਸਬ ਤਹਿਸੀਲ ਦੇ ਬਾਹਰ ਬੈਠ ਕੇ ਇੱਕ ਉੱਥੇ ਅਰਜੀ ਨਵੀਸ ਉੱਪਲ ਸਾਹਿਬ ਹੁੰਦੇ ਸੀ, ਸਰਦਾਰ ਜਗਦੀਸ਼ ਸਿੰਘ ਉੱਪਲ, ਉਹਨਾਂ ਕੋਲ ਮੈਂ ਲੱਗ ਗਿਆ ਸੀ ਉੱਥੇ। ਤੇ ਫਿਰ ਮੈਂ 2 ਸਾਲ ਉੱਥੇ ਬਿਆਨੇ ਪਰ ਨੋਟ ਲਿਖੇ, ਲੋਕਾਂ ਦੇ ਅਰਜ਼ੀਆਂ, ਰਹਿਨਨਾਮੇ, ਆੜ ਰਹਿਨਨਾਮੇ, ਤਲਾਕਨਾਮੇ, ਖਰਾਬੇ ਔਰ ਪਰ ਨੋਟ, ਬਹੁਤ ਕੁਝ ਲਿਖਿਆ ਲੋਕਾਂ ਦਾ ਉਦੋਂ ਮੈਂ। ਤੇ ਫਿਰ ਮੈਨੂੰ 5-7 ਰੁਪਏ ਰੋਜ਼ ਦੀ ਦਿਹਾੜੀ ਮਿਲਦੀ ਹੁੰਦੀ ਸੀ, ਉਹ ਆ ਕੇ ਡੈਡੀ ਨੂੰ ਦਿੰਦਾ ਹੁੰਦਾ ਸੀ। ਤੇ ਪਰ ਉਹ ਮੈਨੂੰ ਕਦੇ ਉਸ ਚੀਜ਼ ਦਾ ਮਲਾਲ ਨਹੀਂ, ਜਦ ਤੱਕ ਜ਼ਿੰਦਗੀ ਤੁਹਾਨੂੰ ਹੰਗਾਲ ਕੇ ਨਹੀਂ ਨਾ ਕੱਢਦੀ ਪਾਣੀ 'ਚੋਂ, ਤੁਸੀਂ ਨਿਖਰ ਕੇ ਨਹੀਂ ਆਉਂਦੇ। ਸਹੀ ਗੱਲ ਹੈ, ਠੀਕ ਹੈ ਨਾ। ਉਹ ਜ਼ਿੰਦਗੀ ਹੰਗਾਲ ਰਹੀ ਸੀ ਉਸ ਵੇਲੇ, ਤੇ ਬਥੇਰਾ ਉਹਨੇ ਹੰਗਾਲਿਆ, ਛੰਡਿਆ, ਨਿਚੋੜਿਆ, ਤੇ ਫਿਰ ਹੀ ਨਿੱਤਰ ਕੇ ਔਰ ਨਿਖਰ ਕੇ ਸਾਹਮਣੇ ਆਏ। ਤੇ ਉਹ ਫਿਰ ਜਿਹੜਾ ਸਮਾਂ ਸੀ ਉਦੋਂ ਨਾਲ ਇਹ ਵੀ ਸੀਗਾ ਵੀ ਘਰਦਿਆਂ ਦੀ ਸਪੋਰਟ ਕਰਕੇ ਨਾਲ ਪੈਰਲਰ ਆਪਣਾ ਅੱਗਾ ਕਿਵੇਂ ਸਵਾਰਨਾ। ਉਹਦੇ ਲਈ ਫਿਰ ਮੈਂ ਜਦੋਂ ਆ ਜਾਂਦਾ ਹੁੰਦਾ ਸੀ ਕਰਤਾਰਪੁਰ ਤੋਂ ਲੋਕਲ ਬੱਸ 'ਤੇ ਵਾਪਸ ਜਲੰਧਰ, ਫਿਰ ਮੈਂ APJ ਕਾਲਜ, ਯਾਨੀ ਕਿ ਉਦੋਂ ਉਹਨੂੰ ਰਾਜੇਸ਼ਵਰੀ ਕਲਾ ਸੰਗਮ ਕਹਿੰਦੇ ਸੀ, ਈਵਨਿੰਗ ਕਲਾਸਾਂ ਲੱਗਦੀਆਂ ਸੀ, ਉਹਦੇ 'ਚ ਮੈਂ ਫਿਰ ਡਰਾਮਾ ਕਲਾਸ ਲਾਉਂਦਾ ਹੁੰਦਾ ਸੀ। ਫਿਰ ਆ ਕੇ 2-3 ਘੰਟੇ ਉੱਥੇ ਡਰਾਮਾ ਕਲਾਸ 'ਚ ਪ੍ਰੈਕਟਿਸ ਕਰਨੀ। ਉਸ ਤੋਂ ਬਾਅਦ ਅਸੀਂ ਆਪਣਾ ਇੱਕ ਗਰੁੱਪ ਬਣਾਇਆ ਹੁੰਦਾ ਸੀ, ਰਹਿਨੁਮਾ ਕਲੱਬ ਜੀ। ਉਹਦੇ ਫਿਰ ਅਸੀਂ ਥੀਏਟਰ ਕਰਨ, ਆਪਣੀ ਰਿਹਰਸਲ ਕਰਨ ਚਲੇ ਜਾਣਾ, ਫਿਰ 1-2 ਘੰਟੇ ਡਰਾਮੇ ਦੀ ਰਿਹਰਸਲ ਕਰਨੀ, ਫਿਰ ਰਾਤ ਨੂੰ ਘਰ ਜਾ ਵੜਨਾ। ਤੇ ਘਰਦਿਆਂ ਨੂੰ ਵੀ ਪਤਾ ਹੁੰਦਾ ਸੀ ਰੂਟੀਨ ਹੈ, ਜ਼ਿਆਦਾ ਫਿਕਰ ਨਹੀਂ ਸੀ ਕਰਦੇ ਹੁੰਦੇ ਵੀ 9-10 ਵਜੇ ਤੱਕ ਆ ਜਾਣਾ। ਬਿਲਕੁਲ। ਤੇ ਰੋਟੀ ਰਾਟੀ ਜੀ ਖਾ ਕੇ ਤੇ ਫਿਰ ਸਵੇਰੇ ਕਰਤਾਰਪੁਰ ਨਿਕਲ ਜਾਣਾ ਜੀ। ਸੋ ਮੈਂ ਹਮੇਸ਼ਾ ਹੀ ਕਹਿੰਦਾ, ਮੈਨੂੰ ਕੋਈ ਇਸ ਚੀਜ਼ ਦੀ ਨਾ ਤਾਂ ਹਮਦਰਦੀ ਚਾਹੀਦੀ ਆ, ਉਹ ਹੋ ਬੜੀ ਮਿਹਨਤ ਕੀਤੀ, ਆਏ ਹਾਏ ਹਾਏ ਬੜਾ ਔਖਾ ਸਮਾਂ ਆਪਣੇ ਲਈ ਦੇਖਿਆ ਸੀ, ਆਪਣੇ ਸੁਪਨੇ ਪੂਰੇ ਕਰਨ ਲਈ ਦੇਖਿਆ ਸੀ। ਔਰ ਉਹਦੇ 'ਚ ਕਿਸੇ ਨੇ ਨਹੀਂ ਸੀ ਕਿਹਾ ਵੀ ਮੈਂ ਇੱਦਾਂ ਤੰਗ ਹੋਵਾਂ, ਪਰ ਮੈਨੂੰ ਪਤਾ ਸੀ ਕਿ ਇਹਨਾਂ ਤੰਗੀਆਂ 'ਚੋਂ ਲੰਘ ਕੇ ਜੋ ਅੱਗੇ ਸਕੂਨ ਮਿਲੇਗਾ ਨਾ, ਮੇਰਾ ਵਿਸ਼ਵਾਸ ਸੀ। ਬਿਲਕੁਲ। ਉਹ ਵਿਸ਼ਵਾਸ ਮੈਨੂੰ ਮਿਹਨਤ ਕਰਾਉਂਦਾ ਰਿਹਾ ਮੇਰੇ ਕੋਲੋਂ। ਮੈਂ ਘਰਦਿਆਂ ਦਾ ਕਦੇ ਆਖਾ ਨਹੀਂ ਮੋੜਿਆ, ਕਦੇ ਉਹਨਾਂ ਦਾ ਦਿਲ ਨਹੀਂ ਤੋੜਿਆ ਵੀ ਇਹ ਕਿਹੜੇ ਕੰਮ 'ਚ ਪੈ ਗਿਆ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਕੰਪਲੀਟ ਮੈਂ ਦੇ ਰਿਹਾ ਜੋ ਮੇਰਾ ਹੱਕ ਬਣਦਾ, ਫਰਜ਼ ਬਣਦਾ, ਤੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਵੀ ਆਪਣਾ ਫਰਜ਼ ਅਦਾ ਕਰ ਰਿਹਾ ਸੀ। ਵਿਸ਼ਵਾਸ ਤੇ ਦ੍ਰਿੜ ਰਹੇ
ਤਾਂ ਅੱਜ ਜਿਸ ਮੁਕਾਮ ਤੇ ਤੁਸੀਂ ਹੈਗੇ ਹੋ, ਬਾਕੀ ਅੱਜ ਤੁਸੀਂ ਆਪਣੇ ਆਪ ਤੇ ਮਾਣ ਮਹਿਸੂਸ ਵੀ ਕਰਦੇ ਹੋ, ਸਾਨੂੰ ਵੀ ਮਾਣ ਮਹਿਸੂਸ ਹੁੰਦਾ। ਦੂਰਦਰਸ਼ਨ ਦੇ ਲੜੀਵਾਰਾਂ ਦੇ ਵਿੱਚ ਪਹਿਲੀ ਵਾਰ ਬ੍ਰੇਕ ਜਦੋਂ ਮਿਲਿਆ, ਉਦੋਂ ਕੀ ਐਕਸਾਈਟਮੈਂਟ ਸੀ? ਮੈਂ ਉਦੋਂ ਮੇਰੇ ਖਿਆਲ ਨਾਲ 18-19 ਸਾਲਾਂ ਦਾ ਸੀ। ਬ੍ਰੇਕ ਲੜੀਵਾਰ ਨਹੀਂ ਸੀ, ਪਹਿਲਾਂ ਇੱਕੋ ਹੀ ਸਿੰਗਲ ਐਪੀਸੋਡ ਸੀ, ਚੈਂਪੀਅਨ ਜੀ। ਉਹਦੇ 'ਚੋਂ ਮੈਂ ਟ੍ਰੇਨ ਨਾਲ ਭੱਜਦਾ ਹੁੰਦਾ, ਐਥਲੀਟ ਅਜੈਬ ਸਿੰਘ ਕਿੱਦਾਂ ਉਹਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਖਰਾਬ ਕਰਦਾ। ਉਹਨੇ ਨੈਸ਼ਨਲ ਖੇਡਣ ਜਾਣਾ ਹੁੰਦਾ, ਪਰ ਉਹਨੂੰ ਸਪੋਰਟਸ ਅਫਸਰ ਨੂੰ ਸੀ ਕਿ ਮੇਰਾ ਮੁੰਡਾ ਦੂਜੇ ਨੰਬਰ 'ਤੇ ਹੈ ਅਤੇ ਉਹ ਖੇਡਣ ਜਾਵੇ। ਉਹ ਕਿਵੇਂ ਉਹਨੂੰ ਖੱਜਲ ਕਰਦਾ ਕਿ ਫਾਈਨਲੀ ਉਹਦੀ ਐਂਟਰੀ ਨਹੀਂ ਜਾ ਪਾਉਂਦੀ, ਅਤੇ ਫਿਰ ਉਹਦਾ ਮੁੰਡਾ ਅੱਗੋਂ ਨੈਕਸਟ ਨੰਬਰ ਉਹਦੇ ਮੁੰਡੇ ਦਾ ਸੀ, ਉਹਨੂੰ ਭੇਜਣਾ ਚਾਹੁੰਦਾ। ਉਹ ਡਰਾਮਾ ਬੜਾ ਪਾਪੂਲਰ ਹੋਇਆ ਸੀ, ਮੈਨੂੰ ਲੱਗਦਾ ਹੁਣ ਵੀ ਅੱਜ ਤੱਕ ਵੀ ਰਿਪੀਟ ਹੁੰਦਾ ਉਹ ਇੰਨੇ ਸਾਲਾਂ ਬਾਅਦ ਵੀ, ਜਦ ਕਿ 90 ਦੀ ਗੱਲ ਹੈ। ਅਤੇ ਮਤਲਬ ਲੱਖਾਂ ਵਿਊਜ਼ ਨੇ ਉਹਦੇ, ਕਈ ਮਿਲੀਅਨ ਵਿਊਜ਼ ਹੋਣਗੇ ਉਸ ਡਰਾਮੇ ਦੇ। ਅਤੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਉਹ ਜਿਹੜੀ ਬ੍ਰੇਕ ਸੀ ਉਹ ਐਜ਼ ਐਨ ਐਕਟਰ ਮੇਰੀ ਪਹਿਲੀ ਬ੍ਰੇਕ ਸੀ। ਉਸ ਤੋਂ ਪਹਿਲਾਂ ਮੈਂ ਛੋਟੇ ਛੋਟੇ ਪ੍ਰੋਗਰਾਮ TV 'ਤੇ ਜਮਾਂ ਤਰੰਗ ਵਗੈਰਾ 'ਚ ਕਰ ਚੁੱਕਾ ਸੀ, ਪਰ ਉਹਨੂੰ ਮੈਂ ਸਹੀ ਬ੍ਰੇਕ ਮੰਨਦਾ। ਜਿਹੜਾ ਚੈਂਪੀਅਨ ਨਾਟਕ 'ਚ ਮੈਨੂੰ ਲੀਡ ਰੋਲ ਮਿਲਿਆ ਸੀ, ਉਹ ਮੇਰੀ ਸਹੀ ਬ੍ਰੇਕ ਸੀ। ਉਸ ਤੋਂ ਬਾਅਦ ਫਿਰ ਚਾਚਾ ਰੌਣਕੀ ਰਾਮ ਜੀ ਦੇ ਨਾਲ, ਇਹ 90 ਦੀ ਜੀ, 90। ਫਿਰ ਚਾਚਾ ਰੌਣਕੀ ਰਾਮ ਜੀ ਦੇ ਨਾਲ ਸਾਥ ਬਣਿਆ, ਮੇਰੇ ਮੈਂਟਰ ਨੇ ਉਹ। ਅਤੇ ਸਮੇਂ-ਸਮੇਂ 'ਤੇ ਬੜੇ ਲੋਕਾਂ ਨੇ ਗਾਈਡ ਕੀਤਾ ਮੈਨੂੰ। ਅਸ਼ਵਨੀ ਭਾਰਦਵਾਜ ਜੀ, ਮੈਨੂੰ ਮੈਂ ਸਭ ਤੋਂ ਪਹਿਲਾਂ 10ਵੀਂ ਤੋਂ ਬਾਅਦ ਉਹਨਾਂ ਕੋਲ ਕੈਂਪ ਲਾਇਆ ਸੀ ਨਿੱਕੂ ਪਾਰਕ ਐਕਟਿੰਗ ਦਾ। ਫਿਰ ਉਹਨਾਂ ਤੋਂ ਬਾਅਦ ਰਾਜਕੁਮਾਰ ਤੁਲੀ ਸਾਹਿਬ, ਸੁਰੇਸ਼ ਸਾਗਰ ਸਾਹਿਬ, ਮਰਹੂਮ ਸੁਰੇਸ਼ ਸਾਗਰ ਸਾਹਿਬ, ਇਹਨਾਂ ਸਾਰਿਆਂ ਤੋਂ ਹੁੰਦਾ ਹੋਇਆ ਫਾਈਨਲੀ ਮੈਂ ਵਿੱਕੀ ਭਾਜੀ ਯਾਨੀ ਚਾਚਾ ਰੌਣਕੀ ਰਾਮ ਜੀ ਕੋਲ ਪਹੁੰਚਿਆ ਸੀ। ਅਤੇ ਹੀ ਇਜ਼ ਮਾਈ ਮੈਂਟਰ। ਅਤੇ ਉਹਨਾਂ ਨੇ ਮੈਨੂੰ ਦੂਰਦਰਸ਼ਨ 'ਤੇ ਕਾਫੀ ਹੌਸਲਾ ਅਫਜ਼ਾਈ ਕੀਤੀ ਮੇਰੀ, ਅਤੇ ਮੇਰਾ ਮਨੋਬਲ ਕਦੇ ਟੁੱਟਣ ਨਹੀਂ ਦਿੱਤਾ। ਹਾਲਾਂਕਿ ਸਟਰਗਲ ਮੈਂ ਆਪਣੀ ਆਪ ਹੀ ਕੀਤੀ ਹੈ, ਕਿਉਂਕਿ ਨਾ ਉਹ ਸਿਫਾਰਿਸ਼ ਕਰਦੇ ਸੀ, ਨਾ ਸਿਫਾਰਿਸ਼ ਦੇ ਹੱਕ 'ਚ ਸੀ। ਬਿਲਕੁਲ। ਪਰ ਉਹ ਇੰਨਾ ਮਨੋਬਲ ਮੇਰਾ ਬਣਾ ਕੇ ਰੱਖਿਆ। ਨਾਲ ਨਾਲ ਮੈਨੂੰ ਆਪਣੇ ਪ੍ਰੋਗਰਾਮਾਂ 'ਤੇ ਲਿਜਾਣ ਲੱਗ ਗਏ ਜੀ, ਅਤੇ ਉਹ ਮੈਨੂੰ ਉੱਥੋਂ ਵੀ ਕੋਈ 200-300 ਰੁਪਈਆ ਮਿਲ ਜਾਣਾ, ਉਹ ਵੀ ਲਿਆ ਕੇ ਮੈਂ ਘਰ ਦੇ ਦੇਣਾ। ਫਿਰ ਘਰਦਿਆਂ ਨੂੰ ਚੁੱਭਦਾ ਨਹੀਂ ਸੀ ਭਈ ਇਹ ਕਿਉਂ ਜਾਂਦਾ, ਉਹਨਾਂ ਨੂੰ ਸੀਗਾ ਵੀ ਕੰਮ ਕਰਦਾ ਕੁਛ ਲਿਆ ਕੇ ਦਿੰਦਾ ਹੀ ਆ ਨਾ, ਅਤੇ ਬਾਕੀ ਜੋ ਕਰਦਾ ਸ਼ੌਕ ਪੂਰਾ ਕਰੀ ਜਾਵੇ, ਸਾਨੂੰ ਕੀ ਕਹਿੰਦਾ। ਸੋ ਐਂ ਹੀ ਜ਼ਿੰਦਗੀ ਚੱਲਦੀ ਗਈ ਜੀ। ਜਦੋਂ ਅਸੀਂ ਦੂਰਦਰਸ਼ਨ ਦੇਖਣਾ ਸ਼ੁਰੂ ਕੀਤਾ, ਮੇਰੇ ਖਿਆਲ 'ਚ ਮੈਂ ਸੁਰਤ ਸੰਭਾਲੀ ਆ, ਉਦੋਂ ਪਰਛਾਵੇਂ ਤੁਹਾਡਾ ਲੜੀਵਾਰ ਚੱਲਦਾ ਹੁੰਦਾ ਸੀ। ਉਸ ਕਰੈਕਟਰ ਦੀ ਛਾਪ ਹਾਲੇ ਵੀ ਮਨ 'ਚ ਹੈ। ਉਦੋਂ ਬਹੁਤਾ ਨਹੀਂ ਜਾਣਦੇ ਹੁੰਦੇ ਸੀ, ਤਾਂ ਹੀ ਲੱਗਦਾ ਹੁੰਦਾ ਸੀ, ਪਰ ਉਹ ਮੇਰੇ ਜਿਹੇ ਲੱਖਾਂ ਹਜ਼ਾਰਾਂ ਜਿਹੜੇ ਹੈਗੇ ਨੇ ਉਹਨਾਂ ਦੇ ਮਨਾਂ 'ਤੇ ਹੈਗੀ ਆ। ਉਸ ਵੇਲੇ ਦੇ ਜਿਵੇਂ ਬਲਕਰਨ ਬਰਾੜ ਭਾਜੀ ਹੋ ਗਏ, ਉਹ ਵੀ ਸਾਨੂੰ ਯੂਨੀਵਰਸਿਟੀ 'ਚ ਮਿਲਦੇ ਰਹਿੰਦੇ ਆ। ਅਤੇ ਉਸ ਤੋਂ ਬਾਅਦ ਅੱਗੇ ਲੜੀਵਾਰ ਚੱਲਦਾ ਰਿਹਾ ਸਫ਼ਰ। ਫਿਲਮਾਂ ਦੇ ਵਿੱਚ ਫਿਰ ਸਬੱਬ ਬ੍ਰੇਕ ਕਿੱਦਾਂ ਮਿਲਿਆ? ਹਾਂਜੀ ਬਿਲਕੁਲ ਜੀ, ਜਦੋਂ ਮੈਂ ਪਹਿਲਾ ਡਰਾਮਾ ਕੀਤਾ, ਫਿਰ ਉਸ ਤੋਂ ਬਾਅਦ ਹੋਰ ਵੀ ਮੈਨੂੰ ਉੱਥੋਂ ਆਫਰਸ ਦੂਰਦਰਸ਼ਨ ਤੋਂ। ਮੇਰੇ ਉਸ ਡਰਾਮੇ ਤੋਂ ਬਾਅਦ ਕਦੀ ਸਰਦਾਰਜੀਤ ਬਾਵਾ ਜੀ ਨੇ ਕਿਸੇ ਸੀਰੀਅਲ 'ਚ ਲੈ ਲਿਆ, ਕਦੇ ਦੀਦ ਸਾਹਿਬ ਨੇ ਕਹਿਤਾ ਕੁਛ ਕਰਦੇ ਆ। ਫਿਰ ਮੇਰੀ ਉੱਥੇ ਥੋੜ੍ਹੀ ਵੈਲਿਊ ਜੀ ਬਣ ਗਈ ਦੂਰਦਰਸ਼ਨ 'ਚ, ਕਿਉਂਕਿ ਬੜਾ ਪਾਪੂਲਰ ਡਰਾਮਾ ਸੀ ਉਹ ਚੈਂਪੀਅਨ। ਫਿਰ ਵਰਾਇਟੀ ਪ੍ਰੋਗਰਾਮ ਰੌਣਕ ਮੇਲਾ ਕਰਨ ਲੱਗ ਗਏ ਅਸੀਂ ਚਾਚਾ ਜੀ ਦੇ ਨਾਲ, ਅਤੇ ਫਿਰ ਨਵੇਂ ਸਾਲ ਦੇ ਪ੍ਰੋਗਰਾਮ ਹੈ ਨਾ ਕਦੇ ਕਰਨੇ। ਫਿਰ ਉੱਥੇ ਥੋੜ੍ਹਾ ਜਿਹਾ ਇੰਪੋਰਟੈਂਟ ਪਾਰਟ ਬਣ ਗਿਆ ਸੀ ਦੂਰਦਰਸ਼ਨ ਦਾ ਮੈਂ। ਅਤੇ ਫਿਰ ਉਹ ਜਿਹੜੇ ਲੋਕ ਮੈਨੂੰ ਸ਼ਾਇਦ ਉਦੋਂ ਬਹੁਤਾ ਸਮਝਦੇ ਵੀ ਨਹੀਂ ਸੀ, ਜਾਂ ਇੱਕ ਹਾਲਾਤਾਂ ਦੇ ਮੁਤਾਬਕ ਥੋੜ੍ਹੀਆਂ ਦੂਰੀਆਂ ਵੀ ਸੀਗੀਆਂ ਕਈ ਵਾਰੀ, ਪਰ ਉਹ ਲੋਕਾਂ ਨੇ ਵੀ ਫਿਰ ਫਾਈਨਲੀ ਕਦਰ ਪਾਈ ਮੇਰੀ। ਅਤੇ ਮੇਰਾ ਜਿਹੜਾ ਮੈਨੂੰ ਰਵੀਦੀਪ ਜੀ ਨੇ ਉਹ ਸੀਰੀਅਲ ਦਿੱਤਾ ਸੀ ਪਰਛਾਵੇਂ, ਉਹ ਓਮ ਪ੍ਰਕਾਸ਼ ਗਾਸੋ ਸਾਹਿਬ ਦੇ ਨਾਵਲ 'ਤੇ ਸੀ, ਬੁਝ ਰਹੀ ਬੱਤੀ ਦਾ ਚਾਨਣ। ਅਤੇ ਉਹਦੇ 'ਚ ਫਿਰ ਉਹ ਜਿਹੜਾ ਮੁੱਖ ਪਾਤਰ ਸੀ ਬੁਲਾਰਾ ਜਿਹਨੂੰ ਕਹਿੰਦੇ ਸੀ, ਅਤੇ ਮਤਲਬ ਉੱਧਰ ਆਪਣੇ ਨਾਮ ਹੁੰਦਾ ਮੋਸਟਲੀ ਹੈ ਨਾ ਮਾਲਵੇ 'ਚ ਬੁਲਾਰਾ ਹੈ ਨਾ, ਅਤੇ ਬੁਲਾਰਾ ਦਾ ਹੀ ਸ਼ਾਇਦ ਉਹ ਸਲੈਂਗ ਹੈ ਬੁਲਾਰਾ, ਜਾਂ ਜੋ ਵੀ ਕਹਿ ਲਓ ਉਹਨੂੰ। ਅਤੇ ਉਹ ਇੰਨਾ ਡਰਾਮਾ ਪਾਪੂਲਰ ਹੋਇਆ। ਪਹਿਲੋਂ ਕਿਤਾਬ ਦੇ ਉੱਤੇ ਉਹ ਸੀਰੀਅਲ ਬਣਿਆ, ਫਿਰ ਸੀਰੀਅਲ ਦੇ ਉੱਤੇ ਦੁਬਾਰਾ ਗਾਸੋ ਸਾਹਿਬ ਨੇ ਕਿਤਾਬ ਲਿਖੀ, ਉਹ ਕਿਤਾਬ ਦਾ ਨਾਂ ਸੀ ਪਰਛਾਵੇਂ। ਅਤੇ ਫਿਰ ਉਸ ਪਾਤਰ ਦੇ ਉੱਤੇ ਮੁੰਡਾ ਗੁਰਪ੍ਰੀਤ ਸਹਿਜੀ ਹੈ, ਉਹਨੇ ਕਿਤਾਬ ਲਿਖੀ ਹੈ, ਬੁਲਾਰਾ ਉਹਨੇ ਕਿਤਾਬ ਲਿਖੀ ਹੈ ਉਸ ਪਾਤਰ ਦੇ ਉੱਤੇ। ਅਤੇ ਉਹ ਕਾਫੀ ਪਾਪੂਲਰ ਸੀਰੀਅਲ ਹੋਇਆ। ਉਸ ਤੋਂ ਬਾਅਦ ਤਾਂ ਫਿਰ ਮੈਂ ਦੂਰਦਰਸ਼ਨ 'ਤੇ ਕਾਫੀ ਕੰਮ ਕੀਤਾ, ਪਰ ਫਿਰ ਸੈਟੇਲਾਈਟ ਚੈਨਲਸ ਆ ਗਏ ਹੌਲੀ ਹੌਲੀ। ਉੱਥੇ ਮੇਰਾ ਸ਼ੋਅ ਹੁੰਦਾ ਸੀ ਘੁੱਗੀ ਐਕਸਪ੍ਰੈਸ, ਉਹ ਬੜਾ ਪਾਪੂਲਰ ਹੋਇਆ। ਇੱਕ ਲੋਰੀ ਸੀਰੀਅਲ ਬੜਾ ਪਾਪੂਲਰ ਹੋਇਆ। ਉਹ ਚੱਲਦੇ ਚੱਲਦੇ ਜੀ ਫਿਰ ਸਰਦਾਰ ਮਨਮੋਹਨ ਸਿੰਘ ਹੋਣਾ ਨੇ ਇੱਕ ਦਿਨ ਆਵਾਜ਼ ਮਾਰ ਲਈ, ਜੀ ਆਇਆਂ ਨੂੰ ਫਿਲਮ ਉਹ ਬਣਾ ਰਹੇ ਸੀ, ਅਤੇ ਉਹਦੇ 'ਚ ਮੇਰਾ ਟਰੈਵਲ ਏਜੰਟ ਦਾ ਰੋਲ ਸੀ। ਉਦੋਂ ਫਿਰ ਮੇਰਾ ਇਹ ਸਫ਼ਰ ਸ਼ੁਰੂ ਹੁੰਦਾ ਜੀ ਫਿਲਮਾਂ ਦਾ। ਜੀ ਆਇਆਂ ਨੂੰ ਜੀ ਗੱਲ ਕਰੀਏ ਤਾਂ ਜੀ ਆਇਆਂ ਨੂੰ ਪੰਜਾਬੀ ਸਿਨੇਮਾ ਦੀ ਟਰਨਿੰਗ ਪੁਆਇੰਟ ਇੱਕ ਫਿਲਮ ਸੀ। ਉਸ ਤੋਂ ਪਿਛਲਾ ਜਿਹੜਾ ਦੌਰ ਸੀ ਉਹ ਹੋਰ ਤਰ੍ਹਾਂ ਦੀਆਂ ਫਿਲਮਾਂ ਦਾ ਸੀ। ਮਨ ਜੀ ਨੇ, ਹਰਭਜਨ ਭਾਜੀ ਨੇ
ਬਹੁਤ ਸੋਹਣਾ ਸਾਨੂੰ ਇੱਕ ਸੋਹਣਾ ਸਿਨੇਮਾ ਦਿੱਤਾ। ਤੁਹਾਡਾ ਟਰੈਵਲ ਏਜੰਟ ਦਾ ਉਹ ਹਲੇ ਵੀ ਡਾਇਲੌਗ ਯਾਦ ਨੇ, ਠਾਦ ਨੇ ਵੀਜ਼ਾ ਦੇਈਦਾ, ਇੱਕ ਨੰਬਰ ਦਾ ਕੰਮ ਇੱਕ ਨੰਬਰ ਦਾ ਕੰਮ ਕੀਤਾ, ਰਸੀਦ ਕੱਟ ਕੇ ਦੇਈਦੀ ਹੈ। ਇਸ ਤਰ੍ਹਾਂ ਦੇ ਭਾਜੀ ਬਹੁਤ ਸਾਰੇ ਡਾਇਲੌਗ ਨੇ ਜਦੋਂ ਅਸੀਂ ਨਾ ਦੇਖਦੇ ਹੁੰਦੇ ਸੀਗੇ। ਮੈਂ ਤੁਹਾਡਾ ਉਹ ਸਕਿੱਟ ਵਾਲੇ ਵੀ ਯਾਦ ਆ, ਇੱਕ ਬੱਚਾ ਕਹਿੰਦਾ ਹੁੰਦਾ ਤੇਰਾ ਨਾਮ ਘੁੱਗੀ ਬੜਾ ਉਦੋਂ ਦੂਰਦਰਸ਼ਨ ਤੇ ਸਭ ਤੋਂ ਹਿੱਟ ਸੀ ਉਹ ਵਾਲਾ ਤਾਂ। ਇਹਦੇ 'ਚ ਇੱਦਾਂ ਜੀ ਕਿ ਦੇਖੋ, ਜਿਹੜਾ ਤੁਸੀਂ ਫਿਲਮ ਦੀ ਗੱਲ ਕਰਦੇ ਹੋ ਨਾ, ਮੈਂ ਨਹੀਂ ਕਹਿੰਦਾ ਕਿ ਉਹ ਸਿਨੇਮੇ ਦਾ ਟਰਨਿੰਗ ਪੁਆਇੰਟ ਸੀ, ਨਵਾਂ ਯੁੱਗ ਸ਼ੁਰੂ ਹੋਇਆ ਸੀ ਜੀ ਪੰਜਾਬੀ ਸਿਨੇਮੇ ਦਾ। ਕਿਉਂਕਿ ਉਸ ਤੋਂ ਪਹਿਲਾਂ ਪਿੰਡਾਂ ਦੀ ਪਿੱਠ ਭੂਮੀ 'ਤੇ ਫਿਲਮਾਂ ਬਣਦੀਆਂ ਸੀ, ਅਤੇ ਉਹੀ ਕਿਉਂਕਿ ਸਾਡੇ ਕੋਲ ਉਦੋਂ ਸਬਜੈਕਟ ਜ਼ਿਆਦਾ ਉਹ ਸੀ, ਔਰ ਲੋਕ ਉਹੀ ਜ਼ਿਆਦਾ ਦੇਖ ਕੇ ਉਦੋਂ ਖੁਸ਼ ਹੁੰਦੇ ਸੀ। ਸਮਾਜਿਕ ਵਿਸ਼ਿਆਂ ਦੇ ਉੱਤੇ ਅਜੇ ਬਹੁਤ ਜ਼ਿਆਦਾ ਕੰਮ ਹੋਣਾ ਸ਼ੁਰੂ ਬਣੀਆਂ ਸੀ ਫਿਲਮਾਂ। ਚੰਨ ਪਰਦੇਸੀ, ਲੌਂਗ ਦਾ ਲਿਸ਼ਕਾਰਾ, ਵਾਰਿਸ ਵੀ ਇੱਕ ਤਰ੍ਹਾਂ ਨਾਲ ਪੰਜਾਬੀ ਫਿਲਮ ਹੀ ਸੀ, ਮੜੀ ਦਾ ਦੀਵਾ, ਇੱਦਾਂ ਦੇ ਵਿੱਚ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਪਰ ਉਹ ਕਿਉਂਕਿ ਸਿਨੇਮੇ ਵੀ ਬੜੇ ਘੱਟ ਸੀ, ਕਲੈਕਸ਼ਨ ਜ਼ਿਆਦਾ ਮੰਡੀਆਂ 'ਚ ਹੁੰਦੀ ਸੀ, ਮੰਡੀਆਂ 'ਚ ਲੋਕਾਂ ਨੂੰ ਮੜੀ ਦਾ ਦੀਵਾ ਵਰਗੇ ਸਬਜੈਕਟ ਸਮਝ ਹੀ ਨਹੀਂ ਸੀ ਆਉਂਦੇ, ਹੈ ਨਾ। ਅਤੇ ਲੋਕਾਂ ਨੂੰ, ਅਤੇ ਫਿਰ ਫਿਲਮ ਦਾ ਖਰਚਾ ਉਦੋਂ ਇੰਨਾ ਹੋ ਜਾਂਦਾ ਸੀ ਨਾ ਕਰਦਿਆਂ ਵੀ। ਮੈਨੂੰ ਲੱਗਦਾ ਕਿਉਂਕਿ ਸਿਨੇਮੇ ਜ਼ਿਆਦਾ ਨਾ ਹੋਣ ਕਾਰਨ, ਔਰ ਸਿੰਗਲ ਸਿਨੇਮਾ ਹੋਣ ਕਾਰਨ, ਔਰ ਟਿਕਟਸ ਵੀ ਉਦੋਂ ਬਹੁਤ ਜ਼ਿਆਦਾ ਮਹਿੰਗੇ ਨਾ ਹੋਣ ਕਾਰਨ, ਅਤੇ ਮੈਨੂੰ ਲੱਗਦਾ ਸ਼ਾਇਦ ਫਿਲਮਾਂ ਪੰਜਾਬ 'ਚੋਂ ਪੈਸੇ ਨਹੀਂ ਸੀ ਪੂਰੇ ਕਰ ਪਾਉਂਦੀਆਂ। ਓਵਰਸੀਜ਼ ਮਾਰਕੀਟ ਉਦੋਂ ਹੈ ਨਹੀਂ ਸੀ, ਅਤੇ ਉਸ ਕਰਕੇ ਮੈਨੂੰ ਲੱਗਦਾ ਕਿ ਉਹ ਫਿਲਮਾਂ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹੋਈਆਂ ਕਿ ਅਸੀਂ ਹੋਰ ਵੀ ਅੱਗੋਂ ਹੈ ਨਾ ਬਣਾਈਆਂ ਜਾਣ ਫਿਲਮਾਂ। ਪ੍ਰੋਡਿਊਸਰਸ ਡਰ ਜਾਂਦੇ ਹੋਣਗੇ, ਅਤੇ ਉਹ ਫਿਰ ਥੋੜ੍ਹਾ ਸੌਖੇ ਸਬਜੈਕਟ, ਸਸਤੇ, ਔਰ ਪਿੰਡ 'ਚ ਹੀ ਸ਼ੂਟ ਹੋ ਗਿਆ, ਉੱਥੇ ਹੀ ਰਹਿ ਰੂ ਲਿਆ ਸਾਰਿਆਂ ਨੇ। ਗੁੱਗੂ ਗਿੱਲ ਭਾਜੀ ਨੇ ਕਿਤੇ ਘਰ ਬੈਠੇ ਦੱਸਦੇ ਪਏ ਸੀ ਵੀ ਪਿੰਡ ਦੀ ਉੱਥੇ ਸਰਾਂ 'ਚ ਹੀ ਸਾਰੇ ਰਹਿ ਜਾਂਦੇ ਹੁੰਦੇ ਸੀ, ਹੈ ਨਾ। ਪਿੰਡ 'ਚ ਕਿਸੇ ਦੇ ਘਰਾਂ 'ਚ ਹੀ ਰਹਿ ਰੂ ਜਾਣਾ ਐਕਟਰਾਂ ਨੇ, ਮੋਟਰਾਂ 'ਤੇ ਸੌਂ ਜਾਂਦੇ ਹੁੰਦੇ ਸੀ। ਉਹ ਸਮੇਂ ਹੋਰ ਹੁੰਦੇ ਸੀ। ਫਿਰ ਉਸ ਬਜਟ ਦੀਆਂ ਫਿਲਮਾਂ ਜਿਹੜੀਆਂ ਸੀ ਉਹ ਕਾਮਯਾਬ ਹੋਣ ਲੱਗ ਗਈਆਂ। ਪਰ ਹੁਣ ਇੱਧਰੋਂ ਸਿਨੇਮੇ ਦਾ ਯੁੱਗ ਨਵਾਂ ਆ ਚੁੱਕਾ ਸੀ, ਕੰਪੀਟ ਕਰਨਾ ਬੜਾ ਔਖਾ ਸੀ ਉਸ ਸਿਨੇਮੇ ਦੇ ਨਾਲ। ਉਦੋਂ ਮਨਮੋਹਨ ਸਿੰਘ ਜੀ ਨੇ ਯੁੱਗ ਪਰਿਵਰਤਨ ਕੀਤਾ। ਉਹਨਾਂ ਨੇ ਗਰੈਂਜਰ ਲੈ ਕੇ ਆਏ ਸਿਨੇਮੇ 'ਚ। ਉਦੋਂ ਉਹਨਾਂ ਨੇ ਪੰਜਾਬ ਦੇ ਫਾਰਮ ਹਾਊਸ ਵੀ ਦਿਖਾਏ ਲੋਕਾਂ ਨੇ ਕਿੱਦਾਂ ਬਣਾਏ ਹੋਏ ਨੇ। ਬਾਹਰ ਬੈਠੀ ਆਡੀਅנס ਸਾਡੀ ਜਿਹੜੀ ਅਮਰੀਕਾ ਕੈਨੇਡਾ ਬੈਠੀ, ਉਹਨਾਂ ਦੀਆਂ ਅੱਖਾਂ ਟੱਡੀਆਂ ਗਈਆਂ ਕਿ ਪੰਜਾਬ 'ਚ ਲੋਕਾਂ ਨੇ ਐਡੇ ਐਡੇ ਘਰ ਬਣਾ ਲਏ ਨੇ ਹੁਣ ਸਾਡੇ ਪਿੱਛੋਂ। ਹੁਣ ਪੰਜਾਬ 'ਚ ਲੋਕਾਂ ਨੇ ਸਵਿਮਿੰਗ ਪੂਲ ਵੀ ਘਰਾਂ 'ਚ ਬਣਾਏ ਨੇ। ਉਹਨਾਂ ਨੂੰ ਚਾਅ ਚੜ੍ਹ ਗਿਆ ਵੀ ਇਹ ਤਾਂ ਸਾਡਾ ਪੰਜਾਬ ਤਾਂ ਬਹੁਤ ਸੋਹਣਾ ਹੋ ਗਿਆ। ਉਹਨਾਂ ਦੇ ਦਿਲ ਵੀ ਕਰਨ ਲੱਗ ਪਿਆ ਪੰਜਾਬ ਆਉਣ ਨੂੰ, ਔਰ ਉਹ ਇੱਥੇ ਫਿਰ ਉਹਨਾਂ ਦਾ ਘਰ ਬਣਾਉਣ ਨੂੰ ਵੀ ਦਿਲ ਕਰ ਪਿਆ ਵੀ ਇੱਕ ਘਰ ਤਾਂ ਪੰਜਾਬ 'ਚ ਵੀ ਹੁਣ ਬਣਾਈਏ ਇੱਦਾਂ ਦਾ। ਜਦੋਂ ਬਾਹਰੋਂ ਆਈਏ ਤੇ ਇੱਕ ਫਾਰਮ ਹਾਊਸ ਹੋਵੇ, ਸਵਿਮਿੰਗ ਪੂਲ ਹੋਣ, ਹੈ ਨਾ। ਉਹ ਚੀਜ਼ ਨੇ ਕਨੈਕਟ ਬੜਾ ਵੱਡਾ ਦਿੱਤਾ ਇੱਕ। ਔਰ ਉੱਥੇ ਸਿਨੇਮੇ 'ਚ ਫਿਲਮਾਂ ਲੱਗਣ ਲੱਗ ਗਈਆਂ, ਲੋਕੀ ਚਾਅ ਨਾਲ ਦੇਖਣ ਲੱਗ ਗਏ, ਔਰ ਦੂਜੀ ਆਡੀਅנס ਨੂੰ ਵੀ ਦਿਖਾਉਣ ਲੱਗ ਗਏ ਦੇਖੋ ਸਾਡਾ ਪੰਜਾਬ, ਹੈ ਨਾ। ਅਤੇ ਉਹ ਜਿਹੜੇ ਸਾਵੇਂ ਇੱਕੋ ਸਬਜੈਕਟ 'ਤੇ ਲੜਾਈ ਝਗੜੇ 'ਤੇ ਫਿਲਮਾਂ ਬਣਦੀਆਂ ਸੀ, ਫਿਰ ਉਹ ਸਮਾਜਿਕ ਵਿਸ਼ਿਆਂ 'ਤੇ ਫਿਲਮਾਂ ਬਣਨ ਲੱਗ ਗਈਆਂ ਕਿ ਮੁੰਡਾ ਯੂਨੀਵਰਸਿਟੀ ਪੜ੍ਹਨ ਜਾਂਦਾ ਹੈ ਨਾ, ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ। ਫਿਰ ਉਹਨਾਂ ਕੋਲ ਗੱਡੀਆਂ, ਮੋਟਰਸਾਈਕਲ ਵੀ ਘਰਾਂ 'ਚ ਸ਼ੌਕੀਨਾਂ ਵਾਂਗੂ ਰੱਖੇ ਹੋਏ ਨੇ। ਉਹ ਜਿਹੜਾ ਇੱਕ ਲਾਈਫ ਸਟਾਈਲ ਸਾਹਮਣੇ ਆਇਆ, ਔਰ ਇੱਕ ਬੁੱਧੀਮਤਾ ਜਿਹੜੀ ਆ ਉਹ ਸਿਨੇਮੇ 'ਚ ਸ਼ਾਮਲ ਹੋਈ ਨਾਲ ਆ ਕੇ ਅਲੱਗ ਤਰ੍ਹਾਂ ਦੀ। ਅਤੇ ਉਹ ਮੈਨੂੰ ਲੱਗਦਾ ਕਿ ਉਹਨੇ ਇੱਕ ਨਵਾਂ ਆਯਾਮ ਦਿੱਤਾ ਪੰਜਾਬੀ ਸਿਨੇਮੇ ਨੂੰ। ਕੋਈ ਦੋ ਰਾਏ ਨਹੀਂ ਇਹਦੇ ਵਿੱਚ ਭਾਜੀ ਕਿ ਮਨ ਜੀ ਨੇ ਇੱਕ ਨਵੀਂ ਰੂਹ ਫੂਕੀ ਆ ਪੰਜਾਬੀ ਸਿਨੇਮੇ ਦੇ ਵਿੱਚ। ਤੁਸੀਂ ਸਟਾਰਟਿੰਗ ਕੀਤੀ ਬਤੌਰ ਕਮੇਡੀਅਨ। ਹਾਂਜੀ। ਰੰਗ ਇੱਥੋਂ ਆਪਣੇ ਸਟੇਜ ਤੋਂ, ਉਸ ਤੋਂ ਬਾਅਦ ਕਾਫੀ ਤੁਸੀਂ ਸਟੇਜਾਂ ਕੀਤੀਆਂ ਪੂਰੇ ਪੰਜਾਬ ਭਰ ਦੇ ਵਿੱਚ। ਸਟਾਰਟਿੰਗ ਦੀਆਂ ਜੋ ਫਿਲਮਾਂ ਸੀ ਮਨ ਜੀ ਨਾਲ, ਭਜਨ ਭਾਜੀ ਨਾਲ, ਉਹਨਾਂ 'ਚ ਵੀ ਤੁਸੀਂ ਕਾਮੇਡੀਅਨ ਤੌਰ 'ਤੇ ਕੋ ਆਰਟਿਸਟ ਤੁਸੀਂ ਕੰਮ ਕੀਤਾ। ਪਰ ਤੁਹਾਡੀ ਜਿਹੜੀ ਸ਼ਖਸੀਅਤ ਆ ਉਹ ਜਿਹੜੇ ਕਰੈਕਟਰ 'ਚ ਢਾਲਦੇ ਗਏ। ਜੇ ਤੁਸੀਂ ਇੱਕ ਸੀਰੀਅਸ ਰੋਲ ਕਰਨਾ ਤਾਂ ਉਹਦੇ 'ਚ ਵੀ ਉਵੇਂ ਢਲ ਜਾਂਦੇ ਹੋ, ਕਾਮੇਡੀਅਨ 'ਚ ਵੀ ਢਲ ਜਾਂਦੇ ਹੋ। ਕੁਦਰਤੀ ਗੁਣ ਆ ਜਾਂ ਕੀ ਕਹਿ ਸਕਦੇ ਹੋ ਇਹਨੂੰ ਆਪਦੇ ਬਾਰੇ? ਮੈਂ ਤੁਹਾਨੂੰ ਦੱਸਿਆ ਜੀ ਕਿ ਮੈਂ ਜਿਹੜਾ ਸ਼ੁਰੂ 'ਚ ਥੀਏਟਰ ਕਰਦਾ ਰਿਹਾ ਨਾ, ਮੈਂ ਸਰਦਾਰ ਗੁਰਸ਼ਰਨ ਸਿੰਘ ਉਹਨਾਂ ਨਾਲ ਵੀ ਥੀਏਟਰ ਕੀਤਾ, ਭਾਈ ਮੰਨਾ ਸਿੰਘ ਦੇ ਨਾਲ ਵੀ। ਅਤੇ ਉਹ ਥੀਏਟਰ ਜਿਹੜਾ ਸੀ ਉਹ ਨਾਲ ਕੈਰੀ ਤਾਂ ਕਰ ਹੀ ਰਹੇ ਸੀ ਆਪਾਂ, ਪਰ ਉਹਦੇ ਲਈ ਕੋਈ ਸਕੋਪ ਹੈ ਨਹੀਂ ਸੀ। ਜਦੋਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ, ਪਹਿਲੀਆਂ 1 2 3 ਫਿਲਮਾਂ 'ਚ ਇੱਕ ਕਾਮਿਕ ਕਰੈਕਟਰ ਕੀਤਾ। ਉਸ ਤੋਂ ਪਹਿਲਾਂ ਆਡੀਓ ਆਉਂਦੇ ਹੁੰਦੇ ਸੀ ਕਾਮੇਡੀ ਵਾਲੇ। ਉਸ ਤੋਂ ਪਹਿਲਾਂ ਰੌਣਕ ਮੇਲਾ ਪ੍ਰੋਗਰਾਮ ਲੋਕੀ TV 'ਚ ਦੇਖਦੇ ਸੀ। ਉਹ ਇੱਕ ਛਾਪ ਕਾਮੇਡੀਅਨ ਵਾਲੀ ਲੋਕਾਂ ਦੇ ਦਿਲਾਂ 'ਚ ਸੀ। ਉਹ ਜਿੰਨੇ ਵੀ ਮੇਰੇ ਕੋਲ ਫਿਲਮ ਲੈ ਕੇ ਆਉਣਾ ਤਾਂ ਉਹਨੇ ਮੈਨੂੰ ਮੇਰਾ ਕਾਮਿਕ ਰੋਲ ਹੀ ਸੁਣਾਉਣਾ। ਅਤੇ ਬਤੌਰ ਕਲਾਕਾਰ, ਡਰਾਮਾ ਕਲਾਕਾਰ ਕਹਿ ਲਓ ਜਾਂ ਤੁਸੀਂ ਸੰਜੀਦਾ ਕਲਾਕਾਰ, ਉਦੋਂ ਕੋਈ ਇੰਨਾ ਸਕੋਪ ਵੀ ਨਹੀਂ ਸੀ ਹੁੰਦਾ। ਉਦੋਂ ਇਹ ਸੀਗਾ ਵੀ ਜੇ ਤੁਸੀਂ ਕਲਾਕਾਰੀ ਕਰਨੀ ਹੈ ਤਾਂ ਨਾਲ ਤੁਸੀਂ ਪਟਵਾਰੀ ਲੱਗੇ ਹੋਵੋ, ਟੀਚਰ ਲੱਗੇ ਹੋਵੋ, ਜਾਂ ਬੈਂਕ 'ਚ ਨੌਕਰੀ ਹੋਵੇ, ਜਾਂ ਹੋਰ ਕੁਛ ਨਾ ਉਹਦੇ ਨਾਲ ਦੁਕਾਨ ਹੋਵੇ ਇੱਕ, ਹੈ ਨਾ, ਜਾਂ ਕੋਈ ਛੋਟਾ ਮੋਟਾ ਤੁਸੀਂ ਭਾਵੇਂ ਪ੍ਰਾਈਵੇਟ ਜੋਬ ਕਰਦੇ ਹੋ ਤਾਂ ਨਾਲ ਐਕਟਰ ਹੋ, ਠੀਕ ਹੈ। ਪਰ ਇੱਦਾਂ ਨਹੀਂ ਵੀ ਐਕਟਰ ਹੋ ਤੁਹਾਨੂੰ ਪੈਸੇ ਕਮਾ ਲਓਗੇ। ਬਿਲਕੁਲ। ਉਦੋਂ ਕਾਮੇਡੀ 'ਚ ਪੈਸੇ ਹੈਗੇ ਸੀ ਕਿਉਂਕਿ ਆਡੀਓ ਕੈਸਟ ਕਰਦੇ ਸੀ, ਕੰਪਨੀ ਵਾਲੇ ਪੈਸੇ ਦੇ ਦਿੰਦੇ ਸੀ। ਅੱਛਾ, ਮੇਲਿਆਂ 'ਚ ਲੋਕਾਂ ਨੇ ਬੁਲਾ ਲੈਣਾ, ਉੱਥੇ ਪੈਸੇ ਠੀਕ ਠਾਕ ਮਿਲ ਜਾਂਦੇ ਸੀ। ਘਰੇਲੂ ਫੰਕਸ਼ਨਾਂ 'ਚ ਵੀ ਚਲੇ ਜਾਈਦਾ ਸੀ, ਲੋਕੀ ਸੋਹਣੇ ਪੈਸੇ ਦੇ ਦਿੰਦੇ ਸੀ। ਉਹ ਫਿਰ ਲੱਗਦਾ ਸੀ ਵੀ ਯਾਰ
ਕੰਮ ਇਹ ਠੀਕ ਹੈ ਵੀ ਘੱਟੋ ਘੱਟ ਮੁਸ਼ਕਲਾਂ ਤੇ ਜ਼ਿੰਦਗੀ ਦੀਆਂ ਹੱਲ ਹੋ ਰਹੀਆਂ, ਨਾਲੇ ਹਸਾ ਰਹੇ ਆ ਲੋਕਾਂ ਨੂੰ। ਜਿੱਥੇ ਜਾਂਦੇ ਆ ਖਿੜੇ ਮੱਥੇ ਮਿਲਦੇ ਨੇ, ਜੱਫੀਆਂ ਪਾ ਪਾ ਲੋਕ ਸਤਿਕਾਰ ਦਿੰਦੇ ਆ, ਨਾਲੇ ਪੈਸੇ ਮਿਲਦੇ ਆ, ਨਾਲੇ ਸਾਰੇ ਮਸਲੇ ਹੱਲ ਹੋ ਰਹੇ ਆ। ਪਰ ਸਕੋਪ ਵੀ ਕੋਈ ਨਹੀਂ ਸੀ। ਜੇ ਮੈਂ ਐਜ਼ ਐਨ ਐਕਟਰ ਕੰਮ ਕਰਨਾ ਵੀ ਚਾਹੁੰਦਾ ਤੇ ਉਹ ਕਿਤੇ ਸਕੋਪ ਹੈ ਨਹੀਂ ਸੀ। ਫਿਰ ਉਹ ਵੀ ਚਾਂਸ ਪਹਿਲੀ ਵਾਰੀ ਮਾਂਜੀ ਨੇ ਦਿੱਤਾ। ਉਹਨਾਂ ਫਿਲਮ ਬਣਾਈ ਜਦੋਂ, ਨਹੀਂ ਜੀਆਂ ਨੂੰ ਤਾਂ ਕਾਮਿਕ ਕਰੈਕਟਰ ਸੀ ਨਾ ਜੀ, ਜਦੋਂ ਉਹਨਾਂ ਬਣਾਈ ਫਿਲਮ ਇੱਕ ਕੁੜੀ ਪੰਜਾਬ ਦੀ, ਉਹਦੇ 'ਚ ਲਾਲੀ ਬਾਬੇ ਦਾ ਜਿਹੜਾ ਰੋਲ ਸੀ, ਮੇਰਾ ਸੀਨੀਅਰ ਸਟੂਡੈਂਟ ਯੂਨੀਵਰਸਿਟੀ ਦਾ, ਤੇ ਉਹ ਕਿੱਦਾਂ ਯੂਨੀਵਰਸਿਟੀ 'ਚ ਹੀ ਘੁੰਮਦਾ ਫਿਰਦਾ ਰਹਿੰਦਾ ਹੈ ਤੇ ਉਹਦੀ ਆਪਣੀ ਇੱਕ ਫਕੀਰਾਨਾ ਰੂਹ ਹੈ। ਸੋ ਉਹਦੇ 'ਚ ਲੋਕਾਂ ਨੇ ਬੜਾ ਪਸੰਦ ਕੀਤਾ ਕਿ ਇੱਕ ਅਲੱਗ ਤਰ੍ਹਾਂ ਦਾ ਕਿਰਦਾਰ ਸੀ। ਉਹ ਲੋਕਾਂ ਨੂੰ ਚੇਂਜ ਵੀ ਬੜੀ ਲੱਗੀ ਕਿ ਮੁੰਡੇ ਯੂਕੇ ਦੇ ਤੇ ਉਹ ਜਿਹੜਾ ਕਰੈਕਟਰ ਦਾ ਆਪਸ 'ਚ ਕੋਈ ਮੇਲ ਨਹੀਂ ਹੈਗਾ, ਹੈ ਨਾ। ਤੇ ਫਿਰ ਉਸ ਤੋਂ ਬਾਅਦ ਸਿਲਸਿਲਾ ਚੱਲਿਆ ਜੀ। ਫਿਰ ਪਰ ਮੈਂ ਜ਼ਿੰਦਗੀ 'ਚ ਆਫਰਸ ਮੈਨੂੰ ਡਿਫਰੈਂਟ ਤਰ੍ਹਾਂ ਦੀਆਂ ਆਉਣ ਲੱਗ ਪਈਆਂ, ਪਰ ਉਹ ਕਰੈਕਟਰ ਸਵਾਦ ਦੇ ਨਹੀਂ ਸੀ ਹੁੰਦੇ। ਫਿਰ ਮੈਂ ਕਹਿਣਾ ਨਹੀਂ, ਇਹਦੇ ਨਾਲ ਚੰਗਾ ਤਾਂ ਮੈਂ ਕਾਮੇਡੀ ਕਰਾਂ ਆਪਣੀ, ਹੈ ਨਾ। ਤੇ ਫਿਰ ਮੈਨੂੰ ਮੌਕੇ ਜਦੋਂ ਮਿਲੇ ਨੇ, ਮੈਨੂੰ ਲੱਗਦਾ ਕਿ ਕਾਫੀ ਦੇਰ ਬਾਅਦ, ਜਿੱਦਾਂ ਮੈਂ ਹੁਣ ਕਹਾਂ ਕਿ ਅਸੀਂ ਫਿਲਮ ਕੀਤੀ ਸੀ ਜੱਟ ਜੇਮਸ ਬੌਂਡ, ਬਿਲਕੁਲ ਜੀ, ਉਹਦੇ 'ਚ ਬੜਾ ਸੰਜੀਦਾ ਜਿਹਾ ਡਿਫਰੈਂਟ ਕਰੈਕਟਰ ਸੀ। ਫਿਰ ਕੈਰੀਅਨ ਜੱਟਾਂ ਵਰਗੀਆਂ ਆ ਜਾਂਦੀਆਂ ਸੀ, ਫਿਰ ਕਾਮੇਡੀ ਵਾਲਾ ਕੰਮ ਲੋਕਾਂ ਨੂੰ ਮਿਲ ਜਾਂਦਾ ਸੀ। ਫਿਰ ਅਰਦਾਸ ਫਿਲਮ ਨੇ ਮੇਰੀ ਸਹੀ ਇੱਕ ਪਹਿਚਾਣ ਲੋਕਾਂ ਨੂੰ ਅਲੱਗ ਤਰ੍ਹਾਂ ਨਾਲ ਦਿੱਤੀ ਕਿ ਬਤੌਰ ਐਕਟਰ ਮੈਂ ਉਹਦੇ 'ਚ ਲੋਕਾਂ ਨੂੰ ਪ੍ਰਵਾਨ ਚੜ੍ਹਿਆ ਵੀ ਨਹੀਂ, ਐਕਟਰ ਹੈ ਬੰਦਾ। ਉਸ ਤੋਂ ਬਾਅਦ ਅਰਦਾਸ ਕਰਾਂ, ਫਿਰ ਸਨ ਆਫ ਮਨਜੀਤ ਸਿੰਘ, ਬਹੁਤ ਵੱਡੀ ਫਿਲਮ ਸੀ ਸਾਡੀ ਸਨ ਆਫ ਮਨਜੀਤ ਸਿੰਘ, ਉਹਦੇ 'ਚ ਬੜਾ ਲੋਕਾਂ ਨੇ ਪਸੰਦ ਕੀਤਾ। ਸੋ ਇੱਦਾਂ ਫਿਰ ਦਾਣਾ ਪਾਣੀ ਕਹਿ ਲਓ ਤੁਸੀਂ, ਹੈ ਨਾ। ਹੁਣ ਮੇਰੀ ਫਿਲਮ ਆਈ ਜਿਹੜੀ ਆਪਣੀ ਚੱਲ ਜਿੰਦੀਏ ਜੀ, ਉਹਦੇ 'ਚ ਲੋਕਾਂ ਨੇ ਕਿਰਦਾਰ ਬੜਾ ਪਸੰਦ ਕੀਤਾ ਤੇ ਇੱਦਾਂ ਹੀ ਸਫ਼ਰ ਚੱਲਦਾ ਚੱਲਦਾ ਮਸਤਾਨੇ ਤੱਕ ਆਇਆ ਜੀ। ਅਰਦਾਸ ਦਾ ਜ਼ਿਕਰ ਕੀਤਾ ਭਾਜੀ ਤੁਸੀਂ, ਅਰਦਾਸ ਤੁਹਾਡੇ ਲਈ ਬਹੁਤ ਸਹਾਈ ਸਿੱਧ ਹੋਈ ਹੈ। ਅਰਦਾਸ ਕਰਾਂ, ਔਰ ਜੇ ਮਸਤਾਨੇ ਦੀ ਵੀ ਗੱਲ ਕਰੀਏ ਤਾਂ ਜਦੋਂ ਤੁਸੀਂ ਅਰਦਾਸ ਕਰਦੇ ਹੋ ਉਦੋਂ ਕਲਾ ਵਰਤਦੀ ਹੈ। ਅਰਦਾਸ ਨੂੰ ਕਿੰਨਾ ਕੁ ਮੰਨਦੇ ਹੋ ਵੀ ਹਾਂ ਵਾਕਈ ਅਰਦਾਸ ਹੁੰਦੀ ਹੈ, ਉਹ ਸੁਣਦਾ? ਦੇਖੋ, ਤੁਸੀਂ ਮਸਤਾਨੇ ਫਿਲਮ ਦੇਖ ਲਈ, ਅਰਦਾਸ ਕਰਨ ਦਾ ਜਦੋਂ ਕੁਦਰਤ ਨੇ ਮੈਨੂੰ ਮੌਕਾ ਦਿੱਤਾ ਔਰ ਬਲ ਬਖਸ਼ਿਆ, ਜੋ ਕਲਾ ਵਰਤਦੀ ਤੁਸੀਂ ਥੀਏਟਰਾਂ 'ਚ ਦੇਖਦੇ ਹੋ, ਉੱਥੋਂ ਸਾਬਤ ਨਹੀਂ ਹੋ ਜਾਂਦਾ ਕਿ ਅਰਦਾਸ 'ਚ ਕਿੰਨਾ ਵਿਸ਼ਵਾਸ ਔਰ ਕਿੰਨੀ ਦ੍ਰਿੜਤਾ ਹੋਏਗੀ ਮੇਰੇ ਮਨ ਦੇ ਅੰਦਰ ਵੀ। ਔਰ ਉਹ ਬਤੌਰ ਐਕਟਰ ਨਹੀਂ ਮੈਂ ਕਰ ਰਿਹਾ ਸਟੇਜ ਉੱਥੇ ਜਿਹੜੀ ਅਰਦਾਸ ਕਰ ਰਿਹਾ ਨਾ ਜੀ, ਇਹ ਜੋ ਬਚਪਨ 'ਚ ਰੂਹ 'ਚੋਂ ਲੰਘਿਆ ਹੋਇਆ ਨਾ, ਇਹ ਉੱਥੇ ਉਹ ਵਰਤ ਰਿਹਾ ਸੀ। ਕਿਸੇ ਐਕਟਰ ਨੂੰ ਯਾਦ ਕਰਾ ਦਿਓ ਤੂੰ ਆਹ ਬੋਲਣਾ, ਉਹ ਭਾਵ ਹੀ ਨਹੀਂ ਲਿਆ ਸਕਦਾ ਅੰਦਰ। ਫੇਸ ਐਕਸਪ੍ਰੈਸ਼ਨ ਲਿਆਏਗਾ, ਰੂਹ ਦੇ ਐਕਸਪ੍ਰੈਸ਼ਨ ਕਿੱਥੋਂ ਆਉਣਗੇ? ਬਿਲਕੁਲ, ਆਤਮਾ ਦੇ ਐਕਸਪ੍ਰੈਸ਼ਨ ਤਾਂ ਹੀ ਆਉਣਗੇ ਨਾ ਜੇ ਅੰਦਰੋਂ ਲੰਘੀਆਂ ਹੋਈਆਂ ਚੀਜ਼ਾਂ ਨੇ। ਸਹੀ ਗੱਲ ਹੈ। ਸੋ ਜਿਹੜੇ ਮੈਂ ਬਚਪਨ 'ਚ ਨਗਰ ਕੀਰਤਨਾਂ 'ਚ ਗੱਤਕੇ ਖੇਡੇ, ਉਹ ਕੰਮ ਆਏ। ਕੀ ਬਾਤ ਹੈ। ਜਿਹੜਾ ਅਸੀਂ ਇੰਨੇ ਸਾਲ ਬਚਪਨ 'ਚ ਸ੍ਰੀ ਰਹਿਰਾਸ ਸਾਹਿਬ ਸੇਵਾ ਸੁਸਾਇਟੀ ਚਲਾਈ ਜੀ, ਉਹਦੇ 'ਚ ਅਸੀਂ ਹਰ ਸ਼ਨੀਵਾਰ ਬੱਚੇ ਘਰਾਂ 'ਚ ਜਾ ਕੇ ਪਾਠ ਕਰਦੇ ਹੁੰਦੇ ਸਨ ਰਹਿਰਾਸ ਸਾਹਿਬ ਦਾ, ਤੇ ਉਹ ਕੰਮ ਆਇਆ ਜੀ। ਫਿਰ ਸੰਗਤ ਕੀਤੀ ਚੰਗੇ ਲੋਕਾਂ ਨਾਲ, ਉਹ ਕੰਮ ਆਈ। ਸੋ ਜਿਹੜਾ ਗੁਰਬਾਣੀ 'ਚ ਇੱਕ ਅਟੁੱਟ ਵਿਸ਼ਵਾਸ, ਜਿਹੜਾ ਇੱਕ ਦ੍ਰਿੜਤਾ ਗੁਰਬਾਣੀ ਨੂੰ ਲੈ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜ਼ਿੰਦਗੀ 'ਚ ਕੀਤੀ ਹੈ। ਗੁਰਬਾਣੀ ਦੇ ਤਰਜਮੇ ਜਾਂ ਵਿਆਖਿਆ ਸੁਣਨ ਨਾਲੋਂ ਇਹਨੂੰ ਜਿੰਨਾ ਸਮਝ ਕੇ ਮਜ਼ਾ ਆਉਂਦਾ, ਆਨੰਦ ਆਉਂਦਾ ਨਾ ਜੀ, ਉਹਦਾ ਆਨੰਦ ਮੈਂ ਬਹੁਤ ਜ਼ਿਆਦਾ ਲਿਆ। ਸਹੀ ਗੱਲ ਹੈ। ਉਹ ਚੀਜ਼ ਤੁਹਾਡੇ ਅੰਦਰੋਂ, ਤੁਹਾਡੇ ਚਿਹਰੇ ਤੋਂ, ਤੁਹਾਡੀਆਂ ਅੱਖਾਂ 'ਚੋਂ, ਤੁਹਾਡੇ ਬੋਲਾਂ 'ਚੋਂ, ਤੁਹਾਡੇ ਗਲੇ 'ਚੋਂ ਤਾਂ ਹੀ ਝਲਕ ਸਕਦੀ ਜੇ ਅੰਦਰ ਹੋਵੇ ਤਾਂ। ਸਹੀ ਗੱਲ ਹੈ, ਕਿਉਂਕਿ ਅਰਦਾਸ ਔਰ ਅਰਦਾਸ ਕਰਾਣੇ ਬਹੁਤ ਸਾਰੇ ਲੋਕਾਂ ਦੇ ਨਜ਼ਰੀਏ ਬਦਲੇ ਆ, ਜ਼ਿੰਦਗੀ ਬਦਲੀ ਆ, ਉਹਨਾਂ ਨੂੰ ਜੀਣਾ ਸਿਖਾਇਆ, ਨੈਗੇਟਿਵਿਟੀ 'ਚੋਂ ਬਾਹਰ ਕੱਢਿਆ ਸੀ ਉਹਨਾਂ ਉਸ ਦੌਰ ਦੇ ਵਿੱਚ। ਬਹੁਤ ਸਾਰੇ ਲੋਕਾਂ ਨੂੰ ਵੇਖਿਆ। ਬਿਲਕੁਲ ਜੀ, ਹਜ਼ਾਰਾਂ ਕਮੈਂਟ ਆਏ ਇੱਦਾਂ ਦੇ। ਮੈਂ ਤਾਂ ਮਤਲਬ ਕਈਆਂ ਦੇ ਪੜ੍ਹ ਕੇ ਅੱਖਾਂ 'ਚ ਪਾਣੀ ਆ ਜਾਂਦਾ ਹੁੰਦਾ ਸੀ ਵੀ ਮੈਂ, ਇੱਕ ਨੇ ਜਿੱਦਾਂ ਕਿਹਾ ਵੀ ਮੈਂ ਇੰਨੇ ਸਾਲ ਤੋਂ ਮੇਰੀ ਮੈਰਿਜ ਹੋਈ ਹੈ, ਮੇਰੀ ਬੇਟੀ ਅੱਜ ਇੰਨੇ ਸਾਲਾਂ ਬਾਅਦ ਮੇਰੇ ਘਰ ਬੇਟੀ ਹੋਈ, ਤੇ ਕਹਿੰਦਾ ਮੈਂ ਉਹਨੂੰ ਕਦੇ ਵੇਖਿਆ ਵੀ ਨਹੀਂ ਸੀ ਕਿਉਂਕਿ ਮੈਨੂੰ ਬੇਟਾ ਚਾਹੀਦਾ ਸੀ। ਕਹਿੰਦਾ ਪਰ ਅਰਦਾਸ ਫਿਲਮ ਦੇਖਣ ਤੋਂ ਬਾਅਦ ਮੇਰੇ ਅੰਦਰ ਜੋ ਚੇਂਜ ਆਈ, ਕਹਿੰਦਾ ਅੱਜ 4 ਦਿਨ ਪਹਿਲਾਂ ਫਿਲਮ ਦੇਖੀ ਸੀ, ਉਦੋਂ ਦੀ ਮੇਰੇ ਕੁੱਛੜ ਹੀ ਹੈ। ਕਹਿੰਦਾ ਮੈਂ ਲਾਈ ਨਹੀਂ ਬੇਟੀ ਆਪਣੇ ਕੁੱਛੜ ਤੋਂ। ਕੋਈ ਕਹਿੰਦਾ ਵੀ ਟੱਬਰ ਮਰ ਗਿਆ ਮੇਰੇ ਤੇ ਮਿਹਨਤਾਂ ਮਾਰਦਾ ਵੀ ਦਾਰੂ ਛੱਡ ਦੇ, ਕਹਿੰਦਾ ਨਹੀਂ ਛੱਡੀ ਗਈ। ਜਿੱਦਣ ਅਰਦਾਸ ਦੇਖ ਕੇ ਆਇਆ ਕਹਿੰਦਾ ਆਉਂਦਿਆਂ ਬੋਤਲ ਭੰਨੀ ਪਹਿਲੋਂ ਵੀ ਇਹਦਾ ਕੰਮ ਖਤਮ ਜ਼ਿੰਦਗੀ 'ਚ। ਇੱਦਾਂ ਦੇ ਸੈਂਕੜੇ ਅਨੁਭਵ। ਕੋਈ ਕਹਿੰਦਾ ਸੀ ਮੈਂ ਸੁਸਾਈਡਲ, ਮੇਰੀ ਪ੍ਰਵਿਰਤੀ ਹੋ ਗਈ ਸੀ ਕਿ ਮੈਂ ਹੁਣ ਨਹੀਂ ਰਹਿਣਾ, ਪਰ ਨਹੀਂ, ਹੁਣ ਮੈਂ ਕਹਿੰਦਾ ਆਪਣੀ ਅਰਦਾਸ ਤਾਂਬੇ ਦੀ ਨਹੀਂ ਹੋਣ ਦੇਣੀ, ਹੁਣ ਮੈਂ ਸੋਨੇ ਦੀ ਕਰਕੇ ਦੱਸਾਂਗਾ। ਸੋ ਲੋਕਾਂ ਨੇ ਕੋਈ ਇੱਕ ਗੱਲ ਵਿੱਚੋਂ ਪਿਕ ਕੀਤੀ ਤੇ ਉਹਨੂੰ ਆਪਣੀ ਜੀਵਨ ਦਾ ਆਧਾਰ ਬਣਾ ਲਿਆ ਉਹਨਾਂ ਨੇ।
ਜਦੋਂ ਤੁਸੀਂ ਗੱਲ ਕੀਤੀ ਸੀ ਡਾਇਰੈਕਟਰ ਪ੍ਰੋਡਿਊਸਰ ਦੀ ਵੀ ਮੇਰੇ ਕੋਲ ਜਦੋਂ ਲੈ ਕੇ ਆਉਂਦੇ ਸਕ੍ਰਿਪਟ ਵੀ ਤੁਸੀਂ ਆ ਕਾਮਿਕ ਰੋਲ ਕਰਨਾ ਹੈ ਨਾ, ਮਹਿਸੂਸ ਜਿਹਾ ਤਾਂ ਹੁੰਦਾ ਹੀ ਹੋਣਾ ਵੀ ਯਾਰ ਮੈਨੂੰ ਸਿਰਫ ਇਹ ਕਮੇਡੀ ਨਹੀਂ ਸਮਝਦੇ, ਕੋਈ ਹੋਰ ਵਧੀਆ ਕਿਰਦਾਰ ਮੈਨੂੰ ਨਿਭਾਉਣ ਲਈ ਕਿਉਂ ਨਹੀਂ ਦਿੱਤਾ ਜਾ ਰਿਹਾ? ਮੈਂ ਇੰਨਾ ਜ਼ਿਆਦਾ ਤਾਂ ਨਹੀਂ ਸੀ ਮੈਨੂੰ ਤਕਲੀਫ ਹੁੰਦੀ, ਮੈਨੂੰ ਪਤਾ ਸੀ ਕਿ ਸਿਨੇਮੇ ਦਾ ਲੈਵਲ ਹੀ ਅਜੇ ਉੱਥੇ ਨਹੀਂ ਆਇਆ। ਸਾਨੂੰ ਪਤਾ ਸੀ ਕਿ ਅਸੀਂ ਅਜੇ ਸਟਰਗਲ ਕਰ ਰਹੇ ਹਾਂ। ਉਹ ਜਿੰਨੇ ਸਾਡੇ ਤੋਂ ਕੰਮ ਕਰਾਉਣਾ ਉਹ ਡਾਇਰੈਕਟਰ ਦਾ ਵੀ ਤਾਂ ਉਹ ਲੈਵਲ ਹੋਣਾ ਚਾਹੀਦਾ ਨਾ, ਔਰ ਰਾਈਟਰ ਵੀ ਉਸ ਤਰ੍ਹਾਂ ਦਾ ਸਾਡੇ ਕੋਲ ਹੋਵੇ ਜਿਹੜਾ ਉਹ ਚੀਜ਼ਾਂ ਲਿਖ ਸਕੇ, ਡਾਇਰੈਕਟਰ ਉਹ ਕਰਵਾ ਸਕੇ। ਉਹਦੇ ਲਈ ਆਪਾਂ ਇੰਤਜ਼ਾਰ ਕਰਦੇ ਰਹੇ ਚੰਗੇ ਸਮੇਂ ਦਾ ਕਿ ਕੋਈ ਨਹੀਂ ਆਏਗਾ ਤੇ ਕਰਾਂਗੇ। ਮੈਨੂੰ ਲੱਗਦਾ ਕਿ ਜੱਟ ਜੇਮਸ ਬੌਂਡ ਸਾਡਾ ਬੜਾ ਅੱਛਾ ਐਕਸਪੀਰੀਅੰਸ ਸੀ ਔਰ ਕਾਫੀ ਦੇਰ ਪਹਿਲਾਂ ਕਰ ਲਿਆ ਸੀ ਅਸੀਂ ਉਹ। ਬਿਲਕੁਲ। ਤੇ ਉਹਦੇ 'ਚ ਸੰਜੀਦਗੀ ਨੂੰ ਅਨੁਭਵ ਕਰਕੇ ਦੇਖਿਆ ਸੀ ਤੇ ਬੜਾ ਮਜ਼ਾ ਆਇਆ ਸੀ। ਤੇ ਇਦਾਂ ਹੀ ਹੁਣ ਅੱਗੋਂ ਵੀ ਕੁਝ ਪ੍ਰੋਜੈਕਟਸ ਐਸੇ ਨੇ। ਮੇਰੀ ਫਿਲਮ ਆ ਰਹੀ ਹੈ ਕਣਕਾਂ ਦੇ ਓਲੇ। ਬਿਲਕੁਲ ਜੀ। ਉਹ ਵੀ ਲੋਕਾਂ ਨੂੰ ਮਤਲਬ ਇੱਕ ਵਾਰ ਲੋਕ ਉਹ ਸਬਜੈਕਟ ਦੇ ਵੀ ਬਲਿਹਾਰੇ ਜਾਣਗੇ। ਨਵੇਂ ਸਿਨੇਮੇ ਦੇ ਦੌਰ ਦੇ ਵਿੱਚ ਭਾਜੀ ਕਾਫੀ ਜ਼ਿਆਦਾ ਬਹੁ ਗਿਣਤੀ ਫਿਲਮਾਂ ਕਾਮੇਡੀ ਰਹੀਆਂ, ਕਾਮੇਡੀਅਨ ਜਿਹਦੇ ਵਿੱਚ ਸਾਰੀ ਸਕ੍ਰਿਪਟ ਸੀ, ਹਾਸਾ ਠੱਠਾ ਬਹੁਤ ਆ। ਬਹੁਤ ਸਾਰੇ ਆਲੋਚਕ ਇਹ ਉਂਗਲ ਵੀ ਉਠਾਉਂਦੇ ਆ ਪੰਜਾਬੀ ਸਿਨੇਮਾ 'ਤੇ ਵੀ ਜਿਹੜਾ ਉਹ ਹਾਸਾ ਠੱਠਾ ਜਾਂ ਜਿਹੜੀ ਉਹ ਕਾਮੇਡੀ ਆ ਉਹ ਜ਼ਿਆਦਾ ਨਿਮਨ ਦਰਜੇ ਦੀ ਆ, ਡੀ ਗ੍ਰੇਡ ਦਰਜੇ ਦੀ ਆ। ਇਹ ਸਿਨੇਮੇ 'ਤੇ ਉੱਠਦੀ ਆ ਉਂਗਲ ਵੀ ਸੰਜੀਦਗੀ ਘੱਟ ਆ। ਕੀ ਲੱਗਦਾ ਤੁਹਾਨੂੰ ਵੀ ਇਹ ਹੈ ਹਕੀਕਤ ਦੇ ਵਿੱਚ ਇਸ ਤਰ੍ਹਾਂ? ਕਿਹੜੀਆਂ ਫਿਲਮਾਂ 'ਚ ਭਾਜੀ ਉੱਦਾਂ ਗੱਲ ਆਉਂਦੀ ਆ ਜਦੋਂ ਬਹੁਤ ਸਾਰੀਆਂ? ਨਹੀਂ, ਮੈਂ ਇਹ ਗੱਲ ਸੁਣੀ ਨਹੀਂ, ਪਰ ਇਹ ਹੁਣ ਸੁਣੀ ਸੀ ਜਦੋਂ ਕੈਰੀ ਔਨ ਜੱਟਾ 3 ਆਈ ਹੈ ਨਾ, ਉਹਦੇ 'ਚ ਕੁਝ ਗੱਲਾਂ ਇੱਦਾਂ ਦੇ ਹੈਗੀਆਂ ਸੀ ਜਿਹੜੀਆਂ ਅਵੋਇਡ ਕੀਤੀਆਂ ਜਾ ਸਕਦੀਆਂ ਸੀ। ਮੈਨੂੰ ਵੀ ਲੱਗਦਾ ਕਿ 2-3 ਥਾਵਾਂ 'ਤੇ ਉਹ ਵੀ ਡਾਇਰੈਕਟਰ ਦਾ ਕਹਿ ਲਓ ਜਾਂ ਪ੍ਰੋਡਿਊਸਰ ਦਾ ਨਜ਼ਰੀਆ ਜਾਂ ਰਾਈਟਰ ਦਾ ਇਹ ਹੈ ਕਿ ਹੁਣ ਇੱਕ ਵਰਲਡ ਸਿਨੇਮਾ ਐਡਾ ਵੱਡਾ ਹੋ ਗਿਆ, ਲੋਕ ਘਰ ਬੈਠੇ ਜਦੋਂ OTT ਤੇ ਪਤਾ ਨਹੀਂ ਕੀ ਦੇਖ ਜਾਂਦੇ ਫੈਮਿਲੀ ਨਾਲ ਬੈਠੇ। ਬਿਲਕੁਲ। ਉਹ ਅੱਜ ਕੱਲ੍ਹ ਤੇ ਉਹ ਸੀਰੀਅਲਾਂ 'ਚ ਮਾਵਾਂ ਭੈਣਾਂ ਦੀਆਂ ਗਾਲਾਂ ਹੀ ਕੱਢੀ ਜਾਂਦੇ ਨੇ, ਹੈ ਨਾ। ਉਹਨਾਂ ਨੂੰ ਲੱਗਾ ਕਿ ਅਸੀਂ ਇੱਦਾਂ, ਮੈਨੂੰ ਲੱਗਦਾ ਉਹਨਾਂ ਨੇ ਇੱਕ ਲਿਬਰਟੀ ਲੈ ਕੇ ਦੇਖੀ, ਜਿੱਦਾਂ ਪਤੰਗ ਵਧਾਉਂਦੇ ਥੋੜੀ ਢਿੱਲ ਨਹੀਂ ਦੇ ਕੇ ਦੇਖਦੇ। ਮੈਂ ਪਤਾ ਤਾਂ ਨਹੀਂ ਯਾਰ ਇਹ ਤਾਂ ਨਿਕਲ ਜਾਣੀ ਉੱਥੋਂ, ਫਿਰ ਖਿੱਚ ਲੈਂਦੇ ਨੇ। ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਇਹ ਥੋੜੀ ਲਿਬਰਟੀ ਲੈਣ ਦੀ ਉਦੋਂ ਕੋਸ਼ਿਸ਼ ਕੀਤੀ, ਪਰ ਜਿੰਨੀ ਮੈਂ ਜ਼ਿੰਦਗੀ 'ਚ ਕਾਮੇਡੀ ਕੀਤੀ ਹੈ, ਸਾਰੀਆਂ ਫਿਲਮਾਂ ਤੁਸੀਂ ਦੇਖਿਓ ਕਿ ਸਾਡੀ ਕਾਮੇਡੀ ਤੁਸੀਂ ਹਿੰਦੀ ਸਿਨੇਮਿਆਂ ਦੇ ਨਾਲ, ਇੰਗਲਿਸ਼ ਸਿਨੇਮੇ ਦੇ ਨਾਲ ਕਦੇ ਵੀ ਮੈਚ ਕਰਕੇ ਦੇਖ ਲਿਓ। ਬਿਲਕੁਲ। ਕਿ ਕਦੇ ਵੀ ਬਿਲੋ ਦਾ ਬੈਲਟ ਨਹੀਂ ਗਏ ਔਰ ਉਹੀ ਕਾਮੇਡੀ ਕੀਤੀ ਜਿਹਨੂੰ ਘਰਾਂ 'ਚ ਬਹਿ ਕੇ ਲੋਕ ਇੰਜੋਏ ਕਰ ਸਕਣ। ਤੇ ਬਾਕੀ ਜਿਹੜੀ ਹੁਣ ਕੈਰੀ ਔਨ ਜੱਟਾ 3 'ਚ ਕਿਸੇ ਨੂੰ ਜਿਹਨੂੰ ਲੱਗਾ ਵੀ ਇਹਦੇ ਵਿੱਚ, ਤੇ ਉਹ ਮੈਂ ਸਭ ਤੋਂ ਪਹਿਲਾਂ ਸਤਿਕਾਰ ਆਡੀਅנס ਦਾ ਹੁੰਦਾ, ਉਹਨਾਂ ਦੀ ਗੱਲ ਦਾ ਜ਼ਰੂਰ ਸਤਿਕਾਰ ਹੋਣਾ ਚਾਹੀਦਾ। ਇਹ ਇੱਦਾਂ ਵੀ ਜਦੋਂ IPL ਮੈਚ ਚੱਲਦੇ ਹੁੰਦੇ ਨੇ, ਕੋਈ ਇੱਕ ਅੱਧੀ ਬਾਲ ਮਿਸ ਵੀ ਹੁੰਦੀ, ਲੱਗਦਾ ਵੀ ਹੁਣੇ ਆਊਟ ਹੋ ਜਾਣਾ ਸੀ ਇਹਨੇ, ਹੈ ਨਾ। ਸੋ ਇਟਸ ਫਲੋ ਆਫ ਲਾਈਫ। ਇਹਦੇ 'ਚ ਕਿਤੇ ਕੋਈ ਊਣਤਾਈ ਕਿਤੇ ਰਹਿੰਦੀ ਹੈ ਤਾਂ ਉਹ ਆਡੀਅנס ਦਾ ਜਿਹੜਾ ਫੀਡਬੈਕ ਹੈ ਉਹ ਉਸ ਊਣਤਾਈ ਨੂੰ ਠੀਕ ਕਰਨ ਦਾ ਮੌਕਾ ਦਿੰਦਾ ਸਗੋਂ ਮੇਕਰਸ ਨੂੰ। ਤੁਸੀਂ ਜ਼ਿਕਰ ਕੀਤਾ ਸੀਗਾ ਵੀ ਮੈਂ ਵੇਟ ਦੇ ਵਿੱਚ ਸੀ ਵੀ ਪੰਜਾਬੀ ਸਿਨੇਮਾ ਉਸ ਲੈਵਲ 'ਤੇ ਆਵੇ ਫਿਰ ਆਪਾਂ ਵਧੀਆ ਕਿਰਦਾਰ ਨਿਭਾਵਾਂਗੇ। ਹੁਣ ਪੰਜਾਬੀ ਸਿਨੇਮਾ ਕਿਸ ਲੈਵਲ 'ਤੇ ਵੇਖ ਰਹੇ ਹੋ ਤੁਸੀਂ? ਹੁਣ ਮਸਤਾਨੇ ਦੇ ਲੈਵਲ 'ਤੇ ਹੈ ਜੀ। ਹੁਣ ਹੋਰ ਫਿਲਮਾਂ ਵੀ ਅੱਛੀਆਂ ਬਣ ਰਹੀਆਂ ਨੇ, ਮੈਨੂੰ ਜੋ ਸੁਣਨ 'ਚ ਆ ਰਿਹਾ। ਸੋ ਉਹ ਵੀ ਬਾਹਰ ਬਣ ਕੇ ਅੱਛੀਆਂ ਆਉਣਗੀਆਂ, ਜਿੱਦਾਂ ਮੈਨੂੰ ਪਹਿਲੋਂ ਵੀ ਸ਼ੁਰੂ ਹੋ ਚੁੱਕੀਆਂ ਸੀ। ਮੈਨੂੰ ਬੰਬੂ ਕਾਟ ਫਿਲਮ ਬਹੁਤ ਅੱਛੀ ਲੱਗਦੀ ਹੈ, ਹਾਲਾਂਕਿ ਮੈਂ ਉਹਦੇ 'ਚ ਨਹੀਂ ਹੈਗਾ। ਰੱਬ ਦਾ ਰੇਡੀਓ ਫਿਲਮ ਬਹੁਤ ਅੱਛੀ ਸੀ, ਹੈ ਨਾ। ਮੋੜ ਨੇ ਬਹੁਤ ਅੱਛਾ, ਮੋੜ ਮੇਕ ਕਿੰਨਾ ਅੱਛਾ ਮੇਕ ਸੀ ਉਹਦਾ। ਫਿਰ ਉਹ ਗੱਲ ਵੱਕੜੀ ਫਿਲਮ ਦਾ ਵੀ ਕਹਿੰਦੇ, ਮੈਂ ਕਿਉਂਕਿ ਸੌਰੀ ਮੈਂ ਉਹ ਦੇਖ ਨਹੀਂ ਸਕਿਆ ਫॉर ਸਮ ਰੀਜ਼ਨ ਅਜੇ ਤੱਕ, ਬਟ ਉਹ ਮੈਨੂੰ ਲੱਗਦਾ ਲੋਕਾਂ ਨੇ, ਹੈ ਨਾ। ਇੱਕ ਹੋਰ ਸੀ ਐਮੀ ਅਰ ਸਰਗੁਣ ਦੀ ਸੀ, ਉਹ ਵੀ ਕਿਸਮਤ, ਹੈ ਨਾ। ਉਹ ਵੀ ਲੋਕਾਂ ਨੇ ਦੇਖੋ ਕਿੰਨੀ ਪਸੰਦ ਕੀਤੀ। ਸੋ ਫਿਲਮਾਂ ਇਹ ਨਹੀਂ ਕਿ ਨਹੀਂ ਬਣੀਆਂ, ਬਣ ਰਹੀਆਂ ਨੇ। ਟਾਮੀਆਂ ਵਿਰਲੀਆਂ ਚੰਗੀਆਂ ਬਣ ਜਾਂਦੀਆਂ ਸੀ, ਫਿਰ ਵਿੱਚ ਲੋਕਾਂ ਦੇ ਆਪਣੇ ਘੋੜੇ ਦੌੜਦੇ ਸੀ। ਪਰ ਹੁਣ ਮੈਨੂੰ ਲੱਗਦਾ ਕਿ ਆਡੀਅנס 'ਚ ਮੈਚਿਓਰਿਟੀ ਆ ਗਈ ਹੈ। ਅੱਗੇ ਅਸੀਂ ਚਾਹੁੰਦੇ ਸੀ ਨਾ ਮੇਕਰਸ ਵਿੱਚ ਮੈਚਿਓਰਿਟੀ ਆਵੇ, ਹੁਣ ਆਡੀਅנס 'ਚ ਮੈਚਿਓਰਿਟੀ ਆ ਗਈ। ਹੁਣ ਉਹ ਚੰਗਾ ਸਿਨੇਮਾ ਹੀ ਦੇਖਣਗੇ, ਚੰਗੀਆਂ ਚੀਜ਼ਾਂ ਹੀ ਦੇਖਣਗੇ, ਅਤੇ ਕੰਡੀਸ਼ਨ ਹੋ ਜਾਏਗੀ ਲੋਕਾਂ ਵਾਸਤੇ ਕਿ ਬਣਾਓ ਹੀ ਚੰਗਾ ਅਤੇ ਲੋਕ ਦੇਖਣ। ਸਾਊਥ ਦੇ ਸਿਨੇਮੇ ਦੇ ਬਰਾਬਰ ਗੱਲ ਕਰੀਏ ਆਪਾਂ ਪੰਜਾਬੀ ਸਿਨੇਮਾ ਨੂੰ ਤੁਲਨਾ ਕਰਕੇ, ਤਾਂ ਉਹਦੇ ਲੈਵਲ 'ਤੇ ਪਹੁੰਚਣ 'ਤੇ ਹਾਲੇ ਸਮਾਂ ਲੱਗੂ ਜਾਂ ਨੇੜੇ ਤੇੜੇ? ਨਹੀਂ, ਬੜਾ ਵੱਡਾ ਜੰਪ ਮਾਰਿਆ ਜੀ ਮਸਤਾਨੇ ਨੇ। ਅਸੀਂ ਤਾਂ ਉਹਨਾਂ ਦੇ ਨੇੜੇ ਜਾ ਲੱਗੇ ਹਾਂ। ਔਰ ਜੇ ਦੇਖਿਆ ਜਾਏ ਨਾ, ਤਾਂ ਸਾਊਥ ਵੀ ਹੁਣੇ ਹੀ ਮੈਚਿਓਰ ਹੋਇਆ। ਪਹਿਲਾਂ ਸਾਊਥ ਦੀਆਂ ਫਿਲਮਾਂ ਵੀ ਇੱਦਾਂ ਹੀ ਆਉਂਦੀਆਂ ਨੇ ਵੀ ਕੇਲੇ ਨਾਲ ਗਲ ਵੱਢ ਦਿੱਤਾ ਕਿਸੇ ਦਾ, ਸ਼ਿਕ ਕਰਕੇ ਰੁਮਾਲ ਨਾਲ 3 ਬੰਦੇ ਮਾਰ ਦਿੱਤੇ। ਮਤਲਬ ਕੋਈ ਲੌਜਿਕ ਥੋੜ੍ਹਾ ਜੀ, ਇੱਕ ਐਂ ਘੁਮਾ ਕੇ ਇੱਦਾਂ ਕਰਕੇ ਐਂ ਲਾ ਲਈ,
ਮਤਲਬ ਨਾਰਮਲ ਜ਼ਿੰਦਗੀ ਜਿੱਦਾਂ, ਪਰ ਉਹ ਲਾਰਜਰ ਦੈਨ ਲਾਈਫ ਉੱਥੇ ਲੋਕ ਦੇਖਦੇ, ਤਾੜੀਆਂ ਮਾਰਦੇ ਨੇ, ਉਹਨਾਂ ਨੂੰ ਪਤਾ ਸਾਡੀ ਆਡੀਅנס ਨੂੰ ਕੀ ਚਾਹੀਦਾ। ਪਰ ਬਾਹੂਬਲੀ ਤੋਂ ਕੰਮ ਸ਼ੁਰੂ ਹੋਇਆ ਨਾ ਜੀ ਕਿ ਵੱਡਾ ਮੈਚਿਓਰ ਸਿਨੇਮਾ ਦਿਖਾਓ ਇਹਨਾਂ ਨੂੰ। ਬਾਹੂਬਲੀ 2 ਦਿਖਾਈ, ਕੇ ਆਰ ਹੈ ਨਾ, ਹੁਣੇ ਫਿਲਮ ਆਈ ਪੁਸ਼ਪਾ, ਮਤਲਬ ਵੱਡੇ ਮੇਕ ਆਏ ਨੇ, ਉਹ ਵੀ ਹੁਣੇ ਹੀ ਆਏ ਨੇ। ਸੋ ਐਸੀ ਕੋਈ ਗੱਲ ਨਹੀਂ ਹੈ ਕਿ ਅਸੀਂ ਬਹੁਤ ਪਿੱਛੇ ਰਹਿ ਗਏ। ਅਸੀਂ ਤਾਂ ਜਿੰਨੀ ਛੇਤੀ ਰਲੇ ਹਾਂ ਨਾਲ, ਇੰਨੀ ਜਲਦੀ ਕੋਈ ਰਲ ਹੀ ਨਹੀਂ ਸਕਦਾ। ਉਹ ਤਾਂ ਸੜਕਾਂ ਤੋਂ ਆਏ ਨੇ, ਅਸੀਂ ਤਾਂ ਡਾਂਡੇ ਮੀਂਡੇ ਹੋ ਕੇ ਭੱਜ ਕੇ ਉਹਨਾਂ ਨਾਲ ਅੱਗੋਂ ਰਲੇ ਉਹਨਾਂ ਦੇ ਨਾਲ। ਤੇ ਕੋਈ ਗੱਲ ਬਹੁਤ ਛੇਤੀ ਸਮਾਂ ਆਏਗਾ। ਹੁਣ ਮੁੰਡੇ ਸਾਡੇ ਅੱਗੋਂ ਪੜ੍ਹ ਪੁੜ ਰਹੇ ਨੇ ਜਿਹੜੇ ਹੈ ਨਾ, ਸਟੱਡੀ ਕਰ ਰਹੇ ਨੇ, VFX 'ਤੇ ਬਹੁਤ ਸਟੱਡੀ ਕਰ ਰਹੇ ਨੇ, ਔਰ ਪ੍ਰੋਫੈਸ਼ਨਲ ਬੱਚੇ ਇਹਦੇ 'ਚ ਆ ਰਹੇ ਨੇ ਇਸ ਲਾਈਨ 'ਚ। ਅਤੇ ਮੈਨੂੰ ਲੱਗਦਾ ਬਹੁਤ ਜਲਦੀ ਅਸੀਂ ਸਭ ਵਰਲਡ ਸਿਨੇਮੇ ਦੇ ਬਰਾਬਰ ਹੋਵਾਂਗੇ। ਜਦੋਂ ਕਿਸੇ ਭਾਜੀ ਫਿਲਮ ਲਈ ਇੱਕ ਆਰਟਿਸਟ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ, ਕਿਰਦਾਰ ਜਦੋਂ ਡਾਇਰੈਕਟਰ ਦੇ ਸਾਹਮਣੇ ਹੁੰਦਾ ਵੀ ਮੈਂ ਆਹ ਕਿਰਦਾਰ ਗੁਰਪ੍ਰੀਤ ਘੁੱਗੀ ਤੋਂ ਕਰਵਾਉਣਾ, ਫਲਾਨੀ ਤੋਂ ਕਰਵਾਉਣਾ, ਉਦੋਂ ਇੱਕ ਲੁੱਕ ਮਾਇਨੇ ਰੱਖਦੀ ਹੁੰਦੀ ਆ ਜਾਂ ਉਸ ਚਿਹਰੇ ਦੀ ਪਬਲਿਸਿਟੀ ਮਾਇਨੇ ਰੱਖਦੀ ਹੁੰਦੀ ਆ? ਬਹੁਤ ਫਿਲਮਾਂ ਦੇ ਵਿੱਚ ਕੀ ਆ ਵੀ ਉਹਨਾਂ ਨੂੰ ਇਹ ਦੇਖਿਆ ਜਾਂਦਾ ਵੀ ਇਹਦੇ ਫੋਲੋਅਰ ਕਿੰਨੇ ਆ, ਇਹਨੇ ਥੀਏਟਰ ਕੀਤਾ ਜਾਂ ਨਹੀਂ ਕੀਤਾ ਕੋਈ ਮਾਇਨੇ ਨਹੀਂ ਰੱਖਦਾ, ਫੋਲੋਅਰ ਕਿੰਨੇ ਆ ਇਹਦੇ। ਇਹ ਚੀਜ਼ਾਂ ਕਿੰਨੀਆਂ ਸਰ ਦੇਖੋ, ਜਿਹੜੀ ਪ੍ਰੋਫੈਸ਼ਨਲ ਲਾਈਨ ਹੈ ਨਾ, ਹੁਣ ਇਹ IPL 'ਚ ਇੱਕ ਮੁੰਡਾ ਬੜਾ ਪਪੂਲਰ ਹੋ ਗਿਆ ਸੀ, ਸੂਰਿਆਕਾਂਤ ਕੀ ਨਾਂ ਸੀ ਉਹਦਾ? ਬਿਲਕੁਲ। ਉਹ ਪਹਿਲਾਂ ਕਦੇ ਕ੍ਰਿਕਟ 'ਚ ਹੈ ਹੀ ਨਹੀਂ ਸੀ, ਸੁਣਿਆ ਹੀ ਨਹੀਂ ਸੀ ਨਾਂ ਉਹਦਾ। ਉਹ ਆਇਆ, ਉਹਨੇ ਦਾਬੜ ਤੋੜ ਮਾਰੀਆਂ, ਕਹਿੰਦੇ ਆਓ ਜੀ ਲਓ ਟੀਮ 'ਚ ਇਹਨੂੰ। ਇਹ ਉਹ ਚੀਜ਼ ਹੈ ਜਿਹੜੀ ਪ੍ਰੋਫੈਸ਼ਨਲ ਲਾਈਨ ਕੋਈ ਵੀ ਹੈ ਨਾ। ਹੁਣ ਜੇ ਇੱਕ ਭਲਵਾਨ ਆ, ਉਹਨੇ ਖਾੜੇ ਨਹੀਂ ਵੀ ਲਾਏ, ਪਰ ਜੇ ਤੁਹਾਨੂੰ ਉਹਨੂੰ ਖਾੜੇ 'ਚ ਲਾ ਦੋ, 4 ਭਲਵਾਨਾਂ ਨੂੰ ਢਾ ਲੈਂਦਾ, ਉਹ ਕਹਿੰਦੇ ਇਹਨੂੰ ਭੇਜੋ ਭਰਾਵਾ ਕੁਸ਼ਤੀ ਲੜਨੇ, ਤਗੜਾ। ਸਹੀ ਗੱਲ ਹੈ। ਗੱਲ ਪ੍ਰੋਫੈਸ਼ਨਲ ਜਿੱਥੇ ਵੀ ਆ ਗਈ ਨਾ, ਉੱਥੇ ਸੈਲੇਬਿਲਿਟੀ ਦੀ ਗੱਲ ਹੈ ਕਿ ਸੈਲੇਬਲ ਕੌਣ ਹੈ, ਹੈ ਨਾ। ਬਿਲਕੁਲ। ਹੁਣ ਇਹ ਕੋਈ ਪ੍ਰੋਫੈਸ਼ਨਲ ਜਿਹਨੇ ਕਰੋੜਾਂ ਰੁਪਏ ਪ੍ਰੋਡਿਊਸਰ ਨੇ ਲਾਣੇ ਨੇ, ਉਹ ਇਹ ਸੋਚ ਕੇ ਨਹੀਂ ਲਾਏਗਾ ਕਿ ਮੈਂ ਥੀਏਟਰ ਵਾਲਿਆਂ ਨੂੰ ਮੌਕਾ ਦੇਣਾ। ਮੌਕੇ ਦੇਣਾ ਕੰਮ ਹਮੇਸ਼ਾ ਇੰਸਟੀਟਿਊਸ਼ਨ ਦਾ ਹੁੰਦਾ, ਕਿਸੇ ਦਾ। ਮੌਕੇ ਦੇਣਾ ਕੰਮ ਸਰਕਾਰਾਂ ਦਾ ਹੁੰਦਾ। ਮੌਕੇ ਦੇਣਾ ਕੰਮ ਜਿਹੜੀਆਂ ਆਰਗੇਨਾਈਜੇਸ਼ਨਸ ਬਣੀਆਂ ਇਸ ਕੰਮ ਨੂੰ ਮੌਕੇ ਦੇਣ ਨੂੰ ਨੇ, ਉਹਨਾਂ ਨੇ ਮੌਕੇ ਦੇਣੇ ਹੁੰਦੇ ਨੇ। ਜਿਹੜਾ ਪ੍ਰੋਫੈਸ਼ਨਲ ਬੰਦਾ ਆਪਣੇ ਪੈਸੇ ਦੀ ਇਨਪੁੱਟ ਦਿੰਦਾ ਨਾ, ਉਹਨੇ ਤਾਂ ਪੈਸੇ ਰਿਕਵਰ ਕਰਨੇ ਨੇ। ਉਹ ਫਿਰ ਭਾਵੇਂ ਸਨੀ ਦਿਓਲ ਨਲਕਾ ਪੱਟ ਲਿਆਵੇ ਜਾ ਕੇ, ਕਹਿੰਦੇ ਠੀਕ ਹੈ ਪੱਟਿਆ ਗਿਆ, ਸਾਡੇ ਫਿਲਮ ਚੱਲ ਗਈ, ਹੈ ਨਾ। ਸਹੀ ਗੱਲ ਹੈ। ਉਹ ਇੱਕ ਉਹ ਵੀ ਲੈਵਲ ਹੈ। ਪਰ ਸਾਡੇ ਸਿਨੇਮੇ 'ਚ ਬਾਬਾ ਜੀ ਦੀ ਕਿਰਪਾ ਹੈ ਕਿ ਅਸੀਂ ਉਸ ਤਰ੍ਹਾਂ ਨਹੀਂ ਕਦੇ ਵਰਤਾਰਾ ਸਾਡੀ ਫਿਲਮਾਂ 'ਚ ਤੁਸੀਂ ਦੇਖਿਆ। ਪਰ ਜੇ ਕਹੋ ਕਿ ਇੱਥੇ ਕਿਸੇ ਪ੍ਰੋਡਿਊਸਰ ਨੂੰ ਇਹ ਕਹੀਏ, ਭਾਵੇਂ ਤੁਸੀਂ ਕੱਲ੍ਹ ਨੂੰ ਪ੍ਰੋਡਿਊਸਰ ਹੋ ਬਾਬਾ ਜੀ, ਤੁਸੀਂ ਇਸ ਅਦਾਰੇ ਲਈ ਕੰਮ ਕਰ ਰਹੇ ਹੋ, ਤੁਹਾਡੇ ਅਦਾਰੇ ਨੇ ਵੀ 10 ਕਰੋੜ ਰੁਪਈਆ ਲਾ ਕੇ ਜੇ ਫਿਲਮ ਬਣਾਉਣੀ ਹੋਏਗੀ ਨਾ, ਤੁਸੀਂ ਕਦੀ ਨਹੀਂ ਇੱਥੋਂ ਕਹੋਗੇ ਇੱਕ ਤਾਂ ਮਹਿੰਦਰਪਾਲ ਬੁਲਾ ਲਓ ਪਟਿਆਲੇ ਤੋਂ, ਹੈ ਨਾ। ਬਿਲਕੁਲ। ਇੱਕ ਮੁੰਡਾ ਕਸ਼ਮੀਰਾ ਹੈਗਾ ਇੱਥੋਂ ਅੰਮ੍ਰਿਤਸਰ, ਉਹਨੂੰ ਬੁਲਾ ਲਓ। ਥੀਏਟਰ ਬਹੁਤ ਕਰਦੇ ਤੁਸੀਂ ਕਹਿਣਾ ਭਰਾਵਾ ਜਿਹੜੇ ਵੇਖਦੇ ਪਹਿਲਾਂ ਉਹ ਲਿਆਓ। ਸਹੀ ਗੱਲ। ਜਿਨ੍ਹਾਂ ਨੂੰ ਲੋਕੀ ਦੇਖਣ ਆਉਂਦੇ। ਇੱਕ ਕਾਮਨ ਸ਼ਬਦ ਹੈ ਅੰਗਰੇਜ਼ੀ ਦਾ, ਪੋਸਟਰ ਵੈਲਿਊ। ਜਿਹਦੀ ਪੋਸਟਰ ਵੈਲਿਊ ਨੂੰ ਪਹਿਲਾਂ ਤਾਂ ਲੋਕਾਂ ਨੇ ਉਹਨਾਂ ਨੂੰ ਲੈਣਾ। ਬਟ ਐਟ ਦ ਸੇਮ ਟਾਈਮ ਤੁਸੀਂ ਦੇਖੋ ਕਿ ਜਦੋਂ ਫਿਲਮ ਸ਼ੁਰੂ ਹੋਈ ਸੀ, ਸਿਨੇਮਾ ਸ਼ੁਰੂ ਹੋਇਆ ਸੀ ਨਵਾਂ, ਹਰਭਜਨ ਮਾਨ ਹੋਣਾ ਦੀ ਗੱਲ ਕੀਤੀ ਤੁਸੀਂ, ਮੇਰੀ ਗੱਲ ਕੀਤੀ, ਉਦੋਂ ਹਰ ਫਿਲਮ 'ਚ ਮੈਂ ਹੀ ਹੁੰਦਾ ਸੀ ਕਾਮੇਡੀਅਨ, ਹੈ ਨਾ। ਉਹ ਭੱਲਾ ਸਾਹਿਬ ਵੀ ਉਦੋਂ ਬ੍ਰੇਕ ਤੇ ਹੀ ਸੀਗੇ, ਮਤਲਬ ਹੈਂ ਨਹੀਂ, ਰਾਣਾ ਬਹੁਤ ਬਾਅਦ 'ਚ ਆਏ। ਰਾਣਾ ਆਏ ਮਿੱਟੀ ਆਵਾਜ਼ਾਂ ਮਾਰਦੀ, ਨਹੀਂ ਦਿਲ ਆਪਣਾ ਪੰਜਾਬੀ 'ਚ, ਹੈ ਨਾ। ਤਾਂ ਉਹ ਜਿਹੜੀਆਂ ਪਹਿਲੋਂ ਮਾਂਜੀ ਦੀਆਂ 3-4 ਫਿਲਮਾਂ ਸੀ, ਉਹ ਮੈਂ ਹੀ ਕੀਤੀਆਂ। ਉਸ ਇਨ ਬਿਟਵੀਨ ਜਿਹੜੀਆਂ ਹੋਰਾਂ ਦੀਆਂ ਵੀ ਬਣੀਆਂ ਨਾ, ਉਹ ਵੀ ਮੈਨੂੰ ਹੀ ਲੈਂਦੇ ਸੀ। ਫਿਰ ਰਾਣਾ ਰਣਵੀਰ ਹੋਣਾ ਦੀ ਐਂਟਰੀ ਹੁੰਦੀ ਹੈ। ਰਾਣਾ ਰਣਵੀਰ ਹੋਣਾ ਤੋਂ ਬਾਅਦ ਫਿਰ ਇੱਕ ਗੈਪ ਆ ਜਾਂਦਾ। ਫਿਰ ਉਸ ਤੋਂ ਬਾਅਦ ਮੈਂ ਮੰਨਦਾ ਕਿ ਬੀਨੂ ਹੋਣਾ ਦੀ ਐਂਟਰੀ ਹੁੰਦੀ ਹੈ। ਬੀਨੂ ਢਿੱਲੋਂ ਹੋਣਾ ਤੋਂ ਬਾਅਦ ਕਰਮਜੀਤ ਅਨਮੋਲ ਐਸਟੈਬਲਿਸ਼ ਹੁੰਦਾ ਹੈ। ਕਰਮਜੀਤ ਅਨਮੋਲ ਤੋਂ ਬਾਅਦ ਹਰਬੀ ਸੰਘਾ ਐਸਟੈਬਲਿਸ਼ ਹੁੰਦਾ। ਹਰਬੀ ਤੋਂ ਬਾਅਦ ਅੱਜ ਦੇਖੋ ਤੁਸੀਂ ਤੇ ਮੁੰਡਾ ਹਨੀ ਮੱਟੂ, ਸ਼ਿਵਮ ਹੈ ਮੁੰਡਾ, ਹੈ ਨਾ। ਇਹ ਐਸਟੈਬਲਿਸ਼ ਹੋ ਰਹੇ ਨੇ, ਔਰ ਹੋਏ ਨੇ, ਹੋ ਵੀ ਰਹੇ ਨੇ। ਤੇ ਇਸ ਤਰ੍ਹਾਂ ਸਮੇਂ ਨਾਲ ਬੜੇ ਆਰਟਿਸਟ ਆਏ ਨੇ। ਅਨੀਤਾ ਦੇਵਗਨ ਹੋਣੀ, ਭੈਣ ਜੀ ਹੋਣੀ, ਦੇਖੋ ਥੀਏਟਰ ਕਰਦੇ ਹੁੰਦੇ ਸੀ। ਹਰਦੀਪ ਗਿੱਲ ਥੀਏਟਰ 'ਚੋਂ ਹੀ ਆਏ ਨੇ ਸਾਰੇ। ਇਹ ਨਹੀਂ ਕਿ ਲੋਕਾਂ ਨੂੰ ਮੌਕੇ ਨਹੀਂ ਮਿਲੇ। ਨਿਰਮਲ ਰਿਸ਼ੀ ਮੈਡਮ ਰੈਸਟ ਤੇ ਚਲੇ ਗਏ ਹੋਏ ਸੀ, ਗਾਇਬ ਹੋ ਗਏ ਸੀ, ਮਤਲਬ ਕੰਮ ਹੀ ਨਹੀਂ ਸੀ ਕਰਦੇ ਫਿਲਮਾਂ 'ਚ, ਦੁਬਾਰਾ ਆਏ ਨੇ। ਗੁੱਗੂ ਗਿੱਲ ਭਾਜੀ ਨੂੰ ਮਾਨ ਜੀ ਨੇ ਦੁਬਾਰਾ ਲਿਆਂਦਾ ਵੀ ਆਓ, ਹੈ ਨਾ। ਇੱਦਾਂ ਹੀ ਹੋਰ ਬੜੇ ਥੀਏਟਰ ਨਾਲ ਜੁੜੇ ਆਰਟਿਸਟ ਵੀ ਨੇ। ਅਨੀਤਾ ਅਮੀਤ ਹੋਣਾ ਦੀ ਜੇ ਆਪਾਂ ਗੱਲ ਕਰੀਏ, ਅਨੀਤਾ ਸ਼ਬਦੀਸ਼ ਹੋਣੀ ਨੇ, ਮੈਂ ਹੋਰ ਕਈਆਂ ਦੇ ਸੈਂਕੜਿਆਂ ਦੇ ਨਾਂ ਲੈ ਸਕਦਾ। ਬਲਕਰਨ ਹੋਣਾ ਤੁਸੀਂ ਨਾਂ ਪਹਿਲਾਂ ਲਿਆ ਸੀ, ਭੈਣ ਜੀ ਰੂਪੀ ਹੋਣੀ ਬਰਨਾਲੇ ਤੋਂ, ਹੈ ਨਾ। ਭੁਪਿੰਦਰ ਬਰਨਾਲਾ ਹੋਣੀ, ਮਤਲਬ ਗੁਰਿੰਦਰ ਮਕਨਾ, ਮੈਂ ਮਤਲਬ 100 ਨਾਮ ਇੱਥੇ ਬੈਠਾ ਗਿਣ ਸਕਦਾ ਜਿਹੜੇ ਹੌਲੀ ਹੌਲੀ ਸਿਨੇਮੇ 'ਚ ਨਾਲ ਜੁੜੇ। ਔਰ ਥੀਏਟਰ ਵਾਲੇ ਲੋਕ ਹੀ ਨੇ, ਇਹ ਨਹੀਂ ਕਿ ਕਿਸੇ ਇੱਕ ਦਾ ਕਬਜ਼ਾ ਇੱਥੇ। ਪਰ ਜਿਹਦੀ ਅਜੇ ਸਟਰਗਲ ਚੱਲ ਰਹੀ ਹੈ,
ਜਾਂ ਤਾਂ ਜਿਹਦੇ ਕੋਲ ਉਹਨਾਂ ਕਾਬਲੀਅਤ ਨਹੀਂ ਕਿ ਫਿਲਮ 'ਚ ਆ ਸਕੇ, ਜਾਂ ਜਿਹਦੀ ਸਟਰਗਲ ਨਹੀਂ ਮੁੱਕ ਰਹੀ ਅਜੇ, ਉਹ ਖਿੱਚ ਕੇ ਕਹਿ ਦਿੰਦਾ ਉਹੀ ਚਿਹਰੇ ਦਿਖਾਈ ਜਾਂਦੇ, ਉਹੀ ਲੋਕਾਂ ਨੂੰ ਲਿਆਈ। ਉਹਨੂੰ ਲੱਗਦਾ ਜਦ ਤੱਕ ਮੈਂ ਨਹੀਂ ਸਿਨੇਮੇ 'ਚ ਆ ਜਾਂਦਾ ਨਾ, ਜਾਂ ਸਾਡੀ ਭੂਆ ਦਾ ਮੁੰਡਾ ਉਹ ਨਹੀਂ ਜਦ ਤੱਕ ਆ ਜਾਂਦਾ, ਉਦੋਂ ਤੱਕ ਉਹ ਪੁਰਾਣੇ ਹੀ ਰਿਪੀਟ ਹੋਈ ਜਾਂਦੇ ਵੇ ਨੇ, ਹੈ ਨਾ। ਉਹ ਜਿੱਦਣ 4 ਫਿਲਮਾਂ 'ਚ ਉਹ ਆ ਗਿਆ, ਲੋਕਾਂ ਨੇ ਕਹਿਣਾ ਇਹ ਵੀ ਉਹੀ ਹੈ ਯਾਰ, ਹਰ ਫਿਲਮ 'ਚ ਆ ਜਾਂਦਾ, ਹੁਣ ਅਗਲਾ ਲਿਆਓ। ਸੋ ਆਡੀਅנס ਦੀ ਐਕਸਪੈਕਟੇਸ਼ਨ ਆਪਣੀ ਥਾਂ 'ਤੇ, ਪ੍ਰੋਡਿਊਸਰਸ ਦੀ ਰਿਕੁਆਇਰਮੈਂਟ ਆਪਣੀ ਥਾਂ 'ਤੇ, ਦੋਵੇਂ ਜਾਇਜ਼ ਨੇ। ਗੁਰਪ੍ਰੀਤ ਘੁੱਗੀ ਜੀ ਨਾਲ ਗੱਲ ਕਰਦੇ ਹਾਂ ਅਸੀਂ, ਸਰਦਾਰ ਗੁਰਪ੍ਰੀਤ ਸਿੰਘ ਵੜੈਚ ਦਾ ਜ਼ਿਕਰ ਨਾ ਕਰੀਏ ਤੇ ਉਹ ਇੱਕ ਜਿਹੜਾ ਦੌਰ ਸੀ ਸਹਿ-ਸੁਭਾਅ ਬਣ ਗਿਆ ਸਿਆਸਤ ਵਾਲੇ ਪਾਸੇ, ਜਾਂ ਇੱਕ ਸੋਚਿਆ ਸੀ ਵੀ ਮੈਂ ਇੱਧਰ ਵੀ ਆਪਾਂ ਨਹੀਂ, ਦੇਖੋ ਉਦੋਂ ਮੇਰੀ ਫਿਲਮ ਆਈ ਸੀ ਅਰਦਾਸ ਕਰਾਂ ਨਹੀਂ ਅਰਦਾਸ, ਤੇ ਬਤੌਰ ਐਕਟਰ ਕੰਮ ਕਰਦੇ ਵੀ ਬਹੁਤ ਟਾਈਮ ਹੋ ਗਿਆ ਸੀ। ਕੈਰੀ ਔਨ ਜੱਟਾ ਫਸਟ ਦੀ ਮਤਲਬ ਪਪੂਲੈਰਿਟੀ ਦਾ ਵੀ ਸਿਖਰ ਦੇਖ ਲਿਆ ਸੀ। ਮਿਹਨਤ ਬੜੇ ਸਾਲ ਪਹਿਲਾਂ 17 ਸਾਲ ਦੇ ਤਾਂ ਰੋਟੀ ਰਾਟੀ ਕਮਾਉਣ ਲੱਗ ਗਏ ਸੀ ਘਰਦਿਆਂ ਵਾਸਤੇ, ਹੈ ਨਾ। ਤੇ ਉਹ ਜਿੱਦਾਂ ਇੱਕ ਬੰਦੇ ਨੂੰ ਸੰਤੁਸ਼ਟੀ ਜੀ ਨਹੀਂ, ਅੱਜ ਦੀ ਕੰਮ ਤਾਂ ਬੜਾ ਕਰ ਲਿਆ। ਇੱਕ ਉਹ ਅਰਦਾਸ ਤੋਂ ਬਾਅਦ ਬਿਰਤੀ ਵੀ ਉੱਦਾਂ ਦੀ ਬਣੀ ਹੋਈ ਸੀ, ਬਿਲਕੁਲ। ਔਰ ਹਾਂਜੀ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਉਹ ਅਰਦਾਸ ਕਰਨ ਤੋਂ ਬਾਅਦ ਮੈਨੂੰ ਲੱਗ ਰਿਹਾ ਸੀ ਕਿ ਸੁਸਾਇਟੀ ਨੂੰ ਕੁਛ ਇੱਦਾਂ ਵੀ ਕੰਟਰੀਬਿਊਟ ਕਰਨਾ ਚਾਹੀਦਾ। ਔਰ ਬਾਈ ਚਾਂਸ ਉਸ ਟਾਈਮ 'ਤੇ ਮੈਂ ਪੰਜਾਬ ਦਾ ਜਿਹੜਾ ਸਟੇਟ ਆਈਕਨ ਵੀ ਸੀਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਤੇ ਥੋੜ੍ਹਾ ਪੋਲੀਟਿਕਸ ਨਾਲ ਉਸ ਤਰ੍ਹਾਂ ਵੀ ਥੋੜ੍ਹਾ ਜਿਹਾ ਜੁੜਿਆ ਹੋਇਆ ਸੀ, ਇਲੈਕਸ਼ਨ ਪ੍ਰਮੋਟ ਕਰੀ ਦੀ ਸੀ ਬੜਾ। ਤੇ ਵੈਸੇ ਵੀ ਧਿਆਨ ਥੋੜ੍ਹਾ ਮੇਰਾ ਪੋਲੀਟਿਕਸ ਵਾਲੇ ਪਾਸੇ ਹੁਣ ਵੀ ਹੁੰਦਾ, ਹਮੇਸ਼ਾ ਹੀ ਰਿਹਾ, ਕਿਉਂਕਿ ਜਿਹੜੇ ਬੰਦੇ ਦੀ ਸ਼ੁਰੂਆਤ ਸਵੇਰੇ ਅਖਬਾਰ ਪੜ੍ਹਨ ਤੋਂ ਹੁੰਦੀ ਹੋਵੇ ਨਾ, ਉਹ ਰਾਜਨੀਤੀ ਨਾਲ ਤਾਂ ਜੁੜਿਆ ਹੀ ਹੋਇਆ। ਉਹ ਉੱਥੇ ਕੋਈ ਕੱਛੇ ਬਣਾਉਣਾ ਦੀਆਂ ਐਡਾਂ ਪੜ੍ਹਨ ਲਈ ਨਹੀਂ ਅਖਬਾਰ ਪੜ੍ਹਦਾ, ਹੈ ਨਾ। ਤੇ ਉਹ ਮੈਂ ਚਾਹੁੰਦਾ ਸੀ ਕਿ ਆਪਣਾ ਫੁੱਲ ਟਾਈਮ ਉੱਧਰ ਦੇ ਕੇ ਕੁਛ ਕਰਾਂ ਪੰਜਾਬ ਲਈ। ਕੁਛ ਇਸ ਤਰ੍ਹਾਂ ਦਾ ਫਿਰ ਸਮਾਂ ਆਇਆ ਕਿ ਮੈਨੂੰ ਮੇਰੀ ਪ੍ਰਾਇਓਰਿਟੀ ਬਦਲਦੀ ਲੱਗੀ। ਮੈਨੂੰ ਲੱਗਾ ਕਿ ਨਹੀਂ, ਅਜੇ ਮੈਨੂੰ ਸਿਨੇਮੇ 'ਚ ਅਜੇ ਹੋਰ ਕੰਟਰੀਬਿਊਟ ਕਰਨਾ ਚਾਹੀਦਾ। ਔਰ ਥੈਂਕ ਗੋਡ ਕਿ ਮੈਂ ਸਮੇਂ ਨਾਲ ਮੁੜ ਆਇਆ। ਜੇ ਮੈਂ ਅੱਜ ਵੀ ਪੋਲੀਟਿਕਸ 'ਚ ਉੱਥੇ ਵੀ ਹੁੰਦਾ ਤਾਂ ਚਲੋ ਬੜੀ ਤਨਦੇਹੀ ਨਾਲ ਕੰਮ ਕਰ ਰਿਹਾ ਹੁੰਦਾ, ਪਰ ਮੈਂ ਸ਼ਾਇਦ ਇੱਕ ਕਿਸੇ ਕੌਂਸਟੀਚੁਐਂਸੀ ਨੂੰ ਰਿਪਰੈਜ਼ੈਂਟ ਵੀ ਕਰ ਰਿਹਾ ਹੁੰਦਾ ਮੰਨ ਲਓ, ਤੇ ਫਿਰ ਵੀ ਉਹ ਗੱਲ ਨਹੀਂ ਸੀ ਬਣਨੀ, ਕਿਉਂਕਿ ਮੈਂ ਮਸਤਾਨੇ ਨਹੀਂ ਕਰ ਪਾਉਂਦਾ। ਫਿਰ ਮੈਂ ਉਹ ਨਹੀਂ ਆਪਣਾ ਅਰਦਾਸ ਕਰਾਂ ਨਹੀਂ ਸੀ ਕਰ ਸਕਦਾ, ਚੱਲ ਜਿੰਦੀਏ ਨਹੀਂ ਸੀ ਕਰ ਸਕਦਾ। ਮੇਰੇ ਕੋਲ ਇਹ ਮੌਕੇ ਖੋਲੇ ਜਾਂਦੇ ਜਾਂ ਖੁੰਝ ਜਾਂਦੇ। ਸਾਡੇ ਵੈਸੇ ਵੀ ਲੋਕਾਂ 'ਚ ਟੈਂਡੈਂਸੀ ਵੀ ਹੈ ਕਿ ਜੇ ਮੈਂ ਬਤੌਰ ਪੋਲੀਟੀਸ਼ੀਅਨ ਅੱਛਾ ਕੰਮ ਕਰ ਵੀ ਰਿਹਾ ਹਾਂ, ਪਰ ਜੇ 8 ਦਿਨ ਲਈ ਸ਼ੂਟਿੰਗ 'ਤੇ ਚਲਾ ਗਿਆ, ਲਓ ਜੀ ਇਲਾਕੇ ਦਾ ਤਾਂ MLA ਗਾਇਬ ਹੋ ਗਿਆ, ਆ ਜੀ ਫਲਾਣਾ ਮੰਤਰੀ ਨਹੀਂ, ਤਾਂ ਕਿਉਂਕਿ ਕੋਈ ਮੰਤਰੀ, ਕੋਈ MLA, ਕੋਈ MP, ਹੈ ਨਾ, ਕਿਉਂਕਿ ਸਨੀ ਦਿਓਲ ਨਾਲ ਹੋਈ ਕਿਸੇ ਫਿਲਮ 'ਚ ਕੰਮ ਨਹੀਂ। ਸਨੀ ਦਿਓਲ ਹੁਣਾਂ ਨੇ ਤਾਂ ਖੈਰ ਮੈਨੂੰ ਲੱਗਦਾ ਕਿ ਲੋਕਾਂ ਦੇ ਮਨ 'ਚ ਉਹ ਜਗ੍ਹਾ ਬਣਾਈ ਨਹੀਂ, ਕਿਉਂਕਿ ਉਹ ਸ਼ਾਇਦ ਬਿਲਕੁਲ ਹੀ ਇਗਨੋਰ ਕਰਦੇ ਰਹੇ ਆਪਣੀ ਕੌਂਸਟੀਚੁਐਂਸੀ ਨੂੰ। ਤੇ ਉਹ ਵਿੱਚੋਂ ਆਉਂਦੇ ਜਾਂਦੇ ਰਹਿੰਦੇ ਲੋਕ। ਇਹ ਵੀ ਨਹੀਂ ਕਹਿੰਦੇ ਵੀ ਤੁਸੀਂ ਕੰਮ ਨਾ ਕਰੋ, ਪਰ ਮੈਂ ਗੱਲ ਕਰਦਾ ਕਿ ਲੋਕਾਂ ਨੂੰ ਇਹ ਵੀ ਹੁੰਦਾ ਕਿ ਸਾਡੇ ਕੋਲ ਹੀ ਬੰਦਾ ਰਵੇ, ਇਹ 15-15 ਦਿਨ ਲਈ ਜਾਵੇ ਨਾ, ਹੈ ਨਾ। ਜਾਂ ਹੋਰ ਕੁਛ ਨਹੀਂ, ਤੁਹਾਡੇ ਵਿਰੋਧੀ ਤੁਹਾਡੇ ਖਿਲਾਫ ਬੋਲਣ ਲੱਗ ਜਾਂਦੇ ਨੇ ਭਈ ਇਹ ਤਾਂ ਜੀ ਦੇਖੋ ਇਹਨੂੰ ਸ਼ੂਟਿੰਗਾਂ ਦੀ ਪਈ ਹੋਈ ਹੈ, ਇੱਥੇ ਤਾਂ ਨਾਲੀਆਂ ਰੁਕੀਆਂ ਪਈਆਂ, ਹੈ ਨਾ, ਮਹੱਲੇ 'ਚ, ਤੇ ਸੜਕਾਂ ਟੁੱਟੀਆਂ ਪਈਆਂ। ਚਲੋ ਉਹ ਵੀ ਜਾਇਜ਼ ਆ, ਜਦੋਂ ਤੁਸੀਂ ਫਿਰ ਵਫਾਦਾਰੀ ਇੱਕ ਪਾਸੇ ਹੀ ਕਰ ਸਕਦੇ ਹੋ। ਸਹੀ ਗੱਲ ਹੈ। ਤਾਂ ਮੈਂ ਇਹ ਕਹਿ ਰਿਹਾ ਕਿ ਮੈਨੂੰ ਲੱਗ ਰਿਹਾ ਸੀ ਕਿ ਨਹੀਂ, ਮੇਰੀ ਫਸਟ ਪ੍ਰਾਇਓਰਿਟੀ ਸਿਨੇਮਾ ਹੀ ਹੈ, ਅਤੇ ਮੈਂ ਵਾਪਸ ਆ ਗਿਆ। ਤੇ ਪਰ ਜੇ ਤੁਸੀਂ ਗਏ ਪੋਲੀਟਿਕਸ 'ਚ, ਫਿਰ ਤੁਹਾਨੂੰ ਉੱਥੇ ਕਮਿਟਡ ਰਹਿਣਾ ਵੀ ਚਾਹੀਦਾ। ਔਰ ਹੁਣ ਫਾਈਨਲੀ ਜੇ ਸਨੀ ਹੁਣਾਂ ਨੇ ਕਿਹਾ ਕਿ ਮੈਂ ਫਿਲਮ ਪੋਲੀਟਿਕਸ ਛੱਡ ਦਿੱਤੀ, ਮੈਂ ਅੱਗੋਂ ਨਹੀਂ ਲੜਨਾ, ਫਿਰ ਇਹ ਗੱਲ ਪਹਿਲਾਂ ਕਹਿ ਦਿੰਦੇ ਤਾਂ ਬਾਈ ਇਲੈਕਸ਼ਨ ਹੀ ਹੋ ਜਾਂਦੀ। ਸਹੀ ਗੱਲ। ਕੋਈ ਹੋਰ ਬੰਦਾ ਆ ਕੇ ਇਲਾਕੇ ਨੂੰ ਰਿਪਰੈਜ਼ੈਂਟ ਕਰਦਾ, ਤੇ ਮੇਰੇ ਖਿਆਲ ਨਾਲ ਉਹਨਾਂ ਲਈ ਵੀ ਚੰਗਾ ਰਹਿੰਦਾ ਤੇ ਇਲਾਕੇ ਲਈ ਵੀ ਚੰਗਾ ਰਹਿੰਦਾ। ਬਟਾਲੇ ਤੋਂ ਇਲੈਕਸ਼ਨ ਲੜਨ ਦਾ ਕਿੰਨਾ ਕੁ ਖੱਟਾ ਮਿੱਠਾ ਜਾ ਰਿਹਾ? ਮੇਰਾ ਬਹੁਤ ਮਿੱਠਾ ਐਕਸਪੀਰੀਅੰਸ ਹੈ ਜੀ। ਮੈਂ ਉੱਥੇ ਦੇਖੋ 35,000 ਬੰਦੇ ਨੇ ਜੇ ਮੈਨੂੰ ਉਦੋਂ ਵੋਟ ਪਾਈ, ਤੇ ਮੈਨੂੰ ਇਹ ਪਤਾ ਲੱਗ ਗਿਆ ਵੀ ਇਸ ਇਲਾਕੇ ਦਾ 35,000 ਬੰਦਾ ਮੇਰੇ ਨਾਲ ਖੜਾ। ਔਰ ਉਦੋਂ ਉਹ ਦੌਰ ਸੀ ਜਦੋਂ ਅਜੇ ਆਮ ਆਦਮੀ ਪਾਰਟੀ ਆਪਣੇ ਪੈਰਾਂ 'ਤੇ ਖੜੀ ਹੋ ਰਹੀ ਸੀ। ਉਦੋਂ ਅਸੀਂ ਬਹੁਤ ਘੱਟ ਸੀਟਾਂ ਆਈਆਂ ਸੀ ਪਾਰਟੀ ਨੂੰ, ਪਰ ਫਿਰ ਵੀ ਇੰਨਾ ਅੱਛਾ ਪਰਫਾਰਮ ਕਰ ਜਾਣਾ। ਉਦੋਂ ਦੀਆਂ ਜੜ੍ਹਾਂ ਲੱਗੀਆਂ ਹੀ ਨੇ ਹਰ ਇਲਾਕੇ 'ਚ, ਜੜ੍ਹਾਂ ਤੇ ਉਦੋਂ ਦੀਆਂ ਲੱਗੀਆਂ ਨੇ ਨਾ। ਕਿਸੇ ਵੀ ਕੌਂਸਟੀਚੁਐਂਸੀ ਚਲੀ ਜਾਓ, ਹਾਂ ਕੱਲ੍ਹ ਨੂੰ ਚਿਹਰੇ ਬਦਲ ਜਾਂਦੇ ਨੇ, ਕਿਸੇ ਹੋਰ ਥਾਂ ਤੋਂ ਕੋਈ ਹੋਰ ਲੜਿਆ, ਪਰ ਮਿਹਨਤ ਤਾਂ ਉਹ ਜਿਹੜੀ ਉੱਥੇ ਬੀਜੀ ਹੋਈ ਸੀ ਉਹੀ ਕੰਮ ਆਉਂਦੀ ਹੈ ਨਾ ਜੀ। ਤੁਹਾਡੀ ਮਿਹਨਤ ਨੂੰ ਤਾਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਤੁਸੀਂ ਬਤੌਰ ਪ੍ਰਧਾਨ ਪੰਜਾਬ ਨੂੰ ਅਗਵਾਈ ਦਿੰਦੇ ਰਹੇ ਹੋ। ਬਿਲਕੁਲ ਜੀ, ਪੂਰਾ ਫੁੱਲ 100% ਦਿੱਤਾ ਤੁਸੀਂ ਤਾਂ ਤਲਵੰਡੀ ਸਾਬੋ ਤੋਂ ਬਿਲੋਂਗ ਕਰਦੇ ਹੋ। ਤੁਹਾਨੂੰ ਪਤਾ ਜਦੋਂ ਸਰਕਾਰ ਨਹੀਂ ਵੀ ਸੀ ਬਣੀ 17 'ਚ, ਤੇ ਅਸੀਂ ਡਿਸਹਾਰਟਨ ਹੋਣ ਦੀ ਬਜਾਏ ਤਲਵੰਡੀ ਸਾਬੋ ਆ ਕੇ
ਕਿੱਡੀ ਵੱਡੀ ਰੈਲੀ ਕੀਤੀ ਸੀ ਮੈਂ, ਮੇਰੀ ਪ੍ਰੈਜ਼ੀਡੈਂਟਸ਼ਿਪ 'ਚ ਹੀ ਹੋਈ ਸੀ ਉਹ। ਮੇਰੇ ਯਾਦ ਆ ਤੁਸੀਂ ਜਦੋਂ ਵਿਸਾਖੀ ਦੀ ਰੈਲੀ ਹਾਂ ਬਿਲਕੁਲ ਕੀਤੀ ਸੀ, ਹਾਂ ਬਤੌਰ ਪ੍ਰਧਾਨ ਤੁਹਾਨੂੰ ਉੱਥੇ ਮੈਂ ਸੁਣਿਆ। ਹਾਂਜੀ, ਉਦੋਂ ਲੋਕਾਂ ਨੂੰ ਇਹ ਸੀਗਾ ਕਿ ਸ਼ਾਇਦ ਇਹ ਮਨੋਬਲ ਡਿੱਗ ਗਿਆ ਜਾਂ ਸਰਕਾਰ ਦੂਜੀ ਬਣ ਗਈ ਹੈ ਤਾਂ ਲੋਕੀ ਨਹੀਂ ਆਉਣਗੇ ਇਹਨਾਂ ਦੇ। ਉਹ ਲੋਕੀ ਵੀ ਆਏ, ਤੁਸੀਂ ਦੇਖਿਆ ਪੰਡਾਲ 'ਚ। ਵੱਖਰੀ ਗੱਲ ਆ ਕਿ ਜਿੱਥੇ 100% ਭਰੇ ਹੋਣੇ ਸੀ ਹਾਲ, ਉੱਥੇ ਉਹ ਤੁਹਾਡਾ ਪੰਡਾਲ ਜਿਹੜਾ ਉਹ 60% ਭਰਿਆ ਸੀ, ਪਰ ਲੋਕ ਆਏ ਸੀ। ਉਹ ਇਹਦਾ ਮਤਲਬ ਅਸੀਂ ਜੋੜੇ ਹੋਏ ਸੀ ਲੋਕ ਨਾਲ। ਸੋ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਬਿਲਕੁਲ। ਅੱਗੇ ਕਦੇ ਲੱਗਦਾ ਹੁੰਦਾ, ਜਿਵੇਂ ਤੁਸੀਂ ਕਹਿੰਦੇ ਹੁੰਦੇ ਵੀ ਕਦੇ ਕਦੇ ਮਨ 'ਚ ਆਉਂਦਾ ਹੁੰਦਾ ਵੀ ਅੱਗੇ ਵੀ? ਦੇਖੋ, ਜ਼ਿੰਦਗੀ 'ਚ ਹਰ ਡੋਰ ਓਪਨ ਹੈ। ਮੇਰਾ ਕੱਲ੍ਹ ਨੂੰ ਮਨ ਕਰੇਗਾ ਕਿ ਮੈਂ ਜਿੱਦਾਂ ਨਾਨਾ ਪਾਟੇਕਰ ਦਾ ਇੱਕ ਟਾਈਮ 'ਤੇ ਜਾ ਕੇ ਦਿਲ ਕੀਤਾ ਕਿ ਮੈਂ ਸ਼ੂਟਿੰਗ ਸਿੱਖਣੀ ਹੈ, ਉਹ ਸ਼ੂਟਿੰਗ ਸਿੱਖਣ ਲੱਗ ਗਏ। ਉਹਨਾਂ ਨੇ ਪਾਰਟੀਸਪੇਟ ਕੀਤਾ, ਉਹਨਾਂ ਨੇ ਆਪਣੀ ਇੱਕ ਕਿਸੇ ਕੈਟਾਗਰੀ 'ਚ ਨੈਸ਼ਨਲ ਵੀ ਜਿੱਤੀ ਸੀ ਨਾਨਾ ਪਾਟੇਕਰ ਨੇ। ਕੱਲ੍ਹ ਨੂੰ ਮੇਰਾ ਦਿਲ ਕਰੇਗਾ ਮੈਂ ਘੋੜ ਸਵਾਰੀ ਕਰਨੀ ਹੈ ਤੇ ਮੈਂ ਉਹਦੇ 'ਚ ਵੀ, ਮੈਂ ਹੋ ਸਕਦਾ ਪੋਲੋ ਖੇਡਣ ਲੱਗ ਜਾ। ਇਹ ਤਾਂ ਲਾਈਫ ਹੈ ਨਾ, ਲਾਈਫ 'ਚ ਕੋਈ ਵੀ ਮੋਰਚਾ ਤੁਹਾਡੇ ਲਈ ਬੰਦ ਨਹੀਂ ਹੁੰਦਾ ਕਦੇ ਵੀ। ਪੋਲੀਟਿਕਸ ਵੈਸੇ ਵੀ ਮੇਰੇ ਟੇਸਟ ਦੀ ਚੀਜ਼ ਆ। ਆਪਾਂ ਬੈਠੇ ਹਾਂ ਦੋਨੋਂ ਭਰਾ, ਸਾਡੇ ਕੈਮਰਾਮੈਨ ਦੋਨੋਂ ਬੈਠੇ ਨੇ, ਤੇ ਇਹ ਵੀ ਪੋਲੀਟੀਸ਼ੀਅਨ ਨੇ ਸਾਰੇ। ਜਿਹੜਾ ਬੰਦਾ ਕਿਸੇ ਇੱਕ ਪਾਰਟੀ ਨੂੰ ਵੋਟ ਪਾਉਂਦਾ, ਜੇ ਆਪਾਂ ਵੋਟ ਪਾਉਂਦੇ ਆ ਬਤੌਰ ਨਾ ਆਈਡਲ ਸਿਟੀਜ਼ਨ, ਇਹਦਾ ਮਤਲਬ ਸਾਡਾ ਬੈਂਟ ਆਫ ਮਾਈਂਡ ਕਿਸੇ ਪਾਰਟੀ ਲਈ ਹੈਗਾ ਨਾ, ਇਹਦਾ ਮਤਲਬ ਅਸੀਂ ਉਹਦੀਆਂ ਨੀਤੀਆਂ ਨਾਲ ਜੁੜੇ ਹੋਏ ਹਾਂ, ਉਹਦੀ ਕਾਰਜਸ਼ੈਲੀ ਨਾਲ ਜੁੜੇ ਹੋਏ ਹਾਂ, ਤੇ ਫਿਰ ਅਸੀਂ ਪੋਲੀਟੀਸ਼ੀਅਨ ਹੀ ਹਾਂ ਨਾ। ਕੋਈ ਇਲੈਕਸ਼ਨ ਲੜਦਾ, ਕੋਈ ਵੋਟ ਕਰਦਾ। ਸੋ ਪੋਲੀਟਿਕਸ ਤੋਂ ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਮੈਨੂੰ ਪਸੰਦ ਨਹੀਂ ਹੈ। ਜਿਹੜੇ ਲੋਕ ਕਲਾ ਨਾਲ ਜੁੜੇ ਹੁੰਦੇ ਆ ਜਾਂ ਥੀਏਟਰ ਨਾਲ, ਰੰਗਮੰਚ ਨਾਲ ਜੁੜੇ ਹੁੰਦੇ ਆ, ਸਿਨੇਮਾ ਨਾਲ, ਉਹ ਜਦੋਂ ਇਸ ਤਰ੍ਹਾਂ ਪੋਲੀਟਿਕਸ ਦੇ ਵਿੱਚ ਜਾਂਦੇ ਆ, ਉਦੋਂ ਬਾਅਦ ਵਾਪਸ ਆਉਂਦੇ ਆ, ਠੀਕ ਹੈ ਨਾ, ਕੀ ਲੱਗਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਸਿਆਸਤ ਉਹਨਾਂ ਦੀ ਕਦਰ ਨਹੀਂ ਕਰਦੀ, ਜਾਂ ਸਿਆਸਤ ਦੇ ਉਹ ਮੇਚਦੇ ਨਹੀਂ ਹੁੰਦੇ, ਜਾਂ ਉਹ ਭਾਵੁਕ ਬਹੁਤ ਹੁੰਦੇ ਨੇ, ਉਸ ਤਰ੍ਹਾਂ ਸਿਆਸਤ ਦੇ ਵਿੱਚ ਝੂਠ ਝਾਠ ਜਾਂ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਹੈਗਾ? ਨਹੀਂ, ਇਹ ਨਹੀਂ ਗੱਲ। ਝੂਠ ਤਾਂ ਜ਼ਰੂਰੀ ਨਹੀਂ ਕਿ ਝੂਠ ਬੋਲ ਕੇ ਸਿਆਸਤ ਹੁੰਦੀ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਤੁਹਾਨੂੰ। ਔਰ ਬੜੇ ਬੜੇ ਸ਼ਰੀਫ ਬੰਦੇ ਬੜੀ ਸੋਹਣੀ ਪੋਲੀਟਿਕਸ ਕਰ ਰਹੇ ਨੇ। ਮੈਂ ਕਲਾਕਾਰਾਂ 'ਚੋਂ ਵੀ ਜੇ ਗੱਲ ਕਰੀਏ ਤੇ ਆਪਣਾ ਮੁਹੰਮਦ ਸਦੀਕ ਸਾਹਿਬ ਕਿੱਡੇ ਸਾਊ ਬੰਦੇ ਨੇ। ਬਿਲਕੁਲ। ਦੂਜੀ ਵਾਰ ਮੇਰੇ ਖਿਆਲ ਹੁਣ ਇੱਕ ਵਾਰੀ ਪਹਿਲਾਂ MLA ਬਣੇ ਸੀ, ਹੁਣ MP ਬੜਾ ਅੱਛਾ ਪਰਫਾਰਮ ਕਰ ਰਹੇ ਨੇ। ਵਿਚਾਰੇ ਇਹ ਹੈ ਕਿ ਲਾਊਡ ਸਪੀਕਰ ਨਹੀਂ ਹੈਗੇ ਭਈ, ਬਹੁਤ ਜ਼ਿਆਦਾ ਲਾਈਮਲਾਈਟ 'ਚ ਨਹੀਂ ਰਹਿੰਦੇ ਜਾਂ, ਪਰ ਲੋਕੀ ਉਹਨਾਂ ਨੂੰ ਪਸੰਦ ਕਰ ਰਹੇ ਨੇ, ਬਤੌਰ MP ਵੀ ਪਸੰਦ ਕਰ ਰਹੇ ਨੇ ਉਹਨਾਂ ਨੂੰ। ਇੱਦਾਂ ਹੀ ਹੁਣ ਇਸ ਵੇਲੇ ਵੀ ਜੇ ਦੇਖਿਆ ਜਾਵੇ, ਕਿੰਨੇ ਕਲਾਕਾਰ ਨੇ ਜਿਹੜੇ ਸਰਕਾਰ, ਸਾਡੇ ਚੀਫ ਮਿਨਿਸਟਰ ਸਾਹਿਬ ਤੋਂ ਲੈ ਕੇ ਮਿਨਿਸਟਰ ਮੈਡਮ ਗਗਨ ਅਨਮੋਲ ਮਾਨ, ਬਲਕਾਰ ਸਿੱਧੂ ਹੁਣੀ, ਸਾਡੇ ਕਿੰਨੇ ਸਾਥੀ ਨੇ, ਪਲੇਅਰ ਵੀ 'ਚ ਹੈਗੇ ਨੇ, ਹੈ ਨਾ। ਬਿਲਕੁਲ। ਸੋ ਇਹ ਗੱਲ ਨਹੀਂ ਹੁੰਦੀ ਕਿ ਪੋਲੀਟਿਕਸ 'ਚ ਰਹਿ ਕੇ ਤੁਹਾਨੂੰ ਲੋਕ ਕਿੱਦਾਂ ਤੋਲਦੇ ਆ। ਤੁਸੀਂ ਸਿੰਸੈਰਿਟੀ ਨਾਲ ਕਿਤੇ ਵੀ ਕੰਮ ਕਰੋ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਕਿਤੇ ਵੀ ਤੁਹਾਡੇ ਆੜੇ ਆਉਂਦੀ ਹੈ। ਹਾਂ, ਕੱਲ੍ਹ ਨੂੰ ਤੁਸੀਂ ਅਗਰ ਇੱਕ ਵਾਰੀ ਤੁਹਾਡੀ ਅਟੈਂਪਟ ਨਹੀਂ ਸਹੀ ਹੋਈ, ਦੂਜੀ ਵਾਰੀ ਅਟੈਂਪਟ ਸਹੀ ਹੋ ਜਾਏਗੀ, ਤੀਜੀ ਵਾਰੀ ਹੋ ਜਾਏਗੀ। ਇਹ ਪੋਲੀਟਿਕਸ ਦਾ ਹਿੱਸਾ ਹੈ, ਪਰ ਤੁਹਾਡੀ ਵਰਕਿੰਗ ਹੀ ਤੁਹਾਡੀ ਪਹਿਚਾਣ ਹੁੰਦੀ ਹੈ। ਜੇ ਤੁਸੀਂ ਮਾੜਾ ਕੰਮ ਕਰ ਰਹੇ ਹੋ, ਭਾਵੇਂ ਤੁਸੀਂ ਪਾਵਰ 'ਚੋਂ ਜਾਂ ਨਹੀਂ ਪਾਵਰ 'ਚੋਂ, ਲੋਕ ਤੁਹਾਨੂੰ ਲਾਈਕ ਨਹੀਂ ਕਰਨਗੇ। ਬਿਲਕੁਲ। ਚੰਗਾ ਕੰਮ ਕਰ ਰਹੇ ਹੋ, ਬਾਹਰ ਬੈਠੇ ਵੀ ਕਰ ਰਹੇ ਹੋ, ਲੋਕੀ ਐਪਰੀਸ਼ੀਏਟ ਕਰਨਗੇ। ਬਾਕੀ ਸਾਰੇ ਸਾਰਥਿਕ ਰਾਜਨੀਤੀ ਤਾਂ ਕਰਨੀ ਬਣਦੀ ਆ, ਜਿਹੜਾ ਬੰਦਾ ਸਮਾਜ ਦੇ ਵਿੱਚ ਰਹਿੰਦਾ। ਭਗਤ ਸਿੰਘ ਜੀ ਨੇ ਵੀ ਕਿਹਾ ਕਿ ਸਾਨੂੰ ਰਾਜਨੀਤਿਕ ਹੋਣਾ ਚਾਹੀਦਾ, ਸਾਨੂੰ ਜਾਗਰੂਕ ਹੋਣਾ ਚਾਹੀਦਾ। ਬਾਕੀ ਸਾਰੇ ਅਸੀਂ ਤਾਂ ਇਹੀ ਕਹਾਂਗੇ ਜੀ, ਜੇ ਭਵਿੱਖ 'ਚ ਕਦੇ ਤੁਹਾਡਾ ਬਣਦਾ ਵੀ ਆ ਤਾਂ ਅਸੀਂ ਤੁਹਾਨੂੰ ਬਤੌਰ ਇੱਕ ਵਧੀਆ ਅਹੁਦੇ 'ਤੇ ਵੇਖੀਏ, ਤੁਸੀਂ ਪੰਜਾਬ ਨੂੰ ਅਗਵਾਈ ਦੇਵੋ। ਇਹ ਫਰਕ ਹੈ ਜੀ, ਅਸੀਂ ਰਾਜਨੀਤੀ ਨੂੰ ਹਮੇਸ਼ਾ ਉਹਦੇ ਨਾਲ ਜੋੜ ਕੇ ਦੇਖਦੇ ਹਾਂ ਵੀ ਰਾਜਨੀਤੀ ਹੋਰ ਚੀਜ਼ ਹੈ, ਅਹੁਦਾ ਹੋਰ ਚੀਜ਼ ਹੈ। ਇਹਦੀ ਐਗਜ਼ਾਮਪਲ ਹਰਕ੍ਰਿਸ਼ਨ ਸੁਰਜੀਤ ਸਾਹਿਬ। ਬਿਲਕੁਲ। ਉਹ ਮਤਲਬ ਰਾਜਨੀਤੀਵਾਨ ਸੀਗੇ, ਪਰ ਉਹ ਮੈਨੂੰ ਲੱਗਦਾ ਅਹੁਦਾ ਕਦੇ ਮਿਲਿਆ ਹੀ ਨਹੀਂ ਉਹਨਾਂ ਨੂੰ, ਕੋਈ ਅਹੁਦਾ ਲਿਆ ਹੀ ਨਹੀਂ ਉਹਨਾਂ ਕਦੇ ਸਰਕਾਰਾਂ 'ਚ। ਉੱਦਾਂ ਤਾਂ ਸੀਗੇ ਉਹ ਆਪਣੀ ਪਾਰਟੀ ਦੇ, ਤੇ ਪਰ ਉਹ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਦਾਂ ਹੀ ਬਹੁਤ ਸਾਰੇ ਲੋਕ ਨੇ। ਟੌੜਾ ਸਾਹਿਬ ਬਾਹਰ ਬਹਿ ਕੇ ਹੀ ਰਾਜਨੀਤੀ ਕਰਦੇ ਰਹੇ ਨੇ, ਹੈ ਨਾ। ਇੱਦਾਂ ਬੜੀਆਂ ਐਗਜ਼ਾਮਪਲਸ ਤੁਹਾਨੂੰ ਮਿਲ ਜਾਣਗੀਆਂ। ਤੇ ਮਤਲਬ ਰਾਜਨੀਤਿਕ ਸੋਚ ਹੋਣੀ ਚਾਹੀਦੀ ਹੈ, ਉਹਦੇ ਅਲੱਗ ਗੱਲ ਹੈ। ਬਿਲਕੁਲ। ਚਲੋ ਆਪਾਂ ਸਿਆਸਤ ਤੋਂ ਪਿੱਛੇ ਮੁੜਦੇ ਹਾਂ ਜੀ। ਆਗਿਆ ਲੈਣ ਤੋਂ ਪਹਿਲਾਂ ਹੁਣ ਤੱਕ ਦੇ ਕੀਤੇ ਹੋਏ ਕਿਰਦਾਰਾਂ 'ਚੋਂ ਗੁਰਪ੍ਰੀਤ ਘੁੱਗੀ ਦੇ ਦਿਲ ਦੇ ਨੇੜੇ ਸਭ ਤੋਂ ਪਿਆਰਾ ਕਿਰਦਾਰ ਕਿਹੜਾ? ਇੱਦਾਂ ਬੜਾ ਮੇਰੇ ਲਈ ਔਖਾ ਸਵਾਲ ਹੋ ਜਾਂਦਾ ਜੀ ਇਹ ਵਾਲਾ, ਕਿਉਂਕਿ ਜੇ ਮੈਂ ਪਿੱਛੇ ਜਾਵਾਂ ਤਾਂ ਮੈਨੂੰ ਚੈਂਪੀਅਨ ਵਾਲਾ ਉਹ ਪਲੇਅਰ ਵੀ ਸੜਕਾਂ 'ਤੇ ਦੌੜਦਾ ਬੜਾ ਪਿਆਰਾ ਲੱਗਦਾ ਜੀ, ਅਤੇ ਮੈਨੂੰ ਪਰਛਾਵੇਂ ਵਾਲਾ ਬਲੌਰਾ ਵੀ ਚੰਗਾ ਲੱਗਦਾ ਜੀ, ਮੈਨੂੰ ਲੋਰੀ ਵਾਲਾ ਕੰਤਾ ਵੀ ਬਹੁਤ ਪਿਆਰਾ ਲੱਗਦਾ ਹੈ, ਮੈਨੂੰ ਅਰਦਾਸ ਵਾਲਾ ਗੁਰਮੁਖ ਸਿੰਘ ਬਹੁਤ ਚੰਗਾ ਲੱਗਦਾ ਹੈ, ਅਰਦਾਸ ਕਰਾਂ ਵਾਲਾ ਮੈਜਿਕ ਸਿੰਘ ਵੀ ਦਿਲ ਦੇ ਬਹੁਤ ਨੇੜੇ ਹੈ। ਅਤੇ ਆਹ ਤਾਂ ਹੁਣ ਤੁਹਾਨੂੰ ਪਤਾ ਜੀ ਨੈਕਸਟ ਲੈਵਲ ਹੋ ਗਿਆ। ਮਸਤਾਨੇ 'ਚ ਤਾਂ ਲੋਕਾਂ ਨੇ ਇੰਨਾ ਕੁ ਪਿਆਰ ਦੇ ਦਿੱਤਾ ਕਿ ਜਿਹੜਾ ਸਾਂਭਿਆ ਨਹੀਂ ਜਾ ਰਿਹਾ ਸਾਡੇ ਕੋਲੋਂ। ਅਤੇ ਅਜੇ ਹੋਰ
ਮਨ ਕਰਦਾ ਕਿ ਪ੍ਰਮਾਤਮਾ ਹੋਰ ਅੱਛੇ ਕੰਮ ਕਰਾਵੇ ਤਾਂ ਕਿ ਕੁਝ ਕੰਟਰੀਬਿਊਟ ਕਰਕੇ ਜਾ ਸਕੇ। ਕੀ ਡ੍ਰੀਮ ਪ੍ਰੋਜੈਕਟ ਨੇ ਇੱਕ ਮਨ 'ਚ ਹੁੰਦਾ ਵੀ ਆਹ ਤਾਂ ਕਰਨਾ ਹੀ ਕਰਨਾ ਜ਼ਿੰਦਗੀ ਦੇ ਵਿੱਚ? ਉਹਦੇ 'ਚ ਡ੍ਰੀਮ ਜਿਹੜੇ ਨੇ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਅਨਾਉਂਸ ਕਰਨ ਵਾਲੇ ਨਹੀਂ ਹੁੰਦੇ, ਹੈ ਨਾ, ਇਹ ਅੰਦਰ ਹੀ ਹੁੰਦੇ ਨੇ ਤੁਹਾਡੇ। ਔਰ ਦੂਜੀ ਗੱਲ ਹੈ ਕਿ ਅੱਜ ਕੱਲ੍ਹ ਤਾਂ ਉਹ ਵੀ ਯੁੱਗ ਹੈਗਾ ਨਾ ਕਿ ਕੋਈ ਡ੍ਰੀਮ ਆਪਣਾ ਦੱਸ ਦਿਓ, ਅਗਲਾ ਨਾਲ ਹੀ ਕੱਲ੍ਹ ਕਾਪੀ ਪੈਨ ਲੈ ਕੇ ਬਹਿੰਦਾ, ਆਹੋ ਇਹ 'ਤੇ ਲਿਖੋ ਇਹ ਫਿਲਮ ਹੈ ਅੱਛੀ ਹੈ ਨਾ। ਉਹ ਸੁਪਨਾ ਤੁਹਾਡਾ ਹੁੰਦਾ, ਵੇਖ ਕੋਈ ਜਾਂਦਾ। ਸਹੀ ਗੱਲ। ਸੋ ਇਸ ਕਰਕੇ ਵੀ ਬੜਾ ਕੁਛ ਹੈ ਅੰਦਰ, ਰੋਜ਼ ਡਿਸਕਸ਼ਨਸ ਹੁੰਦੀਆਂ ਨੇ, ਚੀਜ਼ਾਂ ਚੱਲ ਰਹੀਆਂ ਨੇ। ਮਹਾਰਾਜ ਕਿਰਪਾ ਕਰਨਗੇ, ਵਧੀਆ ਕੰਮ ਅਜੇ ਹੋਰ ਹੋਣਗੇ ਜੀ। ਭਵਿੱਖ ਲਈ ਸਾਡੀਆਂ ਬਹੁਤ ਸ਼ੁਭਕਾਮਨਾਵਾਂ ਭਾਜੀ। ਇੰਸ਼ਾਅੱਲਾ ਇੱਦਾਂ ਹੀ ਸੋਹਣੀਆਂ ਸੋਹਣੀਆਂ ਫਿਲਮਾਂ ਅਤੇ ਸੋਹਣੇ ਸੋਹਣੇ ਕਿਰਦਾਰ, ਸੰਜੀਦਾ ਕਿਰਦਾਰ ਔਰ ਹਸਮੁਖ ਕਿਰਦਾਰ ਵੀ ਸਾਨੂੰ ਤੁਸੀਂ ਦਿੰਦੇ ਰਹੋ, ਅਸੀਂ ਦੇਖਦੇ ਰਹੀਏ ਔਰ ਅਸੀਂ ਮਾਣ ਕਰਦੇ ਰਹੀਏ। ਭਵਿੱਖ ਲਈ ਸਾਡੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ। ਸਮਾਂ ਦਿੱਤਾ ਰੁਝੇਵਿਆਂ ਦੇ ਵਿੱਚੋਂ, ਕਿਉਂਕਿ ਬੜੇ ਰੁਝੇਵੇਂ ਤੁਹਾਡੇ ਚੱਲ ਰਹੇ ਸੀ, ਫਿਰ ਵੀ ਸਾਡੇ ਨਾਲ ਇੰਨੀਆਂ ਖੁੱਲ੍ਹੀਆਂ ਗੱਲਾਂ ਕੀਤੀਆਂ ਸਿਨੇਮਾ ਬਾਰੇ, ਰੰਗਮੰਚ ਬਾਰੇ, ਸਿਆਸਤ ਬਾਰੇ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਹਰਜਿੰਦਰ ਜੀ, ਔਰ ਤੁਹਾਨੂੰ ਵੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ, ਮੇਰੀ ਆਡੀਅנס ਨੂੰ, ਕਿ ਤੁਸੀਂ ਹਮੇਸ਼ਾ ਹੀ ਆਦਰ ਮਾਣ ਪਿਆਰ ਸਤਿਕਾਰ ਤੇ ਤੁਸੀਂ ਇੰਨਾ ਦਿੱਤਾ ਹੈ ਕਿ ਹਰ ਵਾਰੀ ਅਸੀਂ ਗਿੱਠ ਉੱਚੇ ਹੋਏ ਹਾਂ ਤੁਹਾਡੇ ਇਸ ਮੁਹੱਬਤ ਦੇ ਸਦਕਾ। ਜਿਉਂਦੇ ਵਸਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੁਹਾਡੇ ਬੱਚੇ ਰਾਜ਼ੀ ਰਹਿਣ, ਬੱਚੇ ਖੁਸ਼ ਰਹਿਣ, ਤਰੱਕੀਆਂ ਕਰੋ, ਤੁਹਾਡੇ ਬੱਚਿਆਂ 'ਚੋਂ ਪੰਜਾਬ ਦਾ ਭਵਿੱਖ ਉਪਜੇ। ਇਹ ਮੇਰੀਆਂ ਦੁਆਵਾਂ ਨੇ ਜੀ ਸਾਰਿਆਂ ਵਾਸਤੇ। ਬਹੁਤ ਸ਼ੁਕਰੀਆ ਜੀ। ਦੋਸਤੋ, ਤੁਸੀਂ ਗੱਲਬਾਤ ਵੇਖ ਰਹੇ ਸੀ ਸਰਦਾਰ ਗੁਰਪ੍ਰੀਤ ਘੁੱਗੀ ਜੀ ਨਾਲ, ਅਤੇ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਤੁਹਾਡੇ ਕਮੈਂਟ ਸਾਡੇ ਲਈ, ਤੁਹਾਡੇ ਸੁਝਾਅ ਸਾਡੇ ਲਈ ਬਹੁਤ ਬੇਸ਼ਕੀਮਤੀ ਨੇ। ਸਾਨੂੰ ਉਡੀਕ ਰਹੇਗੀ। ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇੰਨੀਆਂ ਅਮੁੱਲ ਗੱਲਾਂ ਹਰ ਪੰਜਾਬੀ ਤੱਕ ਪਹੁੰਚਣ। ਅਤੇ ਗੱਲਬਾਤ ਦੇ ਵਿੱਚੋਂ ਜੇ ਕੋਈ ਗੱਲ ਤੁਹਾਨੂੰ ਇਹ ਲੱਗਦੀ ਹੈ ਵੀ ਇਸ ਨੂੰ ਅਸੀਂ ਸੁਝਾਅ ਦੇ ਤੌਰ 'ਤੇ ਦੇਣੀ, ਤਾਂ ਵਿਸ਼ੇਸ਼ ਤੌਰ 'ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਨਬੋਕਸ ਵੀ ਕਰ ਸਕਦੇ ਹੋ। ਸੋ ਮੈਨੂੰ ਦਿਓ ਆ ਗਿਆ। ਕੈਮਰਾਮੈਨ ਪਵਨ ਗਾਲਬ ਦੇ ਨਾਲ ਮੈਂ ਹਰਜਿੰਦਰ ਸਿੱਧੂ।